शहीद आजम सरदार भगत सिंह राजगुरू ਅਤੇ ਸੁਖਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਬੰਗਾ ਦੀ ਦਾਣਾ ਮੰਡੀ ਵਿਖੇ ਕੀਤੀ ਗਈ ਕਿਸਾਨ ਮਹਾਰੈਲੀ ਇਤਿਹਾਸਕ ਹੋ ਨਿਬੜੀ। ਨੌਜਵਾਨਾਂ ਤੇ ਸੰਯੁਕਤ ਕਿਸਾਨ ਮੋਰਚੇ ਵਿਚਕਾਰ ਵਖਰੇਵਿਆਂ ਦੇ ਰੌਲੇ ਦਰਮਿਆਨ ਕੀਤੀ ਗਈ ਇਸ ਕਿਸਾਨ ਮਹਾਰੈਲੀ ਵਿੱਚ ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਸੰਪਰਦਾਵਾਂ, ਪੰਜਾਬੀ ਕਲਾਕਾਰਾਂ ਅਤੇ ਕਬੱਡੀ ਖਿਡਾਰੀਆਂ ਨੇ ਇੱਕ ਮੰਚ ਦੀ ਸ਼ਮੂਲੀਅਤ ਕਰਕੇ ਏਕੇ ਦਾ ਨਵਾਂ ਸੁਨੇਹਾ ਦਿੱਤਾ ਜੋ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਨਵੀਂ ਰੂਹ ਫੂਕੇਗਾ। इस मौके पर मंच तो संबोधन करते हुए निहंग सिंह जथेबंदियों के मुखिया, धार्मिक संप्रदावां के मुखिया और पंजाबी कलाकारां वालों इकट्ठे होकर सब वखरे किसानी अंदोलन की मजबूती और जित लई साझा संघर्ष करन दी लोड़ ते जोर दिता गया। बुलारियां विच बाबा अजीत सिंह जी निर्मल कुटिया जौलां वाले, बाबा निहाल सिंह जी मुखी तरना दल हरियां बेलां वाले, बाबा अवतार सिंह जी मुखी निहंग संप्रदा बाबा विधि चंद जी, बाबा बलबीर सिंह जी मुखी संपदा बुढ़ा दल, हरदीप सिंह डिबडिबा, बलबीर सिंह राजेवाल, अदाकार जोगराज सिंह, अमतोज मान, सोनिया मान, जस बाजवा, बब्बू मान, सरबी चीमा, पम्मी बाई, कुलवंत सिंह संधू, बलदेव सिंह सिरसा, साबका DIG बलकार सिंह आदि ने संबोधन किया। इस तो इलावा पद्म श्री संत बाबा सेवा सिंह जी खरूर साहब वाले, सवानी सिंह मुखी तरना दल, रणजीत सिंह काजमपुर, जग्गी बाबा मनधीर सिंह कनुपिया ते होर नामवर शख्सियतां उचेचे तौर पर हाजिर सन। मंच ते विराजमान खालसा पंथ दियां बेअंत महान शख्सियतां, बेअंत किसान, नौजवान, मजदूर सारिਆਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਠਾਠਾ ਮਾਰਦਾ ਇਕੱਠ ਕਿਸਾਨ ਮਜ਼ਦੂਰਾਂ ਦਾ ਜੋ ਭਾਰਤ ਸਰਕਾਰ ਨੇ ਕਿਸਾਨ ਖੇਤੀ ਦੇ ਖਿਲਾਫ 3 ਕਾਲੇ ਕਾਨੂੰਨ ਲਿਆਂਦੇ ਸੀ, ਉਹਨੂੰ ਮੁੱਖ ਰੱਖਦੇ ਆ। ਜਿਵੇਂ ਅੰਗਰੇਜ਼ਾਂ ਦੇ ਟਾਈਮ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ, ਸਰਦਾਰ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਰਾਜਗੁਰੂ ਸੁਖਦੇਵ, ਉਹਨਾਂ ਸਾਰਿਆਂ ਨੂੰ ਚੇਤੇ ਕਰਦੇ ਅੱਜ ਆਪਾਂ ਸਾਰੇ ਇੱਥੇ ਹਾਜ਼ਰੀ ਭਰਨ ਵਾਸਤੇ ਆਏ ਆ। ਇਹ ਭਾਰਤ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਬਣਾਏ ਆ ਖੇਤੀ ਦੇ ਖਿਲਾਫ, ਉਹ ਵਾਪਸ ਲੈਣੇ ਚਾਹੀਦੇ ਆ, ਕਿਉਂਕਿ ਕਿਸਾਨ ਜਿਹੜਾ ਦੇਸ਼ ਦੀ ਰੀੜ੍ਹ ਦੀ ਹੱਡੀ ਆ, ਜੇ ਕਿਸਾਨ ਹੀ ਕਮਜ਼ੋਰ ਹੋ ਜਾਂਦਾ ਆ ਤੇ ਸਾਰਾ ਦੇਸ਼ ਹੀ ਕਮਜ਼ੋਰ ਹੋ ਜਾਂਦਾ ਆ। ਹੁਣ ਤੋਂ ਨਹੀਂ, ਆਪ ਤੋਂ ਲੈ ਕੇ ਕਿਸਾਨ ਹਰੇਕ ਬਾਦਸ਼ਾਹ ਦੇ ਨਾਲ, ਹਰੇਕ ਰਾਜੇ ਦੇ ਨਾਲ, ਭਾਰਤ ਸਰਕਾਰ ਦੇ ਨਾਲ ਆਪਣਾ ਤਨ ਮਨ ਦੇ ਨਾਲ ਜੋਰ ਲਾ ਕੇ ਖੇਤੀ ਕਰਕੇ ਅਨਾਜ ਪੈਦਾ ਕਰਦਾ ਆ। ਜਿਹੜੇ ਅਨਾਜ ਨਾਲ ਸਾਰੇ ਹੀ ਲੋਕ ਆਪਣਾ ਪੇਟ ਭਰਦੇ ਆ। ਜੇ ਸਾਡੀ ਖੇਤੀ ਨਹੀਂ ਰਹਿੰਦੀ ਤੇ ਸਾਰੇ ਮਜ਼ਦੂਰ ਕਿਸਾਨ ਏਕਤਾ ਨੂੰ ਸਾਰਿਆਂ ਨੂੰ ਆਪਾਂ ਨੂੰ ਇਕੱਠੇ ਹੋ ਕੇ ਜੰਗ ਦੇ ਖਿਲਾਫ ਲੜਨ ਵਾਸਤੇ ਆਪਾਂ ਇਕੱਠੇ ਹੋ ਰਹੇ ਆ। ਸਾਨੂੰ ਉਹ ਏਕਤਾ ਦੀ ਲੋੜ ਆ। ਜਿੰਨੀਆਂ ਵੀ ਜਥੇਬੰਦੀਆਂ ਇਕੱਠੀਆਂ ਹੋ ਕੇ, ਜਿੰਨੇ ਵੀ ਕਿਸਾਨ ਮਜ਼ਦੂਰ ਲੋਕ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਜਿੰਨਾ ਵੀ ਜਦੋਜਹਿਦ ਕੀਤਾ ਜਾਵੇ, ਜਦ ਤੱਕ ਭਾਰਤ ਸਰਕਾਰ ਆਪਣੇ ਕਾਲੇ ਕਾਨੂੰਨ ਬਣਾਏ ਵਾਪਸ ਨਹੀਂ ਲੈਂਦੇ, ਉतना ਜਿਹਦੇ ਜਦੋਜਹਿਦ ਜਾਰੀ ਹੀ ਰਹੂਗਾ। ਵਿਰਾਜਮਾਨ ਸਤਿਕਾਰਯੋਗ ਬਾਬਾ ਜੀ ਮਾਤਾ ਬਲਬੀਰ ਸਿੰਘ ਜੀ ਸ਼ਰਨ ਕਲੋੜੀ ਪੰਥ ਅਕਾਲੀ ਬੁੱਢਾ ਦਲ, ਸਤਿਕਾਰਯੋਗ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਦਲ ਪੰਥ ਬਾਬਾ ਵਿਧੀ ਚੰਦ, ਸਤਿਕਾਰਯੋਗ ਬਾਬਾ ਜੀ ਬਾਬਾ ਗਰਜਨ ਸਿੰਘ ਜੀ ਮਿਸਲ ਸ਼ਹੀਦਾਂ ਦਲ ਬਾਬਾ ਬਕਾਲਾ ਸਾਹਿਬ, ਸਤਿਕਾਰਯੋਗ ਸੰਤ ਬਾਬਾ ਅਜੀਤ ਸਿੰਘ ਜੀ ਮਹਾਂਪੁਰਸ਼ ਅਤੇ ਹੋਰ ਪਤਵੰਤੇ ਸੱਜਣ ਪੰਡਾਲ ਦੇ ਅੰਦਰ ਜੁੜ ਬੈਠੇ ਸਰਬੱਤ ਭਾਈ ਭਾਈ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹ 5 ਮਿੰਟ ਸਾਰਿਆਂ ਨੇ ਚੁੱਪ ਕਰਨਾ। ਚੁੱਪ ਕਾਹਦੇ ਲਈ ਕਰਨਾ? ਤੇ ਜਿਹੜਾ ਸ਼ਹੀਦਾਂ ਸਿੰਘਾਂ ਦਾ ਅੱਜ ਜਨਮ ਦਿਹਾੜਾ ਮਨਾ ਰਹੇ ਆ, ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ। ਸ਼ਰਧਾ ਦੇ ਫੁੱਲ ਕੋਈ ਦਰਖਤਾਂ ਨਾਲੋਂ ਤੋੜ ਕੇ ਨਹੀਂ ਆਪਾਂ ਅਰਪਣ ਕਰਨੇ। ਕਿੱਦਾਂ ਕਰਨੇ? ਪਹਿਲਾਂ ਤਾਂ ਚੁੱਪ ਕਰ ਜਾਓ 5 ਮਿੰਟ ਵਾਸਤੇ। ਸਾਡੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ, ਸੁਖਦੇਵ ਜੀ, ਰਾਜਗੁਰੂ ਜੀ ਅਤੇ ਕਿਸਾਨ ਮੋਰਚੇ ਦੇ ਅੰਦਰ ਜਿੰਨੇ ਅੱਜ ਤੱਕ ਸ਼ਹੀਦ ਹੋਏ, ਸਤਿਕਾਰਯੋਗ ਮਾਤਾਵਾਂ, ਭੈਣਾਂ, ਧੀਆਂ, ਵੀਰ, ਬੱਚੇ, ਬਜ਼ੁਰਗ, ਉਹਨਾਂ ਸਾਰਿਆਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ ਸਾਰਿਆਂ ਨੇ ਕੋਈ ਰਸਨਾ ਬਾਂਝੀ ਨਾ ਰਹੇ। ਸਾਰਿਆਂ ਨੇ 5 ਵਾਰੀ ਮੂਲ ਮੰਤਰ ਸਾਹਿਬ ਦਾ ਜਾਪ ਕਰਨਾ। 5 ਵਾਰੀ ਜਿਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਅੱਜ ਜੁੜੇ ਸਾਰਿਆਂ ਨੇ ਬੋਲਣਾ। ਕੋਈ ਰਸਨਾ ਬਾਂਝੀ ਨਾ ਰਹੇ ਜਿਹੜੇ ਨਾ ਬੋਲੇ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਵਾਹਿਗੁਰੂ ਵਾਹਿਗੁਰੂ। ਸ਼ਹੀਦਾਂ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਾ ਹੋਇਆ ਸਾਧ ਸੰਗਤ ਜੀ ਬੇਨਤੀ ਕਰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ, ਪਾਤਸ਼ਾਹ ਸਾਡੇ ਸਨਾਤਨ ਮਤ ਵਾਲੇ ਵੀਰ 33 ਕਰੋੜ ਦੇਵਤਾ ਮੰਨਦੇ ਹਨ,
ਆਪ ਜੀ ਦੱਸਣ ਦੀ ਕਿਰਪਾਲਤਾ ਕਰੋ, ਸਭ ਤੋਂ ਸ਼੍ਰੋਮਣੀ ਦੇਵਤਾ ਕਿਹੜਾ? ਸਾਰੇ ਦੇਵਤੇ ਪੀਰ ਪਕੰਬਰ ਮਹਾਂਪੁਰਸ਼ ਪੂਜਨੀਕ ਹਨ, ਸਤਿਕਾਰਯੋਗ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਕਹਿਣ ਲੱਗੇ ਗੁਰਸਿੱਖੋ ਸੁਣੋ ਧਿਆਨ ਨਾਲ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ, ਤਾਂ ਹੋਆ ਪਾਕ ਪਵਿੱਤ। ਸਭ ਤੋਂ ਵੱਡਾ ਦੇਵਤਾ ਹੈ ਅੰਨ ਦੇਵਤਾ। ਤਾਂ ਜੇ ਅੰਨ ਨਾਲੋਂ ਸਭ ਤੋਂ ਵੱਡਾ ਦੇਵਤਾ ਹੈ ਅੰਨ ਨੂੰ ਪੈਦਾ ਕਰਨ ਵਾਲਾ। ਸਾਧ ਸੰਗਤ ਜੀ, ਜੇ ਅੰਨ ਨਾ ਹੋਵੇ ਤਾਂ ਕੁਝ ਵੀ ਨਾ ਹੋਵੇ। ਕਲਯੁਗ ਦੇ ਅੰਦਰ ਅੰਨਮਯੋ ਕੋਸ਼ ਹੈ, ਅੰਨ ਵਿੱਚ ਹੀ ਪ੍ਰਾਣ ਹੈ, ਅੰਨ ਤੋਂ ਹੀ ਜੀਵ ਦੀ ਉਤਪਤੀ ਹੁੰਦੀ ਹੈ। ਦੇਖੋ ਕਿੰਨੇ ਅਨਰਥ ਦੀ ਗੱਲ ਹੈ। ਇਹ ਜਾਣ ਬੁੱਝ ਕੇ ਇਹ ਸਾਰੀਆਂ ਸਾਜ਼ਿਸ਼ਾਂ ਘੜੀਆਂ ਜਾਂਦੀਆਂ, ਪਹਿਲਾਂ ਵੀ ਘੜੀਆਂ ਜਾਂਦੀਆਂ ਰਹੀਆਂ, ਹੁਣ ਵੀ ਘੜੀਆਂ ਗਈਆਂ ਹਨ। ਜੋ ਆਪ ਜੀ ਦੇ ਸਨਮੁਖ ਹੈ, ਸਾਹਮਣੇ ਹੈ। ਸਾਧ ਸੰਗਤ ਜੀ, ਇੱਕ ਗੱਲ ਦਾ ਸਾਰਿਆਂ ਨੇ ਧਿਆਨ ਰੱਖਣਾ। ਨਿਮਰਤਾ ਸਹਿਤ ਦਾਸ ਵੱਲੋਂ, ਮਿਸਰ ਸ਼ਹੀਦਾਂ ਦਾ ਲਲਹਰੀਆ ਮੇਲਾ ਜਥੇਬੰਦੀ ਵੱਲੋਂ, ਸਮੂਹ ਨਿਹੰਗ ਸਿੰਘ ਜਥੇਬੰਦੀ ਮਹਾਂਪੁਰਸ਼ਾਂ ਵੱਲੋਂ ਬੇਨਤੀ ਹੈ, ਇੱਕ ਗੱਲ ਦਾ ਧਿਆਨ ਰੱਖਣਾ। ਇੱਕ ਤਾਂ ਆਪੋ ਆਪਣੇ ਨਿਸ਼ਾਨ, ਆਪੋ ਆਪਣੇ ਝੰਡੇ, ਆਪੋ ਆਪਣੇ ਬਖਰੇਵੇ ਖਤਮ ਕਰਕੇ ਕਿਸਾਨ ਯੂਨੀਅਨ ਦੇ ਝੰਡੇ ਚੱਡੇ ਇਕੱਠੇ ਹੋ, ਆਪੋ ਆਪਣੇ ਬਖਰੇਵੇ ਛੱਡ ਦਈਏ। ਅੱਜ ਲੋੜ ਹੈ ਇੱਕ ਹੋਣ ਦੀ। ਇਸ ਕਰਕੇ ਦੂਸਰਾ, ਜੋ ਸਾਡੇ ਮੁਖੀ ਸਾਹਿਬਾਨ ਹਨ, ਜੋ ਅੱਜ ਤੱਕ ਜਿਨ੍ਹਾਂ ਨੇ ਇੰਨਾ ਲੰਮਾ ਸੰਘਰਸ਼ ਸ਼ਾਂਤਮਈ ਇਸ ਅੰਦੋਲਨ ਨੂੰ ਰੱਖ ਕੇ ਘਰ ਦੇ 5 ਜੀ ਇਕੱਠੇ ਰੱਖਣੇ, ਹੁਣ ਕਿੰਨਾ ਔਖਾ ਹੈ। ਕਿਸੇ ਦਾ ਕਿਸੇ ਪਾਸੇ ਮੂੰਹ ਹੋ ਜਾਂਦਾ, ਕਿਸੇ ਦਾ ਕਿਸੇ ਪਾਸੇ। ਰਾਜੇਵਾਲ ਸਾਹਿਬ ਬਿਰਾਜਮਾਨ ਹਨ, ਹੋਰ ਲੀਡਰ ਸਾਹਿਬਾਨ ਬਿਰਾਜਮਾਨ ਹਨ। ਜੀਓ ਆਇਆਂ ਨੂੰ, ਸ਼ਾਬਾਸ਼ ਹੈ ਇਹਨਾਂ ਦੇ। ਆਵਾਜ਼ ਦਿੱਤੀ ਸਾਰੀ ਕੌਮ, ਸਾਰਾ ਆਵਾਮ, ਸਾਰੇ ਹਿੰਦੁਸਤਾਨ ਦੇ ਲੋਕ ਨਹੀਂ, ਸਾਰੇ ਦੇਸ਼ਾਂ ਦੇ ਲੋਕ ਉੱਠ ਕੇ ਇਹਨਾਂ ਦੇ ਪਿੱਛੇ ਖੜੇ ਹੋ। ਇੱਕ ਤਾਂ ਇਸ ਗੱਲ ਨੂੰ ਕਾਇਮ ਰੱਖਣਾ, ਕਦੀ ਏਕਤਾ ਨਹੀਂ ਭੰਗ ਹੋਣ ਦੇਣੀ। ਵਿਚਾਰ ਵੱਖੋ ਵੱਖਰੇ ਹੋ ਸਕਦੇ, ਇਹ ਕੁਦਰਤੀ ਗੱਲ ਹੈ। ਛੋਟੇ ਸਿੱਧਾ ਗੁਰੂ ਸਾਹਿਬ ਜੀ ਨੇ, ਇਹ ਕੁਦਰਤੀ ਗੱਲ ਹੈ। ਛੋਟੇ ਸਿੱਧਾ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਵੀ ਲਿਖਿਆ, ਮੇਰੇ ਕਰਤਾ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਪਾਇਆ। ਆਪੋ ਆਪਣੇ ਵਿਚਾਰ, ਆਪੋ ਆਪਣਾ ਰੰਗ ਰੂਪ, ਰਹਿਣੀ ਸਹਿਣੀ ਸੁਭਾਅ ਵੱਖਰਾ ਹੈ, ਪਰ ਨਿਸ਼ਾਨਾ ਇੱਕ ਹੋਣਾ ਚਾਹੀਦਾ ਹੈ। ਜੇ ਸਾਡਾ ਨਿਸ਼ਾਨਾ ਇੱਕ ਹੈ, ਉਹ ਦਿਨ ਦੂਰ ਨਹੀਂ ਜਦੋਂ ਜਿੱਤ ਹੋਵੇਗੀ। ਸੱਚ ਦੀ ਜਿੱਤ ਹੁੰਦੀ ਹੈ। ਸੱਚ ਆ ਨਾ ਬੱਲੇ। ਅਸੀਂ ਕੋਈ ਰਾਜਨੀਤਿਕ ਬੰਦੇ ਨਹੀਂ, ਸਾਡੀ ਕੋਈ ਪੋਲੀਟੀਕਲ ਗੇਮ ਨਹੀਂ। ਅਸੀਂ ਆਪਣੇ ਹੱਕਾਂ ਵਾਸਤੇ, ਚਾਹੇ ਨਿਹੰਗ ਸਿੰਘ ਆ, ਕਿਸਾਨ ਪਹਿਲਾਂ, ਨਿਹੰਗ ਸਿੰਘ ਬਾਅਦ 'ਚ। ਅਸੀਂ ਕਿਸਾਨਾਂ ਦੇ ਘਰ ਜੰਮੇ। ਹੁਣ ਵੀ ਜਿੱਥੇ ਜਿੱਥੇ ਨਿਹੰਗ ਸਿੰਘਾਂ ਦੀਆਂ ਛਾਉਣੀਆਂ, ਦਾਲ ਪੰਥਾਂ ਦੇ ਸਥਾਨ ਆ, ਉੱਥੇ ਅਸੀਂ ਹੱਥੀਂ ਖੇਤੀ ਕਰਦੇ, ਟਰੈਕਟਰ ਚਲਾਉਂਦੇ, ਖੇਤ ਵਾਹੁੰਦੇ ਆ, ਫਸਲਾਂ ਬੀਜਦੇ ਆ, ਵੱਢਦੇ ਆ, ਗੁਰੂ ਕੇ ਲੰਗਰ ਚਲਾਉਂਦੇ 24 ਘੰਟੇ। ਅਸੀਂ ਕਿਸਾਨ ਪਹਿਲਾਂ, ਨਿਹੰਗ ਸਿੰਘ ਬਾਅਦ ਵਿੱਚ। ਸੋ ਇੱਕ ਤਾਂ ਇਸ ਗੱਲ ਦਾ ਖਿਆਲ ਰੱਖੋ ਕਿ ਜਿਹੜੇ ਸਾਡੇ ਮੁਖੀ ਸਾਹਿਬਾਨ ਦੇ ਸਾਰੇ ਅੰਦੋਲਨ ਨੂੰ, ਜਿਨ੍ਹਾਂ ਨੇ ਹੁਣ ਤੱਕ ਸ਼ਾਂਤਮਈ ਤਰੀਕੇ ਨਾਲ ਲਿਆ ਕੇ ਇੱਥੇ ਇਸ ਮੋਰਚੇ ਤੱਕ ਪਹੁੰਚਾਇਆ, ਤੇ ਸਰਕਾਰ ਦੀਆਂ ਨਾਸਾਂ ਬੰਦ ਹੋਈਆਂ, ਸਾਹ ਬੰਦ ਹੋਇਆ, ਕੋਈ ਰਾਹ ਨਹੀਂ ਦਿਸਦਾ। ਕਿਸੇ ਨੇ ਕੰਨੀ ਭੰਨ ਕੇ ਆਸੇ ਪਾਸੇ ਜਾਣ ਦਾ ਯਤਨ ਨਹੀਂ ਕਰਨਾ। ਜਿਸ ਰਸਤੇ ਥਾਣੀ ਨਿਭਾਉਣ ਸਾਡੇ ਆਗੂ ਸਾਹਿਬਾਨ, ਉਸ ਰਸਤੇ ਥਾਣੀ ਸਾਰਿਆਂ ਨੇ ਲੰਘਣਾ। ਜਿਹੜੀ ਉਹ ਆਵਾਜ਼ ਦੇਣ, ਉਹੋ ਹੀ ਆਵਾਜ਼ ਸਾਰਿਆਂ ਨੇ, ਉਹੋ ਹੀ ਬੋਲੀ ਸਾਰਿਆਂ ਨੇ ਬੋਲਣੀ। ਦੂਸਰਾ, ਆਪਸ ਵਿੱਚ ਹੀ ਸ਼ਾਂਤਮਈ ਮੋਰਚੇ ਨੂੰ ਰੱਖਣਾ। ਜਦੋਂ ਮੋਰਚਾ ਕਿਤੇ ਹਿੰਸਕ ਹੋ ਜਾਏ, ਸਰਕਾਰਾਂ ਜੰਗਲ ਕਰਦੀਆਂ, ਸ਼ਾਂਤਮਈ ਮੋਰਚੇ ਦੇ ਮੋਹਰੇ ਉਹਨਾਂ ਦੇ ਹੋਰ ਕੋਈ ਬਾਹ ਪੈਸ਼ ਨਹੀਂ ਚੱਲ
ਕਰਨੀ ਕਿ ਕਿਸੇ ਨੇ ਕਿਸੇ ਤਰ੍ਹਾਂ ਆਪਣੇ ਬੰਦਿਆਂ ਨੂੰ ਵਿੱਚ ਪਾੜ ਕੇ ਕੋਈ ਇਦਾਂ ਦੀ ਤੀਰ ਪਾੜ ਕੇ ਲਾ ਦਿਓ, ਸ਼ਨਾਖਤ ਕਰਾ ਦਿਓ, ਮੋਰਚਾ ਹਿੰਸਕ ਕਰਵਾ ਦਿਓ। ਸਾਡੀ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਕੱਲੇ ਕੱਲੇ ਨੇ ਇਸ ਗੱਲ ਦੀ ਜ਼ਿੰਮੇਵਾਰੀ ਸਮਝ ਕੇ ਇਸ ਗੱਲ ਦਾ ਪੂਰਾ ਧਿਆਨ ਰੱਖਣਾ, ਸ਼ਾਂਤਮਈ ਰਹਿਣਾ। ਜੇ ਕੋਈ ਗੱਲ ਬੋਲ ਵੀ ਜਾਵੇ, ਕਹਿ ਵੀ ਜਾਵੇ, ਫੇਰ ਵੀ ਚੱਲ ਲੈਣਾ, ਧੀਰਜ ਕਰ ਲੈਣਾ ਤੇ ਆਗਿਆ ਵਿੱਚ ਰਹਿਣਾ। ਸੋ ਸਾਧ ਸੰਗਤ ਜੀ, ਦਾਸ ਬਹੁਤਾ ਲੰਮਾ ਸਮਾਂ ਨਾ ਬੋਲੇ। ਤੁਸੀਂ ਬਹੁਤ ਜ਼ਿਆਦਾ ਵਧਾਈ ਦੇ ਪਾਤਰ ਹੋ, ਜਿਨ੍ਹਾਂ ਨੇ ਬਿੱਤੋਂ ਵੱਧ ਦੇਸ਼ ਦੇ ਲਈ ਵਿਦੇਸ਼ ਦੇ ਕੋਨੇ ਕੋਲੋਂ ਜੋ ਸਾਰਿਆਂ ਨੇ ਤਾਲੀ ਕਰਕੇ ਵੀ, ਮਨ ਕਰਕੇ ਵੀ, ਧਨ ਕਰਕੇ ਵੀ ਯੋਗਦਾਨ ਪਾਇਆ ਤੇ ਸੈਂਟਰ ਸਰਕਾਰ ਦੀਆਂ ਅੱਖਾਂ ਖੋਲ ਦਿੱਤੀਆਂ। ਉਹ ਕਹਿੰਦੇ ਸੀ 4 ਦਿਨ ਬਹਿ ਕੇ ਚਲੇ ਜਾਣਗੇ। 4 ਦਿਨ ਹੀ ਸਾਨੂੰ ਭਾਵੇਂ ਸਾਰੀ ਜ਼ਿੰਦਗੀ ਉੱਥੇ ਬੈਠਣਾ ਪਵੇ। ਮੇਰੇ ਬੈਠਣ ਦੀ ਗੱਲ ਨਹੀਂ, ਮੈਂ ਬੇਨਤੀ ਕਰਦਾ, ਸਾਡੇ ਮੁਖੀ ਸਾਹਿਬਾਨ ਬਰਾਜਮਾਨ ਹਨ। ਜੇ ਕਿਤੇ ਸਰੀਰਾਂ ਦੀ ਲੋੜ ਪਵੇ ਨਾ ਤਾਂ ਪਹਿਲਾਂ ਆਪਣੇ ਸੇਵਕਾਂ ਨੂੰ ਸਾਨੂੰ ਹੁਕਮ ਕਰਿਓ, ਅਸੀਂ ਸਭ ਤੋਂ ਮੋਹਰੇ ਹੋਵਾਂਗੇ। ਸੋ ਇਹਦੇ ਹੀ ਸ਼ਬਦਾਂ ਨਾਲ ਦਾਸ ਸਾਰੇ ਪ੍ਰਬੰਧਕ ਵੀਰਾਂ ਦਾ, ਸਤਿਕਾਰਯੋਗ ਆਗੂ ਸਾਹਿਬਾਨਾਂ ਦਾ, ਸਾਰੇ ਮਹਾਂਪੁਰਸ਼ਾਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਦਾਤ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਰਦਾਰ ਬੇਅੰਤ ਸਿੰਘ ਜੀ ਖਿਆਲਾ ਸਾਹਿਬ ਔਰ ਸਾਡੀ ਭੈਣ ਸੋਨੀਆ ਮਾਨ ਪੰਜਾਬੀ ਫਿਲਮ ਜਗਤ ਤੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਬਹੁਤ ਵੱਡੀ ਸੇਵਾ ਕੀਤੀ ਹੈ। ਲੇਕਿਨ ਸਾਨੂੰ ਖੁਸ਼ੀ ਹੈ ਕਿ ਜਦੋਂ ਦਾ ਇਹ ਅੰਦੋਲਨ ਆਰੰਭਿਆ 15 ਅਗਸਤ ਤੋਂ ਲੈ ਕੇ ਲਗਾਤਾਰ ਸਾਡੇ ਨਾਲ ਇਹ ਡਟਵਾਂ ਯੋਗਦਾਨ ਕੀਤਾ, ਚਾਹੇ ਟਿਕਰੀ ਬਾਰਡਰ ਹੈ, ਚਾਹੇ ਸਿੰਘੂ ਬਾਰਡਰ ਹੈ ਤੇ ਚਾਹੇ ਪੰਜਾਬ ਦੇ ਜਿਹੜੇ ਵੱਖ-ਵੱਖ ਇਕੱਠਾਂ 'ਚ। ਇਹਨਾਂ ਸਾਰੀ ਟੀਮ ਵੱਲੋਂ ਸੋਨੀਆ ਮਾਨ ਜੀ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਇਸ ਸੰਯੁਕਤ ਮੋਰਚੇ ਦੇ ਮੰਚ ਤੋਂ ਉਹ ਵੀ ਸਮਾਂ ਕੱਢ ਕੇ ਇਸ ਪ੍ਰੋਗਰਾਮ 'ਚ ਪਹੁੰਚੇ ਆ। ਸੋਨੀਆ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ। ਅਗਲੀ ਬੇਨਤੀ ਹੈ ਸਰਦਾਰ ਬੇਅੰਤ ਸਿੰਘ ਜੀ ਖਿਆਲਾ, ਜਿਹੜੇ ਕਿ ਭਰਾਤਾ ਨੇ ਸ਼ਹੀਦ ਜਨਰਲ ਸਵੇਗ ਸਿੰਘ ਜੀ, ਉਹ 2 ਮਿੰਟ ਲਈ ਮੰਚ ਤੇ ਆਉਣਗੇ। ਉਹਨਾਂ ਤੋਂ ਬਾਅਦ ਸਰਦਾਰ ਹਰਦੀਪ ਸਿੰਘ ਜੀ ਡਿਵਡਵਾ, ਜਿਹੜੇ ਸਤਿਕਾਰਯੋਗ ਦਾਦਾ ਜੀ ਨੇ ਨਵਰੀਤ ਸਿੰਘ ਜੀ ਦੇ, ਉਹ ਮੰਚ ਤੋਂ ਮੁਖਾਤਬ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਸਭ ਤੋਂ ਪਹਿਲਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਮੇਰੇ ਸਗੇ ਮਾਸੜ ਜੀ ਮੇਜਰ ਜਨਰਲ ਸ਼ਬੇਗ ਸਿੰਘ ਦੇ ਸਕੇ ਬ੍ਰਦਰ, ਅੱਜ ਤੁਸੀਂ ਸੋਨੀਆ ਮਾਨ ਨੂੰ ਸਿਰਫ ਇੱਕ ਕਾਮਰੇਡ ਦੀ ਧੀ ਨਾ ਜਾਣਦੇ ਸੀਗੇ। ਅੱਜ ਤੁਹਾਨੂੰ ਆਪਣਾ ਦੂਜਾ ਪੱਖ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਫਾਦਰ ਸਾਹਿਬ ਤੋਂ ਬਾਅਦ ਮੇਰੀ ਜੋ ਪਰਵਰਿਸ਼ ਕੀਤੀ ਹੈ ਔਰ ਜੋ ਮੈਂ ਤੁਹਾਡੇ ਸਾਹਮਣੇ ਸਟੇਜ ਦੇ ਉੱਤੇ ਖੜੀ ਹੋ ਕੇ ਗੱਲ ਕਰ ਰਹੀ ਹਾਂ, ਜੋ ਮੈਂ ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਸੇਵਾ ਕਰ ਰਹੀ ਹਾਂ, ਜੋ ਮੈਨੂੰ ਪਰਵਰਿਸ਼ ਮਿਲੀ ਹੈ ਉਹ ਮੇਰੇ ਮਾਸੜ ਜੀ ਤੋਂ ਮਿਲੀ ਹੈ। ਕਹਿੰਦੇ ਨਾ ਕਿ ਮਾਸੀ ਤੁਹਾਡੀ ਮਾਂ ਦੇ ਬਰਾਬਰ ਹੁੰਦੀ ਹੈ ਤੇ ਮਾਸੜ ਤੁਹਾਡੇ ਪਿਓ ਦੇ ਬਰਾਬਰ ਹੁੰਦਾ ਹੈ। ਸੋ ਸਾਡੇ ਘਰ ਦੇ ਵਿੱਚੋਂ 2 ਕੁਰਬਾਨੀਆਂ ਗਈਆਂ ਸੀਗੀਆਂ ਕਿ ਮੇਰੇ ਫਾਦਰ ਸਾਹਿਬ ਦੀਆਂ ਤੇ ਇੱਕ ਮੇਜਰ ਜਨਰਲ ਸ਼ਬੇਗ ਸਿੰਘ। ਤੁਸੀਂ ਜਾਣਦੇ ਹੋ ਸਿੱਖੀ ਵਾਸਤੇ ਕਿੰਨਾ ਵੱਡਾ ਉਹਨਾਂ ਨੇ ਕੁਰਬਾਨੀ ਦਿੱਤੀ ਸੀਗੀ। ਸੋ ਮੈਂ ਆਪਣੇ ਮਾਸਟਰ ਜੀ ਨੂੰ ਚਾਹੁੰਦੀ ਹਾਂ ਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਸੀਗੀ, ਬਟ ਉਹ ਸਪੈਸ਼ਲੀ ਅੱਜ ਇਸ ਏਕਤਾ ਰੈਲੀ ਦੇ ਉੱਤੇ ਆ ਕੇ ਬੋਲ ਰਹੇ ਨੇ। ਸੋ ਤੁਸੀਂ ਤਾਲੀਆਂ ਦੇ ਨਾਲ ਉਹਨਾਂ ਦਾ ਸਵਾਗਤ ਕਰੋ ਕਿ ਸਾਡੇ ਮੇਜਰ ਜਨਰਲ ਸ਼ਬੇਗ ਸਿੰਘ ਦੇ ਬ੍ਰਦਰ ਅੱਜ ਇਸ ਸਟੇਜ ਦੇ ਉੱਤੇ ਬੋਲ ਰਹੇ ਨੇ। ਸਰਦਾਰ ਬੇਅੰਤ ਸਿੰਘ ਜੀ ਦੇ ਸੰਬੋਧਨ ਤੋਂ ਪਹਿਲਾਂ ਇੱਕ ਜਕਾਰਾ ਛੱਡਾਂਗੇ। ਬੁਲੰਦ ਆਵਾਜ਼ ਨਾਲ ਸਮੁੱਚੀ ਸੰਗਤ ਜਵਾਬ ਦਿਓ, ਬੋਲੇ ਸੋ ਨਿਹਾਲ। ਸਰਦਾਰ ਭਗਤ ਸਿੰਘ ਜੀ ਸ਼ਹੀਦ, ਇਹਨਾਂ ਦੇ ਸਾਥੀ ਰਾਜਗੁਰੂ ਸੁਖਦੇਵ, ਇਹਨਾਂ ਦੇ 90 ਸਾਲ ਦੇ ਸ਼ਹੀਦੀ ਨੂੰ ਅੱਜ ਤੁਸੀਂ ਯਾਦ ਕਰਦੇ ਹੋਏ ਇੱਥੇ ਆਈ ਸਮੂਹ ਸਾਧ ਸੰਗਤ ਜੀ ਆਏ, ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ, ਸਮੂਹ ਜਥੇਬੰਦੀਆਂ ਨੂੰ ਮੇਰੇ ਵੱਲੋਂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦਾਸ ਬਹੁਤ ਭਾਗਾਂ ਵਾਲਾ ਹੈ। ਭਗਤ ਸਿੰਘ ਪਰਿਵਾਰ ਜਿਹੜਾ ਇੱਕ ਬਾਜਪੁਰ ਵੀ ਇਹਨਾਂ ਦੀ ਫਾਰਮ ਹੈ, ਉੱਤਰਾਖੰਡ ਜਨਤਾ ਫਾਰਮ ਦੇ ਨਾਂ ਦੇ ਹੈ। ਮੇਰੇ ਵੀ ਉੱਥੇ ਫਾਰਮ ਹੈ। ਮੈਂ ਬੜਾ ਭਾਗਾਂ ਵਾਲਾ, ਮੈਂ ਮਾਤਾ ਜੀ ਦੇ ਦਰਸ਼ਨ ਕੀਤੇ, ਇਹਨਾਂ ਦੇ ਭਰਾ ਕੁਲਬੀਰ ਸਿੰਘ ਤੇ ਇਹਨਾਂ ਨੂੰ ਮਿਲਿਆ। ਬਹੁਤ ਹੀ ਚੰਗਾ ਪਰ ਜੋ ਗੱਲਾਂ ਜੋ ਭਗਤ ਸਿੰਘ ਬਾਰੇ ਉਹਨਾਂ ਦੇ ਪਰਿਵਾਰ ਕੋਲੋਂ ਸੁਣੀਏ, ਮਤਲਬ ਕਿ ਉੱਠਣ ਨੂੰ ਦਿਲ ਨਹੀਂ ਕਰਦਾ। ਜੋ ਸ਼ਹੀਦੀ ਬਾਰੇ ਜਾਂ ਜਿੱਦਾਂ ਉਹ ਜੁੱਤ ਨਾਲ
ਤਰੀਕਾਂ ਦੇ ਜਾਂਦੇ ਸੀ, ਬੜਾ ਮਜ਼ਾ ਆਉਂਦਾ ਸੀ। ਅੱਜ ਉਹਨਾਂ ਦੀ ਸ਼ਹੀਦੀ ਵਿੱਚ ਇਕੱਠੇ ਹੋ ਕੇ ਉਹਨਾਂ ਨੂੰ ਸਰਬਤ ਸਾਧ ਸੰਗਤ ਜੀ ਆਏ ਜੇ। ਜਿਹੜੀ ਸੈਂਟਰ ਸਰਕਾਰ ਆ ਉਹਨੇ ਅੱਜ ਤੱਕ ਸ਼ਹੀਦੀ ਦਾ ਉਹਨਾਂ ਨੂੰ ਖਿਤਾਬ ਨਹੀਂ ਦਿੱਤਾ, ਉਹਨਾਂ ਦੇ ਸ਼ਹੀਦ ਨਹੀਂ ਮੰਨਦੇ ਅੱਜ ਤੱਕ, ਨਾ ਪਹਿਲਾਂ ਤੋਂ ਹੀ। ਇਹ ਬੜੇ ਹੀ ਡੂੰਘੀ ਸਾਜ਼ਿਸ਼ ਦੇ ਅਧੀਨ ਹੀ ਸਭ ਕੁਝ। ਜਦੋਂ 47 ਦੀ ਵੰਡ ਹੁੰਦੀ ਆ ਉਸ ਟਾਈਮ ਤੇ ਸਿਰਫ ਬੰਗਾਲ ਤੇ ਪੰਜਾਬ ਦੇ 2 ਟੋਟੇ ਕੀਤੇ ਗਏ ਆ, ਬਾਕੀ ਸਾਰੇ ਸੂਬੇ ਉਹਦਾ ਰੱਖੇ ਆ ਕਿ ਉੱਥੇ ਸੁਭਾਸ਼ ਚੰਦਰ ਬੋਸ ਸੀ, ਇੱਥੇ ਪੰਜਾਬ 'ਚ ਸਰਦਾਰ ਭਗਤ ਸਿੰਘ, ਉਹਨਾਂ ਦੇ ਸਾਥੀ ਰਾਜਗੁਰੂ ਸੁਖਦੇਵ। ਇਹਨਾਂ ਨੂੰ ਸਿਰਫ ਦੋਵੇਂ ਸਟੇਟਾਂ ਤੋਂ ਤਾਂ ਇਹਨਾਂ ਨਾਸ ਕੀਤਾ ਜੋ ਅੱਜ ਤੱਕ ਕਰਦੇ ਆਉਂਦੇ ਨੇ। ਬਹੁਤ ਹੀ ਨੁਕਸਾਨ ਇਹਨਾਂ ਦੋਵਾਂ ਦਾ ਕੀਤਾ। ਉਧਰ ਬੰਗਲਾਦੇਸ਼ ਬਣ ਗਿਆ ਔਰ ਇੱਧਰ ਪੰਜਾਬ ਦੇ 2 ਟੋਟੇ ਕਰ ਗਏ ਔਰ ਹੋਰ ਕਰਨ ਵਜੇ ਫਿਰਦੇ ਨੇ। ਚਲੋ ਇਹਨੇ ਛੱਡੋ, ਅਸੀਂ ਸਾਰੇ ਇਕੱਠੇ ਹੋ ਕੇ ਅੱਜ ਆਪਣੇ ਸੰਘਰਸ਼ ਲਈ, ਆਪਣੇ ਬੱਚਿਆਂ ਲਈ ਜਿਹੜੇ ਅਸੀਂ ਲੜਾਈ ਲੜ ਰਹੇ ਹਾਂ, ਉਹਦੇ ਵਿੱਚ ਕਿਸਾਨ ਜਥੇਬੰਦੀਆਂ ਜਿੰਨੀਆਂ ਨੇ, ਅਸੀਂ ਸਾਨੂੰ ਚਾਹੀਦਾ ਉਹਨਾਂ ਰੱਜ ਕੇ ਸਾਥ ਦੇਣਾ, ਹਮੇਸ਼ਾ ਨਾਲ ਉਹਨਾਂ ਦੇ ਖੜੇ ਰਹਿਣਾ। ਜੇ ਤੁਹਾਡਾ ਸਹਿਯੋਗ ਹੋਏਗਾ ਇਹ ਵੀ ਮਜ਼ਬੂਤ ਰਹਿਣਗੇ ਤੇ ਅਸੀਂ ਮਜ਼ਬੂਤ ਹਾਂ। ਇਹ ਜਿਹੜਾ ਕਿਸਾਨੀ ਆ ਇਹ ਕਾਰੋਬਾਰ ਨਹੀਂ ਸਾਡਾ ਇਹ ਕਿੱਤਾ ਨਹੀਂ ਗਾ, ਸਾਡੀ ਇਹ ਜਾਨ ਆ। ਜਿਹੜੇ ਇਹਨਾਂ ਨੇ ਕਾਲੇ ਕਾਨੂੰਨ ਕਰਾਏ ਸਾਡੇ ਔਲਾਦ ਲਈ ਕਾਲੇ ਵਾਰੰਟ ਨੇ, ਮੌਤ ਦੇ ਵਾਰੰਟ ਨੇ। ਇਸ ਕਰਕੇ ਇਹਨੂੰ ਬਚਣ ਲਈ ਸਾਨੂੰ ਇਹ ਇਕੱਠ ਰੱਖਣਾ ਚਾਹੀਦਾ। ਆਪਣੇ ਮਜ਼ਹਬ ਛੱਡ ਕੇ ਕਿਸਾਨ ਮਜ਼ਦੂਰ ਏਕਤਾ ਦੇ ਜਿਹੜੇ ਜਥੇਦਾਰ ਨੇ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਦੇਣਾ ਚਾਹੀਦਾ, ਇਕੱਠੇ ਰਹਿਣਾ ਚਾਹੀਦਾ। ਕਿਉਂ ਇਹਨਾਂ ਦੀਆਂ ਬਹੁਤ ਜਿਹੜੀਆਂ ਕੁਝੀਆਂ ਨੀਤੀਆਂ ਨੇ ਇਹਨਾਂ ਦੇ ਵਿੱਚ ਸਾਨੂੰ ਫਰਕ ਪਾ ਕੇ ਲੜਾਈ ਝਗੜਾ ਕਰਕੇ ਅਤੇ ਇਹਨੂੰ ਡੈਮੇਜ ਕਰਨੀਆਂ ਚਾਹੁੰਦੀਆਂ। ਇਹ ਕਰਕੇ ਸਾਡੀ ਜਿਹੜੀ ਆਪਣੀਆਂ ਮਾੜੀਆਂ ਮੋਟੀਆਂ ਰੰਜਿਸ਼ ਨੇ ਪੂਰੇ ਸਾਡੇ ਵੱਡੇ ਸਾਹਿਬ ਨਸੀਬ ਬੈਠੇ ਨੇ, ਪੜ੍ਹੇ ਲਿਖੇ ਨੇ, ਜੋ ਸਾਡੇ ਜੇ ਉਹ ਫੈਸਲਾ ਹੋ ਜੂਗਾ ਇਹ ਵੀ ਉਹ ਵੇਸ ਕਰਕੇ ਪਲੀਜ਼ ਇਹਨਾਂ ਦਾ ਸਾਥ ਦਈਏ। ਔਰ ਸੈਕਿੰਡ, ਜਦੋਂ ਸ਼ਹੀਦ ਭਗਤ ਸਿੰਘ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਇਹ ਹੋ ਕਿ ਜਦੋਂ ਅਸੀਂ ਇਲੈਕਸ਼ਨ ਦੇ ਵਿੱਚ ਸ਼ਰਾਬਾਂ ਪੀ ਕੇ ਜਾ ਕੇ ਵੋਟਾਂ ਪਾਉਂਦੇ ਹਾਂ, ਇਹ ਕੰਮ ਛੱਡ ਕੇ ਇਹਨਾਂ ਨੂੰ ਯਾਦ ਕਰੀਏ। ਰਾਜਗੁਰੂ ਸੁਖਦੇਵ, ਸ਼ਹੀਦ ਭਗਤ ਸਿੰਘ ਨੂੰ ਯਾਦ ਕਰਕੇ ਵੋਟ ਪਾਓਗੇ ਤੇ ਸਾਡੇ ਮੁਲਕ ਦਾ ਇਹ ਬੁਰਾ ਹਾਲ ਨਹੀਂ ਹੋਊਗਾ ਜਿਹੜਾ ਇਹਨਾਂ ਬੇੜਾ ਗਰ ਕਰਦਾ ਡੋਬ ਦਿੱਤਾ ਹੈ। ਇਹ ਤੋਂ ਅਸੀਂ ਬਚ ਸਕਦੇ ਹਾਂ। ਬਸ ਇਹਨਾਂ ਕਹਿੰਦਾ ਆ ਸਭ ਕੋਲ ਮੈਂ ਆਸ ਰੱਖਦਾ ਕਿ ਇਹਨਾਂ ਦੇ ਕਹਿ ਮੁਤਾਬਕ ਚੱਲੋ, ਇਹਨਾਂ ਦੀ ਮਦਦ ਕਰੋ, ਇਹਨਾਂ ਦੇ ਨਾਲ ਇਹਨਾਂ ਦਾ ਸਾਥ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਚ ਤੇ ਵਿਰਾਜਮਾਨ ਪੰਚਲੀ ਮਾਇਆ ਰਾਜ ਹਸਤੀਆਂ ਔਰ ਸਾਹਮਣੇ ਪੰਡਾਲ ਵਿੱਚ ਬੈਠੇ ਮੇਰੇ ਕਿਸਾਨ ਵੀਰੋ, ਨੌਜਵਾਨ ਬੱਚਿਓ, ਮੇਰੀਆਂ ਮਾਤਾਓ, ਭੈਣੋਂ ਤੇ ਬੱਚਿਓ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਜਿਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਕੱਠੇ ਹੋਏ ਹਾਂ, ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਇੱਕ ਬਹੁਤ ਵੱਡਾ ਅੰਦੋਲਨ ਜਿਹੜਾ ਪੰਜਾਬ ਦੀ ਧਰਤੀ ਤੋਂ ਉੱਠਿਆ ਔਰ ਦਿੱਲੀ ਦੇ ਬਾਰਡਰਾਂ 'ਤੇ ਬਹਿ ਗਿਆ ਜਾ, ਜਿਸ ਨੂੰ ਅੱਜ ਪੂਰਾ ਦੇਸ਼ ਨਹੀਂ ਪੂਰੀ ਦੁਨੀਆ ਬੜੀ ਉਮੀਦ ਦੀਆਂ ਨਜ਼ਰਾਂ ਵਿੱਚ ਵੇਖਦੀ। ਤੁਸੀਂ ਸਾਰੇ ਜਾਣਦੇ ਹੋ 26 ਜਨਵਰੀ ਦੇ ਦਿਨ ਟਰੈਕਟਰ ਪਰੇਡ ਦੌਰਾਨ ਮੇਰਾ ਪੁੱਤਰਾ ਸਰਦਾਰ ਨਵਨੀਤ ਸਿੰਘ ਸ਼ਹੀਦ ਹੋ ਗਿਆ ਸੀ ਔਰ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਮੋਰਚੇ ਦੇ ਵਿੱਚ ਬਹੁਤ ਵੱਡੀ ਨਿਰਾਸ਼ਾ, ਉਦਾਸੀ ਔਰ ਬਿਖਰਾਵ ਸਾਨੂੰ ਵੇਖਣ ਨੂੰ ਮਿਲਿਆ। ਇੱਕ ਬੰਨੇ ਪਰਿਵਾਰ ਨਵੀਰ ਦੀ ਸ਼ਹਾਦਤ ਦੇ ਗਮ ਵਿੱਚ ਡੁੱਬਾ ਹੋਇਆ ਸੀ, ਦੂਜੇ ਬੰਨੇ ਮੋਰਚੇ ਤੋਂ ਆਉਣ ਵਾਲੀਆਂ ਖਬਰਾਂ ਹੋਰ ਵੀ ਚਿੰਤਾਜਨਕ ਸੀ। ਇੰਝ ਲੱਗਦਾ ਸੀ ਕਿ ਮੋਰਚਾ ਬਹੁਤ ਛੇਤੀ ਜਿਹੜਾ ਹੈ ਬਿਨਾਂ ਕੁਝ ਹਾਸਲ ਕੀਤੇ ਉਜਾੜ ਦਿੱਤਾ ਜਾਏਗਾ। ਮੈਂ ਉਸ ਸਮੇਂ ਫੈਸਲਾ ਕਰਨਾ ਸੀ ਕਿ ਮੈਂ ਇਤਿਹਾਸ ਨਾਲ ਖੜੇ ਹੋਣਾ ਹੈ ਜਾਂ ਆਪਣੇ ਪਰਿਵਾਰ ਦੇ ਗਮ ਨਾਲ ਖੜੇ ਹੋਣਾ। ਮੈਂ ਫੈਸਲਾ ਕੀਤਾ ਨਵਰੀਤ ਦੀ ਸ਼ਹਾਦਤ ਜਾਂ ਇਸ ਤੋਂ ਇਲਾਵਾ ਜੋ 300 ਹੋਰ ਸ਼ਹੀਦ ਹੋਏ ਨੇ ਜਾਂ ਜਿਨ੍ਹਾਂ ਨੇ ਲੰਮਾ ਸਮਾਂ 4 ਮਹੀਨੇ ਠੰਡੀਆਂ ਰਾਤਾਂ ਵਿੱਚ ਬੈਠ ਕੇ ਸੜਕਾਂ 'ਤੇ ਤਪ ਕੀਤਾ ਹੈ, ਜਾਂ ਨੌਜਵਾਨਾਂ ਨੇ ਜਿੰਨੇ ਐਫਰਟਸ ਕੀਤੇ ਨੇ ਇਸ ਮੋਰਚੇ ਨੂੰ ਮਜ਼ਬੂਤੀ ਦੇਣ ਵਾਸਤੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਡੇ ਪੰਜਾਬੀਆਂ ਨੇ, ਖਾਸ ਕਰ ਸਿੱਖਾਂ ਨੇ ਆਪਣੀ ਜ਼ਿੰਦਗੀ ਦਾ ਸਾਰਾ ਸਰਮਾਇਆ ਇਸ ਮੋਰਚੇ ਲਈ ਅਰਪਿਤ ਕੀਤਾ ਹੈ ਕਿ ਅਸੀਂ ਬਿਨਾਂ ਕੁਛ ਪ੍ਰਾਪਤ ਕੀਤੇ ਵਾਪਸ ਪਰਤ ਜਾਵਾਂਗੇ। ਅਤੇ ਫਿਰ ਅਸੀਂ ਸਾਰੇ ਐਫਰਟਸ, ਸਾਰੀਆਂ ਸ਼ਹਾਦਤਾਂ
ਕਿਸ ਖਾਤੇ ਵਿੱਚ ਪਾਵਾਂਗੇ। ਇਸ ਲਈ ਮੈਂ ਆਪਣੇ ਉਸ ਗਮ 'ਚੋਂ ਬਹੁਤ ਛੇਤੀ ਬਾਹਰ ਆ ਕੇ ਇਸ ਮੋਰਚੇ ਨੂੰ ਸੰਭਾਲਣ ਵਿੱਚ ਲੱਗ ਗਿਆ। ਅਸੀਂ ਮੋਰਚੇ ਵਿੱਚ ਮੈਂ ਪਰਤ ਕੇ ਸਭ ਤੋਂ ਪਹਿਲਾਂ ਮੋਰਚੇ ਦੇ ਆਗੂਆਂ ਨਾਲ ਵੱਖ-ਵੱਖ ਗੱਲਾਂ ਕੀਤੀਆਂ, ਮੀਟਿੰਗਾਂ ਕੀਤੀਆਂ। ਉੱਥੇ ਸੇਵਾ ਕਰ ਰਹੀਆਂ ਸਾਰੀਆਂ ਸੰਪਰਦਾਵਾਂ ਨਾਲ ਮੀਟਿੰਗਾਂ ਕੀਤੀਆਂ, ਧਾਰਮਿਕ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ। ਉੱਥੇ ਇੱਕ ਨੈਰੇਟਿਵ ਸਿਰਜਿਆ ਗਿਆ ਸੀ ਕਿ ਉੱਥੇ ਦੋ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਹਨ। ਇੱਕ ਪੰਥਕ ਵਿਚਾਰਧਾਰਾ ਹੈ, ਇੱਕ ਕਾਮਰੇਡੀ ਵਿਚਾਰਧਾਰਾ ਹੈ। ਪੰਥਕ ਵਿਚਾਰਧਾਰਾ ਆਪਣਾ ਏਜੰਡਾ ਇੱਥੇ ਥੋਪਣਾ ਚਾਹੁੰਦੀਆਂ ਹਨ, ਕਿਸਾਨੀ ਸੰਘਰਸ਼ ਨੂੰ ਆਪਣੇ ਏਜੰਡੇ ਨਾਲ ਚਲਾਉਣਾ ਚਾਹੁੰਦੇ, ਔਰ ਦੂਜੇ ਬੰਨੇ ਕਾਮਰੇਡ ਵਿਚਾਰਧਾਰਾ ਵਾਲੇ ਆਪਣਾ ਏਜੰਡਾ ਸੌਂਪਣਾ ਚਾਹੁੰਦੇ ਹਨ, ਆਪਣੇ ਤਰੀਕੇ ਨਾਲ ਇਸ ਅੰਦੋਲਨ ਨੂੰ ਚਲਾਉਣਾ। ਸਭ ਤੋਂ ਪਹਿਲਾਂ ਅਸੀਂ ਇਸ ਨੈਰੇਟਿਵ ਨੂੰ ਮੁਖਾਤਬ ਹੋਏ ਔਰ 7 ਮਾਰਚ ਨੂੰ ਅਸੀਂ ਸਿੰਘੂ ਵਾਰਡ 'ਤੇ ਇੱਕ ਅਰਦਾਸ ਕੀਤੀ, ਜਿਸ ਵਿੱਚ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ, ਜਿਹਦੇ ਵਿੱਚ ਪੰਥਕ ਧਿਰਾਂ, ਨੌਜਵਾਨ ਧਿਰਾਂ, ਸਾਡੀਆਂ ਕਾਰ ਸੇਵਾ ਵਾਲੀਆਂ, ਨਿਹੰਗ ਸਿੰਘ ਜਥੇਬੰਦੀਆਂ ਔਰ ਦੂਜੇ ਬੰਨੇ ਕਾਮਰੇਡ ਜਥੇਬੰਦੀਆਂ ਵੀ ਉਸ ਸਮਾਗਮ ਵਿੱਚ ਸ਼ਾਮਲ ਹੋਈਆਂ। ਅਸੀਂ ਆਪਣੇ ਵੱਲੋਂ ਸਾਫ਼ ਕੀਤਾ ਕਿ ਪੰਥਕ ਧਿਰਾਂ ਸਿਰਫ ਸਹਿਯੋਗੀ ਦੇ ਰੂਪ ਵਿੱਚ ਨਾਲ ਖੜੀਆਂ ਹਨ, ਸਾਡਾ ਕੋਈ ਵੱਖਰਾ ਏਜੰਡਾ ਨਹੀਂ ਹੈ। ਏਜੰਡਾ ਕਿਸਾਨ ਜਥੇਬੰਦੀਆਂ ਹਨ ਦਾ ਹੈ, ਜਿਨ੍ਹਾਂ ਨੂੰ ਲਾਗੂ ਕਰਾਉਣ ਵਾਸਤੇ ਅਸੀਂ ਸਹਿਯੋਗੀ ਹਾਂ। ਸਾਡੇ ਤੋਂ ਬਾਅਦ ਕਾਮਰੇਡ ਜਥੇਬੰਦੀਆਂ ਦੇ ਮੁਖੀ ਡਾਕਟਰ ਦਰਸ਼ਨਪਾਲ ਨੇ ਆਪਣੇ ਵੱਲੋਂ 2 ਕਦਮ ਅੱਗੇ ਵੱਧ ਕੇ ਕਿਹਾ ਕਿ ਇਸ ਮੋਰਚੇ ਦੇ ਸੰਘਰਸ਼ ਦੀ ਰੀੜ੍ਹ ਦੀ ਹੱਡੀ ਹੈ ਪੰਜਾਬ ਦਾ ਸਿੱਖ ਕਿਸਾਨ, ਔਰ ਜੇ ਮੈਂ ਕਹਾਂ ਕਿ ਉਸ ਦੀ ਰੀੜ੍ਹ ਦੀ ਹੱਡੀ 'ਤੇ ਟਿਕਿਆ ਹੋਇਆ ਸਿਰ ਹੈ, ਉਹ ਵੀ ਪੰਜਾਬ ਦਾ ਸਿੱਖ ਕਿਸਾਨ ਹੈ। ਜਦੋਂ ਇਹੋ ਜਿਹੇ ਵਿਚਾਰ ਪ੍ਰਗਟ ਹੋਏ, ਆਪਸੀ ਵਿਖਰਿਆਵੇਂ ਲਗਭਗ ਖਤਮ ਹੋ ਗਏ ਸੀ, ਔਰ ਉਸ ਤੋਂ ਬਾਅਦ ਤੁਸੀਂ ਸਾਰੇ ਜਾਣਦੇ ਹੋ ਕਿ ਵੱਡੀ ਪੋਜ਼ੀਟਿਵਿਟੀ ਹੈ ਇਸ ਸੰਘਰਸ਼ ਦੇ ਵਿੱਚ। ਸਾਰੀਆਂ ਜਥੇਬੰਦੀਆਂ ਇੱਕ ਦੂਜੇ ਨਾਲ ਮਿਲ ਬੈਠ ਕੇ ਪ੍ਰੋਗਰਾਮ ਬਣਾਉਂਦੀਆਂ ਹਨ ਔਰ ਮੋਰਚੇ ਨੂੰ ਕਾਮਯਾਬ ਕਰਨ ਵਾਸਤੇ ਸਾਰੀਆਂ ਸਕੀਮਾਂ ਬਣਾਉਂਦੀਆਂ ਹਨ। ਹੁਣ ਸਾਡੇ ਸਾਹਮਣੇ ਦੂਜੀ ਵੱਡੀ ਚੁਣੌਤੀ ਸੀ ਕਿ ਜਿਹੜਾ ਇਹ ਨੈਰੇਟਿਵ ਸੀ ਕਿ ਨੌਜਵਾਨ ਮੋਰਚੇ ਦੇ ਆਗੂਆਂ ਨਾਲ ਨਾਰਾਜ਼ ਹੋ ਕੇ ਵਾਪਸ ਪਰਤ ਗਿਆ ਹੈ ਔਰ ਉਹ ਮੋਰਚੇ ਨਾਲੋਂ ਆਪਣੇ ਆਪ ਨੂੰ ਅਲੱਗ ਮਹਿਸੂਸ ਕਰਦਾ ਹੈ, ਔਰ ਉਹਨਾਂ ਦੀਆਂ ਨਾਰਾਜ਼ਗੀਆਂ ਹਨ ਮੋਰਚੇ ਦੇ ਆਗੂਆਂ ਨਾਲ। ਫਿਰ ਅਸੀਂ ਨੌਜਵਾਨਾਂ ਨਾਲ ਮੀਟਿੰਗਾਂ ਕੀਤੀਆਂ, ਉਹਨਾਂ ਨੂੰ ਮੁਖਾਤਬ ਹੋਏ ਔਰ ਉਹਨਾਂ ਨੇ ਇੱਕ ਬਹੁਤ ਵੱਡਾ ਇਕੱਠ ਕਰਕੇ ਮਹਾਰਾਜ ਤੋਂ ਜੋ ਸੁਨੇਹਾ ਦਿੱਤਾ, ਉਸਨੇ ਸਾਡੇ ਹੌਸਲੇ ਮਜ਼ਬੂਤ ਕੀਤੇ। ਨੌਜਵਾਨਾਂ ਨੇ ਜਿਸ ਜ਼ਿੰਮੇਵਾਰੀ ਦਾ ਅਹਿਸਾਸ ਸਾਨੂੰ ਉਸ ਮਹਾਰਾਜ ਦੀ ਰੈਲੀ 'ਚੋਂ ਕਰਾਇਆ, ਅਸੀਂ ਆਪਣੇ ਕਦਮ ਬਹੁਤ ਤੇਜ਼ੀ ਨਾਲ ਅੱਗੇ ਵਧਾਏ। ਨੌਜਵਾਨਾਂ ਨੇ ਕਿਹਾ ਕਿ ਅਸੀਂ ਕੱਲ੍ਹ ਵੀ ਮੋਰਚੇ ਨਾਲ ਸੀ, ਅੱਜ ਵੀ ਮੋਰਚੇ ਨਾਲ ਹਾਂ, ਅਸੀਂ ਆਪਣੀ ਬਾਪੂਆਂ ਦੀ ਪਿੱਠ ਪਿੱਛੇ ਕੰਧ ਵਾਂਗ ਖੜੇ ਹਾਂ। ਔਰ ਉਸ ਤੋਂ ਬਾਅਦ ਅਸੀਂ ਮੋਰਚੇ ਦੀ ਅਗਵਾਈ ਕਰਨ ਵਾਲੀਆਂ ਜਥੇਬੰਦੀਆਂ ਨਾਲ ਨੌਜਵਾਨਾਂ ਦਾ ਪੱਖ ਰੱਖਿਆ ਔਰ ਸਾਰੇ ਪੱਖ ਸੁਣਨ ਤੋਂ ਬਾਅਦ ਜਿਸ ਤਰ੍ਹਾਂ ਦਾ ਹੁੰਗਾਰਾ ਸਾਨੂੰ ਲੜ ਰਹੀਆਂ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਵੱਲੋਂ ਮਿਲਿਆ, ਅਸੀਂ ਉਸ ਨੂੰ ਹੁਣ ਅਮਲੀ ਰੂਪ ਦੇਣ ਜਾ ਰਹੇ ਹਾਂ। 25 ਮਾਰਚ ਨੂੰ ਅਸੀਂ ਇੱਕ ਬਹੁਤ ਵੱਡਾ ਮਾਰਚ ਮੋਗੇ ਤੋਂ ਲੈ ਕੇ ਚੱਲਣਾ ਹੈ ਨੌਜਵਾਨਾਂ ਦਾ, ਜਿਸ ਦਾ ਨਾਂ ਹੈ ਨੌਜਵਾਨ ਕਿਸਾਨ ਮੋਰਚਾ ਇਕਜੁੱਟਤਾ ਮਾਰਚ, ਜਿਹੜਾ ਨਵਦੀਪ ਦੀ ਸ਼ਹਾਦਤ ਨੂੰ ਸਮਰਪਿਤ ਹੈ। ਮੇਰੀ ਆਪ ਸਾਰਿਆਂ ਨੌਜਵਾਨਾਂ ਨੂੰ ਅਪੀਲ ਹੈ, ਕਿਸਾਨਾਂ ਨੂੰ ਅਪੀਲ ਹੈ, ਕਿਸਾਨ ਜਥੇਬੰਦੀਆਂ ਨੂੰ ਅਪੀਲ ਹੈ ਕਿ ਤੁਸੀਂ ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਇਸ ਮਾਰਚ ਵਿੱਚ ਸ਼ਮੂਲੀਅਤ ਕਰਨੀ ਹੈ। ਇਹ ਮਾਰਚ ਜਦੋਂ ਅਸੀਂ ਸਿੰਘੂ ਬਾਰਡਰ ਲੈ ਕੇ ਪਹੁੰਚਣਾ, ਅਸੀਂ 2 ਸੁਨੇਹਾ ਦੇਣੇ ਹਨ। ਇੱਕ ਆਪਣੇ ਮੋਰਚੇ ਦੇ ਆਗੂਆਂ ਨੂੰ ਸੁਨੇਹਾ ਦੇਣਾ ਹੈ ਕਿ ਸਾਰਾ ਪੰਜਾਬ ਨਹੀਂ, ਸਾਰਾ ਦੇਸ਼, ਸਾਰੇ ਦੇਸ਼ ਦੀ ਜਵਾਨੀ ਤੁਹਾਡੀ ਕੰਧ ਪਿੱਛੇ ਖੜੀ ਹੈ, ਤੁਸੀਂ ਕਿਸੇ ਤਰ੍ਹਾਂ ਦੀ ਕਮਜ਼ੋਰੀ ਮਹਿਸੂਸ ਨਹੀਂ ਕਰਨੀ। ਜਿਸ ਤਰ੍ਹਾਂ ਪਹਿਲਾਂ 12 ਮੀਟਿੰਗਾਂ ਵਿੱਚ ਤੁਸੀਂ ਸਰਕਾਰ ਨੂੰ ਬੈਕਫੁੱਟ 'ਤੇ ਰੱਖਿਆ ਹੈ, ਸਾਨੂੰ ਟੇਬਲ 'ਤੇ ਜਿਤਾਇਆ, ਅਸੀਂ ਉਮੀਦ ਕਰਦੇ ਹਾਂ ਤੁਸੀਂ ਉਸੇ ਊਰਜਾ ਨਾਲ ਅਗਲੀਆਂ ਮੀਟਿੰਗਾਂ ਵਿੱਚ ਲੜਾਓਗੇ ਔਰ ਜਿੱਤ ਕੇ ਆਓਗੇ। ਔਰ ਦੂਸਰਾ ਸੁਨੇਹਾ ਅਸੀਂ ਮੋਰਚੇ ਦੇ ਦੁਸ਼ਮਣਾਂ ਨੂੰ ਦੇਣਾ ਹੈ, ਜਿਹੜੇ ਸਮਝ ਬੈਠੇ ਸੀ ਕਿ ਮੋਰਚੇ ਦੇ ਆਗੂ ਅਲੱਗ-ਥਲੱਗ ਪੈ ਗਏ ਹਨ, ਕਿਸਾਨ ਨਿਰਾਸ਼ ਹੋ ਕੇ ਵਾਪਸ ਮੁੜ ਗਿਆ ਹੈ, ਨੌਜਵਾਨ ਨਾਰਾਜ਼ ਹੋ ਕੇ ਵਾਪਸ ਪਰਤ ਗਿਆ ਹੈ। ਅਸੀਂ ਉਹਨਾਂ ਨੂੰ ਸੁਣਾ ਦੇਣਾ ਹੈ ਕਿ ਅੱਜ ਫਿਰ ਉਸੇ ਤਰ੍ਹਾਂ ਪੰਜਾਬ ਦਾ ਨਹੀਂ, ਦੇਸ਼ ਦਾ ਨੌਜਵਾਨ ਕਿਸਾਨ ਜਥੇਬੰਦੀਆਂ ਦੀ ਪਿੱਠ 'ਤੇ ਉਸੇ ਸ਼ਿੱਦਤ ਨਾਲ ਖੜਾ ਹੈ, ਉਸੇ ਮਜ਼ਬੂਤੀ ਨਾਲ ਖੜਾ ਹੈ। ਔਰ ਤੁਸੀਂ ਜੇ ਸਮਝਦੇ ਹੋ ਕਿ ਕਿਸਾਨ ਜਥੇਬੰਦੀਆਂ ਨੂੰ ਕਮਜ਼ੋਰ ਸਮਝ ਕੇ ਕੋਈ ਆਪਣਾ ਏਜੰਡਾ ਉਹਨਾਂ ਦੇ ਸਿਰ ਥੋਪੋਗੇ, ਤੇ ਅਸੀਂ ਇਹ ਚੱਲਣ ਨਹੀਂ ਦੇਵਾਂਗੇ। ਅਸੀਂ 3 ਕਾਨੂੰਨ ਰੱਦ ਕਰਵਾਉਣੇ ਹਨ ਔਰ MSP 'ਤੇ ਗਰੰਟੀ ਲੈਣੀ ਹੈ, ਔਰ ਸਾਨੂੰ ਯਕੀਨ ਹੈ ਕਿ ਸਾਡੇ ਜਥੇਬੰਦੀਆਂ ਦੀ ਅਗਵਾਈ ਕਰ ਰਹੇ ਆਗੂ ਸਾਨੂੰ ਇਹ ਜੇ ਵਾਅਦੇ ਜਿਹੜੇ ਇਹਨਾਂ ਨੇ ਕੀਤੇ ਹੈ ਉਹ ਪੂਰੇ ਕਰਕੇ ਦੇਣਗੇ ਔਰ ਅਸੀਂ ਬਹੁਤ ਛੇਤੀ ਜਿੱਤ ਪ੍ਰਾਪਤ ਕਰਾਵਾਂਗੇ। ਮੈਂ ਇੱਕ ਵਾਰ ਫਿਰ 25 ਮਾਰਚ ਦੇ ਪ੍ਰੋਗਰਾਮ ਵਾਸਤੇ ਸਾਰੇ ਨੌਜਵਾਨਾਂ ਨੂੰ, ਸਾਰੀਆਂ ਬੀਬੀਆਂ, ਭੈਣਾਂ ਨੂੰ, ਵੀਰਾਂ ਨੂੰ ਔਰ ਕਿਸਾਨਾਂ ਨੂੰ ਬੇਨਤੀ ਕਰਦਾ ਹਾਂ ਕਿ 25 ਮਾਰਚ ਨੂੰ ਸਵੇਰੇ 10 ਵਜੇ ਤੋਂ ਅਸੀਂ ਮੋਗੇ ਤੋਂ ਮਾਰਚ ਸਟਾਰਟ ਕਰਨਾ ਹੈ। ਕੱਲ੍ਹ ਨੂੰ ਨਵਰੀਤ ਦਾ ਭੋਗ ਹੈ ਸ੍ਰੀ ਅਕਾਲ ਤਖਤ ਸਾਹਿਬ 'ਤੇ, ਉੱਥੇ ਅਸੀਂ ਅਰਦਾਸ ਕਰਨੀ ਹੈ
ਉਸ ਅਰਦਾਸ ਤੋਂ ਬਾਅਦ ਸੰਕੇਤਿਕ ਰੂਪ ਤੇ ਮਾਰਚ ਆਰੰਭ ਹੋ ਜਾਏਗਾ, ਪਰ ਅਸਲ ਰੂਪ ਵਿੱਚ ਅਸੀਂ ਮੋਗੇ ਤੋਂ ਮਾਰਚ ਆਰੰਭ ਕਰਨਾ ਹੈ। ਸਾਰਿਆਂ ਨੇ ਤੁਸੀਂ ਵੱਡੀ ਗਿਣਤੀ ਵਿੱਚ ਉਸ ਮਾਰਚ ਵਿੱਚ ਸ਼ਾਮਲ ਹੋ ਕੇ ਇਸ ਮੋਰਚੇ ਨੂੰ ਮਜ਼ਬੂਤੀ ਦੇਣੀ ਹੈ, ਤਾਂ ਕਿ ਅਸੀਂ ਬਹੁਤ ਜਲਦ ਆਪਣੀਆਂ ਜਿੱਤਾਂ ਪ੍ਰਾਪਤ ਕਰਕੇ ਵਾਪਸ ਆਈਏ। ਇਹਨਾਂ ਹੀ ਲਫ਼ਜ਼ਾਂ ਨਾਲ ਅਰਦਾਸ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਸਤੇ ਉਹਦੇ ਵਿੱਚ ਜੋ ਵੀ ਉਹਨਾਂ ਵੱਲੋਂ ਆਵਾਜ਼ ਦਿੱਤੀ ਜਾ ਰਹੀ ਹੈ, ਉਹਦੇ ਵਿੱਚ ਕੋਈ ਵੀ ਢਿੱਲ ਨਹੀਂ, ਕਿਸੇ ਪਾਸਿਓਂ ਵੀ ਕੋਈ ਵੀ ਢਿੱਲ ਨਹੀਂ ਰੱਖ ਰਿਹਾ। ਚਾਹੇ ਕੋਈ ਪੰਜਾਬ ਵਿੱਚ ਰਹਿਣ ਵਾਲਾ ਹੈ, ਚਾਹੇ ਸਾਰੇ ਭਾਰਤ ਵਿੱਚੋਂ ਕਿਸੇ ਵੀ ਪ੍ਰਾਂਤ ਵਿੱਚ ਰਹਿਣ ਵਾਲਾ ਹੈ, ਚਾਹੇ ਕੋਈ ਦੇਸ਼ ਵਿਦੇਸ਼ ਵਿੱਚ ਹੈ, ਅੱਜ ਸਾਰੇ ਸੰਘਰਸ਼ ਦੇ ਨਾਲ ਮੋਢਾ ਜੋੜ ਕੇ ਖਲੋਤੇ ਨੇ। ਕਿਸੇ ਗੱਲੋਂ ਵੀ ਕੋਈ ਕਮੀ ਨਹੀਂ ਰੱਖ ਰਿਹਾ। ਸਾਰੇ ਧਾਰਮਿਕ ਜਥੇਬੰਦੀਆਂ, ਸੰਸਥਾਵਾਂ, ਕਾਰ ਸੇਵਾ ਵਾਲੇ ਮਹਾਂਪੁਰਸ਼ ਨਿਹੰਗ ਸਿੰਘ, ਦਲਾਂ ਪੰਥਾਂ ਦੇ ਸਾਰੇ ਹੀ ਇਸ ਸੰਘਰਸ਼ ਦੇ ਵਿੱਚ ਕੋਈ ਲੰਗਰਾਂ ਦੀ ਸੇਵਾ, ਕੋਈ ਸੰਗਤਾਂ ਨੂੰ ਲਿਜਾ ਕੇ ਨਾਲ ਉੱਥੇ ਮੋਰਚੇ ਵਿੱਚ ਖੜੇ ਹਨ। ਅੱਜ ਇਹੀ ਬੇਨਤੀ ਕਰਨ ਵਾਸਤੇ ਕਿ ਇਹ ਮੋਰਚੇ ਦੇ ਵਿੱਚ ਜਿੰਨੇ ਵੀ ਆਪਣੇ ਆਗੂ ਸਾਹਿਬਾਨ ਹਨ, ਉਹ ਸਾਰੇ ਏਕਤਾ ਵਿੱਚ ਰਹਿਣ। ਜਿਸ ਦਿਨ ਜਾ ਕੇ ਗੁਰਮੁਖਾਂ ਨੇ ਦੱਸਿਆ ਕਿ ਉੱਥੇ ਆਪ ਨੇ ਜਾ ਕੇ ਇਹ ਸਾਰਿਆਂ ਦੇ ਨਾਲ ਬਚਨ ਸਾਂਝਾ ਕਰਨਾ ਹੈ, ਕਿਉਂਕਿ ਇੱਕ ਮੋਰਚਾ, ਉਸ ਮੋਰਚੇ ਦਾ ਜੋ ਏਜੰਡਾ ਹੈ ਉਹ ਇੱਕ ਹੀ ਹੈ। ਇਸ ਵਾਸਤੇ ਇਹਦੇ ਵਿੱਚ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ। ਇਹਦੇ ਵਿੱਚ ਕੋਈ ਵੀ ਕਿਸੇ ਪਾਸਿਓਂ ਇਸ ਮੋਰਚੇ ਦੇ ਵਿੱਚ ਕੋਈ ਵੀ ਜਿਹੜੇ ਆਪਣੇ ਆਗੂ ਸਾਹਿਬਾਨ ਹਨ ਜਾਂ ਕਿਸੇ ਵੱਲੋਂ ਵੀ ਇਹ ਇੱਕ ਇਤਿਹਾਸ ਲਿਖਿਆ ਜਾ ਰਿਹਾ ਹੈ ਕਿ ਇਹਦੇ ਵਿੱਚ ਕੋਈ ਗਦਾਰੀ ਨਾ ਕਰੇ। ਸਾਰੇ ਉਹ ਜੋ ਮੋਰਚਾ ਇੱਕ ਆਵਾਜ਼ ਵਿੱਚ ਉਸ ਨੂੰ ਲੈ ਕੇ ਚੱਲ ਕੇ ਇਸ ਦੀ ਸਫਲਤਾ ਵਾਸਤੇ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਉਹਨਾਂ ਦੇ ਨਗਰ ਵਿੱਚ ਔਰ ਉਹਨਾਂ ਮਹਾਨ ਜਿਨ੍ਹਾਂ ਦੇਸ਼ ਭਗਤ ਹੋ ਕੇ ਜਿਨ੍ਹਾਂ ਨੇ ਸ਼ਹਾਦਤ ਜਾਨ ਦਿੱਤਾ ਔਰ ਇਸ ਸੰਘਰਸ਼ ਦੇ ਵਿੱਚ ਵੀ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਤੇ ਸਾਧ ਸੰਗਤ ਜੀ ਉਹ ਵੀ ਬਹੁਤ, ਉਹਨਾਂ ਦੇ ਪਰਿਵਾਰਾਂ ਦੇ ਜੋ ਮੈਂਬਰ ਸਾਹਿਬਾਨ ਆਏ ਨੇ, ਕਿਸੇ ਨੇ ਵੀ ਇਸ ਸੰਘਰਸ਼ ਵਿੱਚ ਕੋਈ ਤਨ ਕਰਕੇ, ਕੋਈ ਮਨ ਕਰਕੇ, ਧਨ ਕਰਕੇ ਸੇਵਾ ਕਰ ਰਿਹਾ ਹੈ। ਸਤਿਗੁਰੂ ਕਿਰਪਾ ਕਰਨ। ਸੰਪਰਦਾਇ ਦਲ ਬਾਬਾ ਵਿਧੀ ਚੰਦ ਸਾਹਿਬ ਜੀ ਵੱਲੋਂ ਵੀ ਜੋ ਵੀ ਇਸ ਸੰਘਰਸ਼ ਦੇ ਵਿੱਚ ਆਪਾਂ ਸਾਰੇ ਹੀ ਨਾਲ ਖਲੋਤੇ ਹਾਂ, ਜੋ ਵੀ ਸੰਘਰਸ਼ ਦੇ ਵਿੱਚ ਆਪਣੇ ਕਿਸਾਨ ਆਗੂ ਸਾਹਿਬਾਨ ਔਰ ਸੰਗਤਾਂ ਵੱਲੋਂ ਉਸ ਮੋਰਚੇ ਦੇ ਵਿੱਚ ਜੋ ਵੀ ਸੇਵਾਵਾਂ ਨੇ, ਆਪ ਸਾਰੀਆਂ ਸੰਗਤਾਂ ਦੇ ਨਾਲ ਖਲੋਤੇ ਹਾਂ। ਸਤਿਗੁਰੂ ਕਿਰਪਾ ਕਰਨ। ਇਸ ਮੋਰਚੇ ਦੀ ਸਫਲਤਾ ਵਾਸਤੇ ਸਤਿਗੁਰੂ ਦੇ ਚਰਨਾਂ ਵਿੱਚ ਹਰ ਰੋਜ਼ ਸਾਰੀਆਂ ਸੰਗਤਾਂ ਅਰਦਾਸ ਕਰਦੀਆਂ ਨੇ। ਤਿੰਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਂ ਕੋ ਬਿਗੜ ਨਾ ਕੋ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਔਰ ਸਤਿਗੁਰੂ ਕਿਰਪਾ ਕਰਨ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਬਾਟ ਮੁਰੀਦਾਂ ਜੋਲੀਏ। ਸੋ ਸਚਾਈ ਦਾ ਇਹ ਜੋ ਪੱਖ ਹੈ ਕਿ ਆਪਣੀ ਜੋ ਸੰਘਰਸ਼ ਦੀ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਇਸ ਸੰਘਰਸ਼ ਦੇ ਵਿੱਚ ਸਾਰਿਆਂ ਦੀ ਇੱਕ ਹੀ ਆਵਾਜ਼ ਹੈ। ਔਰ ਸਰਕਾਰ ਜਿਹੜੀ ਸੁੱਤੀ ਆ ਉਹਨੂੰ ਜਾਗਣਾ ਚਾਹੀਦਾ ਹੈ।
ਕਿ ਏਡੇ ਵੱਡੇ ਵਿਸ਼ਾਲ ਇਕੱਠ ਸੰਗਤਾਂ ਦੇ, ਕਿਉਂਕਿ ਬਾਹਰਲੇ ਕੰਟਰੀਆਂ ਦੇ ਵਿੱਚ ਜਾਣ ਦਾ ਕੋਈ ਸਮਾਂ ਮਿਲਿਆ ਤੇ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਕਿਸ ਤਰ੍ਹਾਂ ਦਾ ਦੇਸ਼? ਉਹ ਕਹਿਣ ਲੱਗੇ ਜਿਹੜੇ ਸਿੱਖ ਸਰਦਾਰ ਇੱਧਰ ਆਏ ਨੇ, ਸਰਦਾਰਾਂ ਦੇ ਆਉਣ ਦੇ ਨਾਲ ਸਾਡਾ ਦੇਸ਼ ਸੋਹਣਾ ਬਣ ਗਿਆ ਹੈ। ਤੇ ਇਹ ਜਿਹੜਾ ਦੇਸ਼ ਹੈ ਜਿੱਥੇ ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰ ਜਿੱਥੇ ਜਿੱਥੇ ਵੀ ਕੋਈ ਗੁਰੂ ਕੇ ਪਿਆਰੇ ਸਿੱਖ ਸਰਦਾਰ ਗਏ ਨੇ, ਉੱਥੇ ਹੀ ਉਹ ਚਾਰ ਚੰਦ ਲਾਏ, ਉਹਨਾਂ ਦੇ ਨਾਲ ਮੋਢਾ ਜੋੜ ਕੇ ਖੜੇ ਨੇ। ਇਸ ਕਰਕੇ ਇਹ ਦੇਸ਼, ਇਹ ਸਿੱਖ ਕੌਮ, ਜਿੱਥੇ ਸਾਡੇ ਗੁਰੂ ਸਾਹਿਬਾਨ ਜੀ ਨੇ, ਇਹ ਮਹਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ 400 ਸਾਲਾ ਪ੍ਰਕਾਸ਼ ਸ਼ਤਾਬਦੀ ਆ ਰਿਹਾ ਹੈ, ਉਹਨਾਂ ਸਤਿਗੁਰਾਂ ਨੇ ਧਰਮ ਹੇਤ ਸਾਕਾ ਜਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਉਹ ਸਤਿਗੁਰੂ ਜੀ ਦਾ ਇਹ ਦੇਣ ਕਦੇ ਵੀ ਨਹੀਂ ਦੇ ਸਕਦੇ। ਜਿੰਨੇ ਵੀ ਧਰਮਾਂ ਦੇ ਲੋਕ ਅੱਜ ਆਪੋ ਆਪਣੇ ਧਰਮ ਵਿੱਚ, ਉਹ ਸਾਰੀ ਇਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦੇਣ ਹੈ। ਔਰ ਯਾਦ ਕਰਨਾ ਚਾਹੀਦਾ ਉਹਨਾਂ ਸਰਕਾਰਾਂ ਨੂੰ ਕਿ ਇਹ ਕੌਮ, ਸਿੱਖ ਕੌਮ ਔਰ ਇਹਨਾਂ ਦੇ ਗੁਰੂ ਸਾਹਿਬਾਨ ਸਾਰਿਆਂ ਦੀ ਰਾਖੀ ਵਾਸਤੇ ਜਿਨ੍ਹਾਂ ਨੇ ਆਪ ਕਿਰਪਾ ਕਰਕੇ ਇਹ ਧਰਮ ਦੀ ਚਾਦਰ ਬਣ ਕੇ ਸਾਰਿਆਂ ਦੇ ਤਾਈ ਮਹਾਰਾਜ ਨੇ ਜਿਨ੍ਹਾਂ ਨੂੰ ਬਚਾਇਆ, ਉਹਨਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ। ਔਰ ਇਹ ਮਹਾਨ ਸਿੱਖ ਕੌਮ ਹੈ। ਔਰ ਜਿਸ ਸੰਘਰਸ਼ ਦੇ ਵਿੱਚ ਇਹ ਸਿੱਖ ਕੌਮ ਨੇ ਜੋ ਸੰਘਰਸ਼ ਵਿੱਢਿਆ ਹੈ, ਇਹ ਸੱਚ ਹੈ ਕਿ ਹੱਕ ਦੀ, ਸੱਚ ਦੀ ਆਵਾਜ਼ ਇਹਦੇ ਨਾਲ ਸਾਰਿਆਂ ਨੇ ਆਵਾਜ਼ ਦਿੱਤੀ ਹੈ। ਆਪਾਂ ਸਾਰੇ ਉਹਦੇ ਨਾਲ ਖਲੋਤੇ ਹਾਂ। ਔਰ ਸਤਿਗੁਰੂ ਕਿਰਪਾ ਕਰਨ ਇਸ ਸੰਘਰਸ਼ ਦੀ ਸਫਲਤਾ ਵਾਸਤੇ ਦਿਨ ਰਾਤ ਅਰਦਾਸਾਂ ਸੰਗਤਾਂ ਕਰ ਰਹੀਆਂ ਨੇ। ਸਤਿਗੁਰੂ ਸਫਲਤਾ ਬਖਸ਼ਣ, ਖੁਸ਼ੀਆਂ ਬਖਸ਼ਣ। ਸੰਪਰਦਾਇ ਦਲ ਬਾਬਾ ਵਿਧੀ ਚੰਦ ਸਾਹਿਬ ਜੀ ਵੱਲੋਂ, ਸਮੁੱਚੇ ਹੀ ਨਿਹੰਗ ਸਿੰਘ ਦਲਾਂ ਪੰਥਾਂ ਵੱਲੋਂ ਆਪ ਦੇ ਨਾਲ ਮੋਢਾ ਜੋੜ ਕੇ ਇਸ ਸਫਲਤਾ ਦੀ ਅਰਦਾਸ ਔਰ ਨਾਲ ਖਲੋਤੇ ਹਾਂ। ਸਤਿਗੁਰੂ ਕਿਰਪਾ ਕਰਨ। ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਹੁਣ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਆਪ ਸਰਵਣ ਕਰੋ। ਆਪ ਨਾਲ ਇਸ ਵਿਚਾਰ ਦੇ ਵਿੱਚ ਕਿ ਸਾਰੇ ਏਕਤਾ ਵਿੱਚ ਰਹਿ ਕੇ ਸਾਰੇ ਇਸ ਮੋਰਚੇ ਨੂੰ ਸ਼ਾਂਤਮਈ ਢੰਗ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਫਲਤਾ ਬਖਸ਼ਣ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਪਿਆਰ ਸਾਹਿਬ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਟੇਜ ਤੇ ਬਿਰਾਜਮਾਨ ਜਿੱਥੇ ਸਾਡੇ ਧਾਰਮਿਕ ਮੁਖੀ ਬੜੇ ਸਤਿਕਾਰਯੋਗ ਮੇਰੇ ਤੋਂ ਪਹਿਲਾਂ ਬੋਲ ਕੇ ਗਏ, ਜਥੇਦਾਰ ਬਾਬਾ ਅਵਤਾਰ ਸਿੰਘ ਜੀ, ਦਲ ਪੰਥ ਬਾਬਾ ਵਿਧੀ ਚੰਦ ਜੀ, ਤੇ ਬੜੇ ਸਤਿਕਾਰਯੋਗ ਜਥੇਦਾਰ ਬਾਬਾ ਗੱਜਣ ਸਿੰਘ ਜੀ, ਮਿਸਲ ਸ਼ਹੀਦਾਂ, ਤਰਨਾ ਦਲ ਬਾਬਾ ਬਕਾਲਾ ਸਾਹਿਬ, ਤੇ ਬੜੇ ਸਤਿਕਾਰਯੋਗ ਜਥੇਦਾਰ ਬਾਬਾ ਨਿਹਾਲ ਸਿੰਘ ਜੀ, ਮਿਸਲ ਸ਼ਹੀਦਾਂ ਹਰੀਆਂ ਵੇਲਾਂ ਦੇ ਮੁਖੀ, ਤੇ ਬਾਬਾ ਅਜੀਤ ਸਿੰਘ ਜੀ, ਤੇ ਸਾਡੇ ਬੜੇ ਸਤਿਕਾਰਯੋਗ ਸਾਰੇ ਹੀ ਸੰਤ ਮਹਾਂਪੁਰਖ ਜਿਹੜੇ ਸਟੇਜ ਤੇ ਬਿਰਾਜਮਾਨ ਨੇ। ਉੱਥੇ ਹੀ ਕਿਸਾਨ ਲੀਡਰ ਸਾਹਿਬਾਨ, ਉਹਨਾਂ ਦੇ ਸਤਿਕਾਰਯੋਗ ਆਗੂ ਸਰਦਾਰ ਬਲਵੀਰ ਸਿੰਘ ਜੀ ਰਾਜੇਵਾਲ ਜੀ, ਦਰਸ਼ਨਪਾਲ ਜੀ, ਤੇ ਸਰਦਾਰ ਬਲਦੇਵ ਸਿੰਘ ਜੀ ਸਿਰਸਾ ਜੀ, ਤੇ ਜਿੰਨੇ ਵੀ ਬੰਗਾ ਨਿਵਾਸੀ ਤੇ ਹੋਰ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਕਲਾਕਾਰ ਭਰਾ ਵੀ ਸਾਡੇ ਇੱਥੇ ਪਹੁੰਚੇ ਨੇ ਮੰਚ ਤੇ। ਸਮੁੱਚੀਆਂ ਹੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੱਜ ਕੇ ਫਤਿਹ ਗਜਾਉਂਦਾ, ਗੱਜ ਕੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿੱਥੇ ਸਮੁੱਚੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਜਿੱਥੇ ਆਪਾਂ ਧਾਰਮਿਕ ਮੁਖੀਆਂ ਦੇ ਵਿਚਾਰ ਸੁਣ ਰਹੇ ਹਾਂ, ਉੱਥੇ ਹੀ ਕਿਸਾਨ ਮੁਖੀਆਂ ਦੇ ਵੀ ਤੁਸੀਂ ਵਿਚਾਰ ਸੁਣਨੇ ਨੇ। ਤੇ ਸਾਡੇ ਜਿਹੜੇ
ਸਿੰਗਰ ਭਰਾ ਨੇ, ਉਹਨਾਂ ਦੇ ਵਿਚਾਰ ਸੁਣਨੇ ਨੇ। ਤੇ ਮੈਂ ਤੁਹਾਡਾ, ਕਿਉਂਕਿ ਸਾਰਿਆਂ ਨੇ ਆਪਣੇ ਆਪਣੇ ਮਹਾਂਪੁਰਖਾਂ ਨੇ ਵਿਚਾਰ ਰੱਖੇ ਨੇ। ਮੇਰੇ ਤੋਂ ਪਹਿਲਾਂ ਪਦਮ ਸ਼੍ਰੀ ਖਡੂਰ ਸਾਹਿਬ ਵਾਲੇ ਮਹਾਂਪੁਰਖ ਬੋਲ ਰਹੇ ਸੀ ਕਿ ਜਦੋਂ ਨਾਂਦੇੜ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕਰਕੇ ਤੇ ਜ਼ਬਰ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਵਿਨੋਦ ਸਿੰਘ ਜੀ, ਜਿਹੜੇ ਬੁੱਢਾ ਦਲ ਦੇ ਪਹਿਲੇ ਮੁਖੀ ਸੀ, ਉਹਨਾਂ ਨੂੰ 25 ਸਿੰਘ ਦੇ ਕੇ ਨਿਸ਼ਾਨ ਤੇ ਨਗਾਰਾ ਬਖਸ਼ਿਸ਼ ਦੇ ਕੇ ਤੇ ਉਹਨਾਂ ਨੇ ਪੰਜਾਬ ਵੱਲ ਤੋਰਿਆ ਸੀ। ਉਹ ਨਿਸ਼ਾਨ ਨਗਾਰਿਆਂ ਦੀ ਤਾਬਿਆ ਜਿੱਥੇ ਆਪਾਂ ਬਹੁਤ ਸਾਰੇ ਜੰਗ ਯੁੱਧ ਲੜੇ ਤੇ ਹੁਣ ਤੱਕ ਉਹ ਨਿਸ਼ਾਨ ਨਗਾਰੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਕੋਲ ਮੌਜੂਦ ਨੇ। ਤੇ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਸਮੇਂ-ਸਮੇਂ ਸਿਰ, ਜਿਵੇਂ ਆਪਾਂ ਗੱਲ ਕਰਦੇ ਹਾਂ, ਭਾਵੇਂ ਜਦੋਂ ਜਥੇਦਾਰ ਬਾਬਾ ਜੱਸਾ ਸਿੰਘ ਜੀ ਬੁੱਢਾ ਦਲ ਦੇ ਚੌਥੇ ਮੁਖੀ ਸੀ, ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਦਿੱਲੀ ਫਤਿਹ ਕੀਤੀ 19 ਵਾਰੀ, ਤੇ ਉੱਥੇ ਜਿਹੜੇ ਲਾਲ ਕਿਲੇ ਦੇ ਉੱਪਰ ਕੇਸਰੀ ਨਿਸ਼ਾਨ ਚਲਾਏ ਗਏ। ਅੱਜ ਆਪਾਂ ਕਿਸਾਨਾਂ ਦੀ ਹਮਾਇਤ ਦੀ ਗੱਲ ਕਰ ਰਹੇ ਹਾਂ। ਜਦੋਂ ਆਪਾਂ ਦਿੱਲੀ ਦੀ ਫਤਿਹ ਕੀਤੀ ਸੀ 19 ਵਾਰੀ, ਜਦੋਂ ਸਿੰਘ ਆਮ ਬੋਲਦੇ ਹੁੰਦੇ ਸੀ, ਬੋਲੇ ਜਿਵੇਂ ਮਾਰ ਲਈ ਬਿੱਲੀ ਉਹੋ ਜੀ ਮਾਰ ਲਈ ਦਿੱਲੀ, ਤੇ ਇਹ ਜਿਹੜੇ ਬੋਲੇ ਸੀ ਉਦੋਂ ਸੀ ਮੁਗਲਾਂ ਦੀ ਸਰਕਾਰ ਸੀ। ਫਿਰ ਅੰਗਰੇਜ਼ਾਂ ਦੀ ਸਰਕਾਰ ਆਈ, ਉਹ ਖਤਮ ਕਰਨ ਵਾਸਤੇ ਇਹ ਨਿਹੰਗ ਸਿੰਘ ਫੌਜਾਂ ਨੇ ਬਹੁਤ ਵੱਡਾ ਜਿਹੜਾ ਯੋਗਦਾਨ ਪਾਇਆ। ਤੇ ਅੱਜ ਜਿਹੜਾ ਤੁਹਾਡੇ ਕਿਸਾਨ ਭਰਾਵਾਂ ਦੇ ਨਾਲ ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਜੀ, ਸਰਦਾਰ ਦਰਸ਼ਨ ਸਿੰਘ ਜੀ, ਜਿਹੜੇ ਦਰਸ਼ਨਪਾਲ ਜੀ ਵੀ ਇੱਥੇ ਬੈਠੇ ਨੇ, ਹੋਰ ਵੀ ਕਿਸਾਨ ਆਗੂ ਇੱਥੇ ਬੈਠੇ ਨੇ, ਸਾਰੇ ਹੀ ਅਸੀਂ ਨਿਹੰਗ ਸਿੰਘ ਜਥੇਬੰਦੀਆਂ, ਜਿੱਥੇ ਸ਼ੁਰੂ ਤੋਂ ਲੈ ਕੇ ਜਦੋਂ ਵੀ ਇਹ ਮੋਰਚਾ ਲੱਗਿਆ, ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਇਹਨਾਂ ਨੇ ਜਿਹੜੀ ਕੀਤੀ ਹੈ, ਉਹ ਜਿਹੜਾ ਮੋਰਚਾ ਲਾ ਕੇ 3 ਜਿਹੜੇ ਕਾਲੇ ਕਾਨੂੰਨ ਨੇ, ਮੋਦੀ, ਨਰਿੰਦਰ ਮੋਦੀ, ਦੂਜਾ ਵੀ ਨਰਿੰਦਰ ਜਿਹੜਾ ਉਹ ਖੇਤੀਬਾੜੀ ਮੰਤਰੀ, ਇਹਨਾਂ ਨੇ ਜਿਹੜੇ ਇਹ 3 ਕਾਲੇ ਕਾਨੂੰਨ ਜਿਹੜੇ ਕਿਸਾਨ ਮਾਰੂ ਇਹਨਾਂ ਨੇ ਲਿਆਂਦੇ, ਤੇ ਉਹਦੇ ਵਾਸਤੇ ਬਹੁਤ ਵੱਡਾ ਜਿਹੜਾ ਜਦੋਜਹਿਦ ਕਿਸਾਨ ਭਰਾਵਾਂ ਵੱਲੋਂ ਕੀਤਾ ਜਾ ਰਿਹਾ। ਤੇ ਇਹ ਇਕੱਲੇ ਕਿਸਾਨ ਭਰਾ ਨਹੀਂ, ਸਮੁੱਚਾ ਹੀ ਹਿੰਦੁਸਤਾਨ, ਸਮੁੱਚੀਆਂ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਇੱਥੇ ਆਉਣ ਦਾ ਅੱਜ ਸਾਡਾ ਮਕਸਦ ਸਿਰਫ ਇਹ ਜਿਹੜੇ ਜਿੰਨੇ ਵੀ ਤੁਸੀਂ ਆਏ ਹੋ ਜਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਆਏ ਨੇ, ਇਹ ਕਿਸੇ ਨੇ ਇਹਨਾਂ ਨੂੰ ਬੁਲਾਇਆ ਨਹੀਂ ਗਿਆ। ਇਹ ਆਪਣੇ ਆਪ ਆਪਣੀ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਮੁੱਖ ਰੱਖਦੇ ਹੋਏ ਅੱਜ ਤੁਹਾਡੇ ਸੰਗਤ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਹੈ। ਤੇ ਅੱਜ ਜਿੱਥੇ ਸਾਡੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਇਹ ਕਿਸਾਨ ਭਰਾਵਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੀਆਂ ਨੇ, ਉੱਥੇ ਹੀ ਨਿਹੰਗ ਸਿੰਘ ਜਥੇਬੰਦੀਆਂ ਤੁਹਾਡੇ ਪਿੱਠ ਤੇ ਹਰ ਸਮੇਂ ਖੜੀਆਂ ਨੇ। ਜਦੋਂ ਤੁਸੀਂ ਕਦੇ ਵੀ ਇਹ ਘਬਰਾਉਣਾ ਨਹੀਂ, ਕਿਉਂਕਿ ਇਹ ਖਾਲਸੇ ਦੇ ਬਹੁਤ ਸਮਾਂ ਪਹਿਲਾਂ ਵੀ ਇਹੋ ਜਿਹੀਆਂ ਜਿਹੜੀਆਂ ਨੇ ਜ਼ਿੰਮੇਵਾਰੀਆਂ ਪੈ ਚੁੱਕੀਆਂ ਨੇ, ਤੇ ਤੁਹਾਡੇ ਹੁਣ ਕਿਸਾਨ ਭਰਾਵਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ। ਆਪਾਂ ਅਮਨ ਅਮਾਨ ਤੋਂ ਜਿਹੜਾ ਜਿਵੇਂ ਤੁਸੀਂ ਪਿਛਲੇ ਸਮੇਂ ਦੇ ਵਿੱਚ ਬਹੁਤ ਅਮਨ ਅਮਾਨ ਦੇ ਨਾਲ ਇਹ ਕਾਰਜ ਕੀਤੇ ਨੇ, ਮੋਰਚੇ ਨੂੰ ਸਾਂਭਿਆ ਹੋਇਆ, ਕਿਉਂਕਿ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਇਹਨੇ ਬਹੁਤ ਜਿਹੜਾ ਵਿੱਚ ਗੰਦਾ ਕੰਮ ਕਰਕੇ ਇਹ ਕਿਸਾਨ ਭਰਾਵਾਂ ਦੇ ਵਿੱਚ ਜਿਹੜਾ ਫੁੱਟ ਪਾਊ ਤਾਕਤਾਂ ਬਹੁਤ ਜ਼ਿਆਦਾ ਫੁੱਟ ਦਾ ਕਾਰਨ ਜਿਹੜਾ ਇਹਨਾਂ ਨੇ ਬੀਜ ਕੇ ਆਪ ਦੇ ਵੱਲੋਂ ਬਹੁਤ ਜ਼ੋਰ ਲਾਇਆ। ਜਿਹੜੇ ਪਿਛਲੇ 25 ਤੇ 26 ਜਨਵਰੀ ਨੂੰ ਜੋ ਵੀ ਗੱਲਬਾਤ ਹੋਈ, ਉਹ ਆਪਾਂ ਸਾਰਿਆਂ ਨੇ ਬਹੁਤ ਜਦੋਜਹਿਦ ਕਰਕੇ ਤੁਸੀਂ ਇਹਨੂੰ ਦੁਬਾਰਾ ਜਿਹੜਾ ਪੈਰਾਂ ਤੇ ਲਿਆਂਦਾ। ਅਸੀਂ ਸਮੁੱਚੀਆਂ ਹੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਤੁਹਾਡੇ ਹਮੇਸ਼ਾ ਹੀ ਪਹਿਲਾਂ ਵੀ ਨਾਲ ਖੜੇ ਆ ਤੇ ਹੁਣ ਵੀ ਤੁਹਾਡੇ ਹਮੇਸ਼ਾ ਨਾਲ ਖੜੇ ਆ। ਜਦੋਂ ਮੀਰ ਮੰਨੂ ਦਾ ਰਾਜ ਸੀ, ਮੰਨੂ ਸਾਡੀ ਦਾਤਰੀ
ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸੋ ਆਪਾਂ ਸਾਰਿਆਂ ਨੇ ਤਗੜੇ ਹੋ ਕੇ ਤੁਸੀਂ ਕਿਸਾਨਾਂ ਦਾ ਸਾਥ ਦੇਣਾ ਤੇ ਤੁਹਾਡੇ ਨਾਲ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਤਿਆਰ ਪਰ ਤਿਆਰ ਖੜੀਆਂ ਨੇ। ਹਮੇਸ਼ਾ ਤੁਹਾਡੇ ਤੋਂ ਅੱਗੇ ਹੋ ਕੇ ਜਦੋਂ ਵੀ ਲੋੜ ਪਊਗੀ, ਜਦੋਂ ਪਹਿਲਾਂ ਵੀ ਲੋੜ ਪਈ ਤੇ ਅੱਗੇ ਵੀ ਜਦੋਂ ਲੋੜ ਪਊਗੀ ਤੁਹਾਡੇ ਨਾਲ ਖੜੇ ਆ। ਆਪਾਂ ਬੜੇ ਆਰਾਮ ਦੇ ਨਾਲ ਜਿਵੇਂ ਤੁਸੀਂ ਚਲਾ ਰਹੇ ਹੋ ਸੰਯੁਕਤ ਕਿਸਾਨ ਮੋਰਚੇ ਵਾਲੇ ਭਰਾ, ਇਹ ਮੋਰਚਾ ਬਹੁਤ ਹੀ ਸ਼ਾਂਤਮਈ ਢੰਗ ਦੇ ਨਾਲ ਇਹਨਾਂ ਵੱਲੋਂ ਚਲਾਇਆ ਜਾ ਰਿਹਾ। ਦੇਸ਼ ਵਿਦੇਸ਼ ਦੀਆਂ ਜਿਹੜੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ, ਹਿੰਦੁਸਤਾਨ ਦੀਆਂ ਸਾਰੇ ਵਰਗਾਂ ਦੇ ਲੋਕ ਜਿਹੜੇ ਤੁਹਾਡੇ ਨਾਲ ਖੜੇ ਨੇ, ਉੱਥੇ ਹੀ ਆਪਾਂ ਸਾਰੇ ਰਲ ਮਿਲ ਕੇ ਤਗੜੇ ਹੋ ਕੇ ਇਹ ਤਿੰਨੇ ਜਦੋਂ ਤੱਕ ਕਾਲੇ ਕਾਨੂੰਨ ਜਿਹੜੇ ਰੱਦ ਨਹੀਂ ਹੁੰਦੇ ਉਦੋਂ ਤੱਕ ਤੁਹਾਡੇ ਅਸੀਂ ਸਾਰੇ ਨਾਲ ਖੜੇ ਆ। ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਕੋਈ ਵੀ ਕੁਰਬਾਨੀ ਦੀ ਲੋੜ ਪਈ ਤੁਹਾਡੇ ਤੋਂ ਅੱਗੇ ਹੋ ਕੇ ਜਿਹੜੇ ਸ਼ਹੀਦੀਆਂ ਪ੍ਰਾਪਤ ਕਰਾਂਗੇ। ਅੱਜ ਜਿਹੜਾ ਮਹਾਨ ਜਿਹੜੀ ਪੰਚਾਇਤ ਹੈ ਬੰਗਾ, ਜਿੱਥੇ ਸਾਡੇ ਸ਼ਹੀਦ ਭਗਤ ਸਿੰਘ ਜੀ, ਸ਼ਹੀਦ ਸੁਖਦੇਵ ਗੁਰੂ ਜੀ, ਕਰਤਾਰ ਸਿੰਘ ਸਰਾਭਾ ਜੀ ਤੇ ਜਿਹੜੇ ਸਾਡੇ ਕਿਸਾਨ ਭਰਾ ਪਿਛਲੇ ਸਮੇਂ ਦੇ ਵਿੱਚ ਤਕਰੀਬਨ 200 ਤੋਂ ਉੱਪਰ ਜਦੋਂ ਦਾ ਇਹ ਮੋਰਚਾ ਲੱਗਿਆ ਜਿਹੜੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਨੇ, ਸਾਰਿਆਂ ਨੂੰ ਮੈਂ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਹੁਤ ਬਹੁਤ ਸ਼ਰਧਾ ਦੇ ਫੁੱਲ ਭੇਟ ਵੀ ਕਰਦਾ। ਉੱਥੇ ਕਿਸਾਨ ਭਰਾਵਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਅਸੀਂ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਖੜੇ ਆ ਤੇ ਅੱਗੇ ਵੀ ਖੜੇ ਰਵਾਂਗੇ। ਜਿਵੇਂ ਮਹਾਰਾਜ ਨੇ ਕਿਹਾ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਸੋ ਆਪਾਂ ਸਾਰੇ ਸਭ ਤੋਂ ਪਹਿਲਾਂ ਇਹ ਕਾਰਜ ਕਰਨਾ ਕਿ ਆਪਾਂ ਇਕੱਤਰ ਰਹਿਣਾ। ਕੋਈ ਵੀ ਤਾਂ ਭਾਵੇਂ ਕਿੰਨੀ ਵੀ ਤੁਹਾਡੇ ਵਿੱਚ ਕੋਸ਼ਿਸ਼ ਕਰੇ, ਆਪਾਂ ਇੱਕ ਨਿਸ਼ਾਨ ਥੱਲੇ ਜਿਹੜਾ ਇਕੱਤਰ ਰਹਿਣਾ। ਜਿੰਨੀਆਂ ਵੀ ਜਥੇਬੰਦੀਆਂ ਨੇ ਤੁਹਾਡੀਆਂ, ਆਪਾਂ ਤਾਂ ਹੀ ਕਾਮਯਾਬ ਹੋ ਸਕਦੇ ਆ ਜੇ ਆਪਾਂ ਇੱਕ ਮੁੱਠ ਬਣ ਕੇ ਚੱਲਾਂਗੇ। ਸੋ ਤੁਹਾਡਾ ਸਮਾਂ ਬਹੁਤਾ ਨਾ ਲੈਂਦਾ ਹੋਇਆ ਮੈਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ, ਜਿੱਥੇ ਦਿੱਲੀ ਦੇ ਵਿੱਚ ਪਹਿਲਾਂ ਵੀ ਹਾਜ਼ਰੀ ਲਵਾਈ ਹੈ ਤਨ ਮਨ ਧਨ ਦੇ ਨਾਲ, ਤੇ ਅੱਜ ਵੀ 1,51,000 ਰੁਪਏ ਤੁਹਾਨੂੰ ਕਿਸਾਨ ਯੂਨੀਅਨ ਦੇ ਵਾਸਤੇ ਮੈਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਜਿਹੜਾ ਭੇਟ ਕਰਦਾ। ਜਿਵੇਂ ਮਹਾਰਾਜ ਨੇ ਕਿਹਾ, ਭਗਤ ਭਗਉਤੀ ਤਿਸੈ ਕੀ ਜੋ ਰਣ ਧੀਰ ਧਰੈ, ਅੰਗ ਸੰਗ ਤਿਹ ਲਾਗਨੋ ਜੋ ਪਾਛੈ ਪੱਗ ਨਾ ਧਰੈ। ਸੋ ਆਪਾਂ ਸਾਰਿਆਂ ਨੇ ਤਗੜੇ ਹੋ ਕੇ ਜਿਹੜਾ ਇਹ ਕਿਸਾਨ ਮੋਰਚੇ ਦਾ ਸਾਥ ਦੇਣਾ। ਤੁਸੀਂ ਇਹ ਨਹੀਂ ਸਮਝਣਾ ਜਾਂ ਨਰਿੰਦਰ ਮੋਦੀ ਇਹ ਨਾ ਸਮਝੇ ਕਿ ਕਿਸਾਨ ਭਰਾ ਜਿਹੜੇ ਨੇ ਇਕੱਲੇ ਨੇ ਜਾਂ ਨਿਹੰਗ ਸਿੰਘ ਜਥੇਬੰਦੀਆਂ ਇਹ ਗੁਰੂ ਦੀਆਂ ਲਾਡਲੀਆਂ ਫੌਜਾਂ ਜਿਹੜੀਆਂ ਨੇ ਇਹਨਾਂ ਦੇ ਨਾਲ ਖੜੇ ਹੋਏ ਆ। ਜਿਵੇਂ ਮਹਾਰਾਜ ਨੇ ਕਿਹਾ, ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਜਿਹੜੀ ਅਕਾਲ ਪੁਰਖ ਦੀ ਫੌਜ ਹੈ ਇਹ ਸਮੁੱਚੇ ਹੀ ਤੁਹਾਡੇ ਜਿਹੜੇ ਕਿਸਾਨਾਂ ਦੇ ਨਾਲ ਖੜੇ ਨੇ, ਕਿਉਂਕਿ ਸਾਡੇ ਇਹ ਨੌਜਵਾਨ ਜਿਹੜੇ ਪੰਜਾਬ ਦੇ ਨੇ, ਤੁਹਾਡੇ ਬੱਚੇ ਨੇ ਜਿਹੜੇ ਬਾਰਡਰਾਂ ਦੇ ਉੱਪਰ ਪਹਿਰੇ ਦੇ ਰਹੇ ਨੇ, ਸਾਡੇ ਹਿੰਦੁਸਤਾਨ ਦੀ ਰਾਖੀ ਕਰ ਰਹੇ ਨੇ। ਤੇ ਇਹ ਜਿਹੜੇ ਲੋਕ ਨੇ ਇਹ ਕਿਸਾਨਾਂ ਨੂੰ ਮਾਰਨ ਵਾਸਤੇ ਜਿਹੜੇ ਕਾਲੇ ਕਾਨੂੰਨ ਬਣਾਈ ਬੈਠੇ ਨੇ, ਇਹ ਜਲਦੀ ਤੋਂ ਜਲਦੀ ਇਹਨੂੰ ਤਿੰਨੇ ਕਾਲੇ ਕਾਨੂੰਨ ਜਿਹੜੇ ਰੱਦ ਕਰਕੇ ਤੇ ਜਿਹੜੇ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਜਿਹੜੀ ਉਹ ਬੁਲੰਦ ਕਰਨ। ਤੇ ਤਾਂ ਹੀ ਨਹੀਂ ਤੇ ਜਿਹੜੀ ਹੈ ਸਰਕਾਰ ਹੈ ਮੋਦੀ ਦੀ, ਇਹਨੂੰ ਹਿੰਦੁਸਤਾਨ ਦੀ ਜਨਤਾ ਜਿਹੜੀ ਹੈ ਜਲਦੀ ਚੱਲਦਾ ਕਰੇਗੀ। ਸੋ ਤੁਹਾਡਾ ਸਮਾਂ ਬਹੁਤਾ ਨਾ ਲੈਂਦਾ ਹੋਇਆ ਤੁਹਾਡੇ ਸੰਗਤਾਂ ਤੋਂ ਮੈਂ ਖਿਮਾ ਦਾ ਜਾਚਕ ਹੋਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਕਿੰਜ ਕਰੇਗੀ ਜਾਵੇ, ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ, ਗੁਰ ਬਰਿਆ ਅਕਾਲ। ਸਮੁੱਚੀਆਂ ਪੰਡਾਲ ਦੇ ਵਿੱਚ ਬੈਠੀਆਂ ਬੜੀਆਂ ਸਤਿਕਾਰਯੋਗ ਸਾਡੀਆਂ ਭੈਣਾਂ, ਸਾਡੇ ਵੀਰ ਬਜ਼ੁਰਗ ਤੇ ਸਟੇਜ ਤੇ ਬੈਠੇ ਸਾਡੇ ਬੜੇ ਹੀ ਸਤਿਕਾਰਯੋਗ ਸੰਯੁਕਤ ਮੋਰਚੇ ਦੇ ਆਗੂ ਤੇ ਸਾਡੀਆਂ ਇੱਥੋਂ
ਸੰਬੋਧਨ ਕਰਕੇ ਜਾ ਚੁੱਕੀਆਂ ਜਥੇਬੰਦੀਆਂ ਨਿਹੰਗ ਸਿੰਘ ਸੰਪਰਦਾਵਾਂ, ਮੈਂ ਸਾਰਿਆਂ ਨਾਲ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤੀਆਂ ਗੱਲਾਂ ਨਾ ਕਰਾਵਾਂ ਕਿ ਜਿਵੇਂ ਸਾਰੀਆਂ ਹੀ ਜਥੇਬੰਦੀਆਂ ਇਹ ਗੱਲ ਕਹਿ ਕੇ ਗਈਆਂ ਨੇ, ਦੱਸ ਕੇ ਗਈਆਂ ਨੇ, ਤੇ ਅੱਜ ਪ੍ਰਤੀਤ ਵੀ ਹੁੰਦਾ ਵੀ ਅਸੀਂ ਸਾਰੇ ਇਕੱਠੇ ਆ, ਜੋ ਬਹੁਤ ਵਧੀਆ ਗੱਲ। ਪਰ ਉਹਦੇ ਨਾਲ ਮੇਰੇ ਵੀਰੋ, ਬੱਬੂ ਮਾਨ ਵੀਰ ਨੇ 2 ਘੰਟੇ ਬਹਿਣਾ ਸਾਡੇ ਕੋਲ ਸਟੇਜ ਤੇ। ਉਹ ਚੀਕਾਂ ਨਾ ਮਾਰੋ, ਚੀਕਾਂ ਨਹੀਂ ਮਾਰਨੀਆਂ ਇੱਥੇ, ਚੀਕਾਂ ਮਾਰਨੀਆਂ ਆਪਾਂ ਆਏ ਕਿਸਾਨੀ ਅੰਦੋਲਨ ਲਈ, ਆਪਾਂ ਆਏ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਲਈ। ਸ਼ਰਧਾਂਜਲੀ ਦਿੰਦੇ ਸਮੇਂ ਚੀਕਾਂ ਨਹੀਂ ਮਾਰੀਦੀਆਂ। ਬੱਬੂ ਭਾਈ ਸਾਡੇ ਕੋਲ 2 ਘੰਟੇ ਬੈਠੂਗਾ ਸਟੇਜ ਤੇ, ਹੁਣ ਸਾਡੇ ਨਾਲ ਵਾਅਦਾ ਕੀਤਾ ਹੋਇਆ, ਕੋਈ ਵੀਰ ਚੀਕ ਨਾ ਮਾਰੇ। ਮਹਾਰਾਜ ਜੀ ਬੋਲ ਰਹੇ ਨੇ, ਧਿਆਨ ਨਾਲ ਸੁਣੋ ਪਹਿਲਾਂ, ਫਿਰ ਕਿਸੇ ਨੇ ਬੋਲਣਾ। ਕਹਿੰਦੇ ਚੀਕ ਨਹੀਂ ਮਾਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੱਲ ਕਰ ਰਿਹਾ ਸੀ ਕਿ ਏਕਤਾ ਦੀ, ਜਿੱਥੇ ਸਾਡੀ ਸਰੀਰਾਂ ਦੀ ਏਕਤਾ ਹੋਈ ਆ, ਉੱਥੇ ਨਾਲ ਮੈਂ ਸਮਝਦਾ ਵੀ ਸਾਡੀ ਵਿਚਾਰਾਂ ਦੀ ਏਕਤਾ ਵੀ ਜਿਹੜੀ ਆ ਹੋਣੀ ਚਾਹੀਦੀ ਆ। ਉਹ ਸਿੱਥਰ ਹੁੰਦੀ ਆ, ਲੰਮਾ ਸਮਾਂ ਚੱਲਦੀ ਆ। ਤੇ ਜੇ ਇਕੱਲੀ ਸਰੀਰਾਂ ਦੀ ਏਕਤਾ ਹੋਵੇ ਤੇ ਮੈਨੂੰ ਲੱਗਦਾ ਵੀ ਉਹ ਕੋਈ ਬਹੁਤੇ ਮਾਇਨੇ ਨਹੀਂ ਰੱਖਦੀ। ਜਿੰਨਾ ਚਿਰ ਅਸੀਂ ਵਿਚਾਰਾਂ ਦੀ ਏਕਤਾ ਨਹੀਂ ਕਰਦੇ, ਉਹਨਾਂ ਚਿਰ ਸਾਡਾ ਜਿਹੜਾ ਸੰਘਰਸ਼ ਆ, ਤੇ ਮੈਨੂੰ ਲੱਗਦਾ ਵੀ ਉਹ ਅੱਧ ਵੱਡੇ ਚੱਲ ਰਿਹਾ। ਜਦੋਂ ਅਸੀਂ ਸਾਰੇ ਇੱਕ ਹੋ ਜਾਵਾਂਗੇ, ਅਸੀਂ ਯੂਥ ਵੀ, ਜਿੰਨਾ ਸਾਡੇ ਭੈਣ ਭਰਾ ਬਜ਼ੁਰਗ ਬੱਚੇ ਨੇ, ਸਾਡੀਆਂ ਸਟੇਜ ਤੇ ਬੈਠੀਆਂ ਜਥੇਬੰਦੀਆਂ, ਅਸੀਂ ਸਾਰੇ ਇੱਕ ਹੋ ਕੇ ਚੱਲਾਂਗੇ ਤੇ ਮੈਂ ਸਮਝਦਾ ਵੀ ਕੋਈ ਜਿੱਤ ਜਿਹੜੀ ਆ ਬਹੁਤੀ ਦੂਰ ਨਹੀਂ। ਨਾਲ ਮੈਂ ਬਹੁਤਾ ਸਮਾਂ ਤਾਂ ਮੈਂ ਨਹੀਂ ਲੈਣਾ, ਪਰ ਮੈਂ ਜ਼ਰੂਰ ਜਥੇਬੰਦੀਆਂ ਨੂੰ ਬੇਨਤੀ ਕਰੂੰਗਾ ਤੇ ਬੈਠੀਆਂ ਨੇ ਤਕਰੀਬਨ ਅੱਜ ਸਾਰੀਆਂ ਹੀ, ਕਿ ਤੁਸੀਂ ਪ੍ਰੋਗਰਾਮ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਠੋਸ ਦਿਓ ਤੇ ਪੂਰਾ ਪੰਜਾਬ ਤੁਹਾਡੇ ਨਾਲ ਖੜਾ ਆ। ਪਰ ਇੱਕ ਗੱਲ ਦਾ ਖਿਆਲ, ਜਿਹੜਾ ਪ੍ਰੋਗਰਾਮ ਦਿਓਗੇ, ਇਹ ਸਾਡੀਆਂ ਜਿਹੜੀਆਂ ਸੰਗਤਾਂ, ਇਹ ਸਾਡਾ ਜਿਹੜਾ ਨੌਜਵਾਨ ਆ, ਇਹਨਾਂ ਦੀਆਂ ਭਾਵਨਾਵਾਂ ਦੇ ਨਾਲ ਹੋਣਾ ਚਾਹੀਦਾ। ਸੋ ਸੰਗਤ ਜੀ, ਇਹਨਾਂ ਗੱਲਾਂ ਵੱਲ ਧਿਆਨ ਦਿਓ। ਅਸੀਂ ਮੋਰਚਾ ਜਿੱਤਣਾ ਆ, ਮੋਰਚਾ ਜਿੱਤਣ ਦੇ ਨੇੜੇ ਆ, ਪਰ ਜਿੱਤਿਆ ਉਦੋਂ ਜਾਊਗਾ ਜਦੋਂ ਤੁਸੀਂ ਇੱਥੋਂ ਛੱਡ ਕੇ ਸਾਰੇ ਦਿੱਲੀ ਪਹੁੰਚੋਗੇ। ਮੈਂ ਨਾਲ ਬੇਨਤੀ ਕਰਾਂ ਕਿ ਅੱਜ ਸਾਡੇ ਸ਼ਹੀਦਾਂ ਦਾ ਦਿਨ ਆ। ਬਹੁਤ ਅੱਜ ਜਿਹੜਾ ਸ਼ਹੀਦਾਂ ਦਾ ਦਿਨ ਹੁੰਦਾ, ਬੜਾ ਪਾਕ ਔਰ ਪਵਿੱਤਰ ਹੁੰਦਾ, ਤੇ ਸਾਡੀਆਂ ਕੁਰਬਾਨੀਆਂ ਹੋਈਆਂ। ਤੁਹਾਡਾ ਜਿਹੜਾ ਇਲਾਕਾ ਆ ਦੁਆਬੇ ਦਾ, ਇਹ ਬਹੁਤ ਪੁਰਾਣਾ ਸ਼ਹਾਦਤਾਂ ਦੇ ਰਿਹਾ, ਤੇ ਤੁਸੀਂ ਸਾਰੀਆਂ ਤੁਹਾਡੇ ਖਿਆਲ ਚ ਹੋਣੀਆਂ ਚਾਹੀਦੀਆਂ। ਕਿਤੇ ਤੇ ਇਹਨਾਂ ਨੇ ਗਦਰੀ ਬਾਬਿਆਂ ਦੇ ਰੂਪ ਦੇ ਵਿੱਚ ਸ਼ਹਾਦਤਾਂ ਦਿੱਤੀਆਂ, ਕਿਤੇ ਬੱਬਰਾਂ ਦੇ ਰੂਪ ਦੇ ਵਿੱਚ, ਤੇ ਕਿਤੇ ਉਸ ਤੋਂ ਬਾਅਦ, ਤੇ ਅੱਜ ਫਿਰ ਅਸੀਂ ਸ਼ਹਾਦਤਾਂ ਦੇ ਰਹੇ ਹਾਂ। ਕਿਤੇ ਭਗਤ ਸਿੰਘ ਹੋਣਾ ਦੇ ਰੂਪ ਦੇ ਵਿੱਚ ਅੱਜ ਤੋਂ ਕਿੰਨੇ ਸਾਲ ਦਹਾਕੇ ਪਹਿਲੋਂ ਅਸੀਂ ਸ਼ਹਾਦਤਾਂ ਦਿੱਤੀਆਂ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਸਾਰੇ ਜਣੇ ਇੱਕ ਹੋ ਜਾਓ, ਪਰਨ ਕਰ ਲਓ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਤੋਂ ਜਿਹੜਾ ਵੀ ਕੋਈ ਸੱਦਾ ਆਉਂਦਾ, ਉਹਦੇ ਨਾਲ ਅਸੀਂ ਉੱਥੇ ਦਿੱਲੀ ਪਹੁੰਚਾਂਗੇ। ਇਹ ਨਹੀਂ ਦੇਖਣਾ ਕਿ ਸਾਨੂੰ ਸੱਦਾ ਕਿਹਨੇ ਦਿੱਤਾ। ਸੋ ਦੂਜੀ ਹਾਜ਼ਰੀ ਮੈਂ ਸਾਡੇ ਨਾਲ ਵੀਰ ਬੈਠਾ ਆ ਭਾਈ ਰਣਜੀਤ ਸਿੰਘ, ਭਾਈ ਰਣਜੀਤ ਸਿੰਘ ਨੂੰ ਬੇਨਤੀ ਕਰੂੰਗਾ ਕਿ ਉੱਠ ਕੇ ਉਹਦੇ ਸਟੇਜ ਦੇ ਨੇੜੇ ਆ। ਭਾਈ ਰਣਜੀਤ ਸਿੰਘ, ਇਹ ਜਿਹੜਾ ਭਾਈ ਰਣਜੀਤ ਸਿੰਘ ਉਹ ਨੌਜਵਾਨ ਆ ਜਿਹੜਾ ਇਸ ਵੇਲੇ
ਤੁਹਾਡੇ ਦੁਆਬੇ ਦਾ ਲੱਖਾਂ ਸਿਧਾਣਾ ਆ, ਲੱਖਾਂ ਸਿਧਾਣਾ। ਆਉਣਾ ਲੱਖੇ ਵੀ ਸੀ, ਪਰ ਕਾਰਨ ਇਹ ਕਿ ਇਹ ਜਿਹੜੀ ਸਟੇਜ ਹੈ ਸਾਰਿਆਂ ਦੀ ਸਾਂਝੀ ਸੀ। ਅਸੀਂ ਇਸ ਤੋਂ ਅੱਗੇ ਕੁਝ ਦਿਨਾਂ ਦੇ ਵਿੱਚ ਇਸ ਦੁਆਬੇ ਏਰੀਏ ਦੇ ਵਿੱਚ ਪ੍ਰੋਗਰਾਮ ਰੱਖਾਂਗੇ, ਇਸੇ ਤਰ੍ਹਾਂ ਹੀ ਵੱਡਾ ਇਕੱਠ ਕਰਕੇ ਤੇ ਉਸ ਸਟੇਜ ਤੋਂ ਆਣ ਕੇ ਲੱਖਾਂ ਸੰਬੋਧਨ ਕਰੂਗਾ। ਤੇ ਮੈਂ ਤੁਹਾਡੇ ਨਾਲ ਉਹਦੀ ਫਤਿਹ ਵੀ ਸਾਂਝੀ ਕਰਦਾ। ਲੱਖੇ ਵੱਲੋਂ ਫਤਿਹ ਉਹ ਵੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਦੇ ਨਾਂ ਦਾ ਇੱਕ ਜਕਾਰਾ ਵੀ ਆ, ਬੋਲੇ ਸੋਨਿਆਲ। ਸੋ ਮੈਂ ਇੱਕ ਗੱਲ ਕਰਕੇ ਹੁਣ ਆਪਣੀ ਜਗ੍ਹਾ ਲਊਂਗਾ ਕਿ ਅਸੀਂ ਜਿਹੜੇ ਬਿੱਲਾਂ ਦੀ ਲੜਾਈ ਲੜ ਰਹੇ ਹਾਂ, ਇਹ ਸਾਡੀ ਆਖਰੀ ਨਹੀਂ, ਪਹਿਲੀ ਨਹੀਂ। ਬਿੱਲ ਅਸੀਂ ਰੱਦ ਕਰਵਾ ਵੀ ਲੈਂਦੇ ਹਾਂ, ਲੜਾਈ ਸਾਡੀ ਤਾਂ ਵੀ ਨਹੀਂ ਮੁੱਕਣੀ, ਕਿਉਂਕਿ ਸਾਡੇ ਹੱਕ ਦੇ ਵਿੱਚ ਨਹੀਂ, ਹੱਕ ਸਾਡੇ ਵੱਖਰੇ ਨੇ, ਅਸੀਂ ਉਹ ਲੈਣੇ ਆ। ਅਗਲੀ ਲੜਾਈ ਹੱਕਾਂ ਦੀ ਚੱਲਣੀ ਆ। ਤੇ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਆ, ਤੁਸੀਂ ਹੱਥ ਕਰਕੇ ਖੜੇ ਕਰਕੇ ਦੱਸਣਾ ਕਿ ਜੋ ਲੜਾਈ ਚੱਲ ਰਹੀ ਆ ਉਹ ਅਸੀਂ ਬਿੱਲਾਂ ਦੇ ਵਿੱਚ ਕਿਸੇ ਛੋਟੇ ਹੱਕ 'ਚ ਆ ਤੇ ਜਾਂ ਅਸੀਂ ਉਹਨਾਂ ਨੂੰ ਰੱਦ ਕਰਾਉਣ ਦੇ ਹੱਕ ਦੇ ਵਿੱਚ ਹੱਥ ਖੜੇ ਕਰਕੇ ਦੱਸਿਓ। ਜੇ ਰੱਦ ਕਰਾਉਣ ਦੇ ਹੱਕ 'ਚ ਦੇ ਹੱਥ ਖੜੇ ਕਰਿਓ। ਬੋਲੇ ਸੋਨਿਆਲ। ਮੈਂ ਹੁਣ ਜਿਹੜੀ ਸਾਡੇ ਮੰਚ ਤੇ ਬੈਠੀ ਆ ਸਾਰੀ ਜਥੇਬੰਦੀ, ਉਹਨਾਂ ਦੇ ਧਿਆਨ 'ਚ ਲਿਆਉਣਾ ਵੀ ਆ ਗੱਲਾਂ ਸਾਰੀਆਂ ਦਾ ਧਿਆਨ ਰੱਖਿਓ। ਫੈਸਲੇ ਕਰਨ ਲੱਗੇ ਵੀ ਤੇ ਮੋਰਚੇ ਨੂੰ ਫਤਿਹ ਕਰਨ ਲੱਗੇ ਵੀ ਜਦ ਤੁਸੀਂ ਜਿੱਤ ਵੱਲ ਲੈ ਕੇ ਜਾਣਾ ਤੇ ਹਜ਼ਾਰਾਂ ਲੱਖਾਂ ਜਿਹੜੀਆਂ ਭਾਵਨਾਵਾਂ ਉਹਨਾਂ ਦਾ ਖਿਆਲ ਰੱਖਿਓ। ਹੁਣ ਮੈਂ ਆਖਰੀ ਮੇਰੀ ਬੇਨਤੀ ਕਿ ਤੁਸੀਂ ਲੱਖੇ ਨੂੰ ਕਿੰਨਾ ਕੁ ਪਿਆਰ ਕਰਦੇ ਜੇ ਹੁਣ ਇਹ ਦੱਸਣਾ ਸਾਰਿਆਂ ਨੇ। ਮੈਂ ਜਕਾਰਾ ਲਾਉਂਗਾ ਤੇ ਸਾਰਿਆਂ ਨੇ ਦੱਸਣਾ ਕਿ ਕਿੰਨਾ ਕੁ ਪਿਆਰ ਕਰਦੇ ਜੇ। ਲੱਖਾ ਸਦਾਣਾ, ਲੱਖਾ ਸਦਾਣਾ, ਬੋਲੇ ਸੋਨਿਆਲ। ਮੇਰੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਜੇ ਕਿਸੇ ਨੂੰ ਕੋਈ, ਮੈਂ ਵੈਸੇ ਕਦੀ ਮਾਫੀ ਤਾਂ ਮੰਗੀ ਨਹੀਂ ਸਟੇਜ ਤੋਂ, ਪਰ ਮੈਂ ਇੱਕ ਗੱਲ ਕਹਿ ਕੇ ਚੱਲਿਆ, ਜੇ ਕਿਸੇ ਨੂੰ ਕੋਈ ਗੱਲ ਬੁਰੀ ਲੱਗੀ ਤੇ ਮੇਰੀ ਝੋਲੀ 'ਚ ਪਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, वाहिगुरु जी की फतेह। चौधरी कुशाल सिंह दैया ने सारी बातें सुनी और समझी। उसके बाद उन्होंने अपने बड़े बेटे से कहा कि गुरुजी के शीश का मान सम्मान रखना बहुत जरूरी है, इसीलिए मेरा सर काट के मुगलों की सेना को दे दिया जाए और जिसकी वजह से गुरुजी का शीश आगे जाना चाहिए। तो मैं उस ख्वाब का एक नौजवान हूं। मेरे पंजाब के भाइयों, मेरे पंजाब के भाइयों, आपको एक विश्वास दिलाना चाहते हैं कि आज आप सिंगो और टिकरी बॉर्डर पे हरियाणा की धरती पे बैठे हैं। यदि आपके मान सम्मान के लिए, आपके स्वाभिमान के लिए, आपकी पगड़ी की इज्जत के लिए यदि हमें अपना शीश कटाना पड़ा तो 85 वर्ष के चौधरी कुशाल सिंह दैया की तरह हरियाणा के एक एक नौजवान अपना सिर कलम कराने को तैयार है। साथियों, आज से 90 साल पहले शहीद आजम भगत सिंह राजगुरु सुखदेव ने इसलिए शहादत दी थी ताकि हर किसान को उसकी फसल का उचित मूल्य मिले, हर नौजवान के हाथ में रोजगार हो, हमारी माताएं बहनें सुरक्षित रहें और सभी धर्मों और जातियों के लोग मिलजुल के रहें। लेकिन हुआ यह कि 1947 में गोरे अंग्रेज तो चले गए, लेकिन उसके बाद काले अंग्रेज सत्ता में आके बैठ गए और यही कारण है कि पिछले 25 सालों में 20 लाख से अधिक किसानों ने आत्महत्याएं की है। हर साल हजारों नौजवान बेरोजगारी के कारण आत्महत्या करते हैं। हर साल हजारों माताओं बहनों के साथ रेप होता है और राजनीतिक पार्टियां धर्म और जाति के नाम पे लोगों को बांट के अपनी राजनीतिक रोटियां सेकती हैं। साथियों, आप सबसे हाथ जोड़ के एक निवेदन करता हूं
कि यदि हम सही मायनों में अपने शहीदों को श्रद्धांजलि देना चाहते हैं तो आज यहां से एक प्रण करके जाएं कि अपने जीवन की आखिरी सांस तक अपनी पूरी ताकत लगा देंगे और इस मुल्क को शहीदों के सपनों का भारत बना के रहेंगे। जब ये हम प्रण करेंगे तो शहीदों को सच्ची श्रद्धांजलि होगी। साथियों, आज हमारा देश एक निर्णायक मोड़ पे खड़ा है। यह आंदोलन इस बात का फैसला करेगा कि इस मुल्क में किसानों और नौजवानों की चलेगी या कॉरपोरेट घरानों की चलेगी। यह आंदोलन ये बात तय करेगा कि इस मुल्क में हमारी और आपकी सुनी जाएगी या अंबानी और अडानी की सुनी जाएगी। और एक बात हम कहना चाहते हैं मोदी सरकार को, मोदी सरकार कान खोल के सुन ले, यह किसान कौम है, किसान कौम। यह कौम ना पीछे हटेगी, ना डरेगी, ना दबेगी, ना झुकेगी, क्योंकि यह किसान कौम, क्योंकि यह किसान कौम अंग्रेजों से माफी मांगने वाले सावरकर की वंशज नहीं है, बल्कि अंग्रेजों के खिलाफ लड़ते हुए अपनी कुर्बानी देने वाले शहीद आजम भगत सिंह की वंशज है। भाइयों, एक दो छोटी छोटी बातें और कहूंगा। आज अपना किसान समाज युद्ध के मैदान में खड़ा है, रण के मैदान में खड़ा है। मेरे भाइयों, युद्ध में वही सेना जीतती है जो अपने सेनापतियों पे पूरा विश्वास रखती है। जो अपना 80 करोड़ किसानों का यह परिवार है, इस परिवार के मुखिया हमारे सीनियर किसान नेता हैं जो मंच पे सामने बैठे हुए हैं। साथियों, कुछ लोग अफवाह फैलाते हैं कि नौजवानों और सीनियर लीडरशिप में मतभेद है, लेकिन मैं आपको एक विश्वास दिलाना चाहता हूं कि एक एक सीनियर लीडरशिप हमारे और आपके लिए अपनी कुर्बानी देने को तैयार है। इसलिए हमें अपने सेनापतियों पे पूरा विश्वास रखना चाहिए। भाइयों, ये 28 साल का नौजवान आज आपके सामने खड़ा है। मैं यहां पे खड़ा हूं क्योंकि हमारे सीनियर लीडरशिप ने हमारा मार्गदर्शन किया, हमें आगे बढ़ने के लिए उत्साहित किया। एक अंतिम बात कहूंगा भाइयों, साथियों, ये बीजेपी के लोग हमें कभी आतंकवादी बोलते हैं, कभी विदेशी फंडिंग के आरोप लगाते हैं। हम मोदी साहब से एक बात कहना चाहते हैं कि मोदी जी, जो आपने चश्मा पहना हुआ है, इस चश्मे में एक लेंस अडानी का है और एक लेंस अंबानी का है। इस अडानी अंबानी वाले चश्मे को उतार के देखिए, इन नौजवान भाइयों में आपको आतंकवादी नहीं बल्कि शहीद आजम भगत सिंह, राजगुरु और सुखदेव दिखेंगे। अपना ये अडानी अंबानी का चश्मा उतार के देखिए, हमारी इन माताओं बहनों में कोई फॉरेन फंडिंग लेने वाली नहीं बल्कि झांसी की रानी लक्ष्मीबाई दिखेगी। एक बार चश्मा उतार के तो देखिए। नौजवान भाइयों, दो चीजों का ध्यान रखना जो अपने 10 साल के सामाजिक जीवन में सीखी है। नीति और नियत साफ रखना, नीति और नियत साफ रखना। दुनिया की कोई ताकत आपको सफलता से नहीं रोक सकती। और एक बात अपने मन में यह याद रखना कि बड़ी लड़ाइयां साधनों से नहीं बल्कि साधना से जीती जाती है। और अपना किसान समाज पिछले 4 महीने से दिल्ली के बॉर्डरों पर बैठ के साधना कर रहा है। मोदी साहब, 2 पंक्तियां आपको चेतावनी के तौर पे। हमारा जो इतिहास है यह शहीदों की कुर्बानी और खून से लिखा गया है। तो मोदी साहब कान खोल के सुन ले कि खून से लिखा इतिहास हम शाही से नहीं मिटने देंगे। खून से लिखा इतिहास हम शाही से नहीं मिटने देंगे। बेच दिए होंगे रेल और जहाज तूने, लेकिन अपने देश के किसान को हम नहीं बिकने देंगे। अपने देश के किसान को हम नहीं बिकने देंगे। भाइयों, कुछ नारे लगा दो। आपकी आवाज दिल्ली में बैठे हुए तानाशाहों तक पहुंचनी चाहिए। और जिसकी रगों में किसान का खून है, जो 3 वक्त की रोटी खाता है किसान के खेत की, वो दोनों हाथ ऊपर करके नारे जरूर लगाएगा। किसान एकता जिंदाबाद, किसान एकता जिंदाबाद।
नारी शक्ति जिंदाबाद, संयुक्त किसान मोर्चा जिंदाबाद, जो बोले सो निहाल। जगजीत सिंह जी डलेवाल साहब। मेरे बहुत ही प्यारे जुझारू किसान बुजुर्ग, मेरे नौजवान, मेरिया सत्कारयोग भैन, फतेह प्रवान करो। वाहिगुरू जी का खालसा, वाहिगुरू जी की फतेह। अज आप सारे शहीद आजम सरदार भगत सिंह जी, राजगुरु सुखदेव, उन्होंने याद करने के लिए इकट्ठे हुए हैं, तो फिर एक गल बहुत जरूरी बन जाती है कि उस गल नूं समझण दी लोड़ है कि उन्हां दा कहना की सी, उन्हां दा संदेश की सी, वो लड़े किस गल दे लई, उन्होंने कुर्बानियां दित्तियां किस गल दे लई। तो प्यारे दोस्तों, शहीद आजम सरदार भगत सिंह होरां बारे मेरा ख्याल है कोई भुलेखा नहीं। आपां छोटे छोटे हुंदियां तो उन्हां दी जीवन कथा नूं सुनते पढ़ते आ रहे हैं कि उन्होंने किस तरीके दे नाल अंग्रेज हुकूमत दे नाल टक्कर लई, लड़ाई लड़ी, देश नूं आज़ाद करवाउण दे लई फांसी दे रस्से चुम्मे। पर दोस्तों, एक गल वो कह के फिर भी गए सी कि हजे लड़ाई लड़नी बाकी है, हजे लड़ाई लड़नी बाकी है। तो उस वेले वो गल समझ नहीं आती सी कि केड़ी लड़ाई लड़नी बाकी दी गल भगत सिंह होरी कह के गए हैं। अज जदों नीतियां सामने आ रही हैं, अज जदों गल्लां सामने आ रही हैं, तो अज पता लग रहा है कि एक लड़ाई लड़नी वाकया बाकी है। वो लड़ाई की आ जेड़े तुहाडे ते कानून थोपे गए ने, एक कानूनां दी बैकग्राउंड की है ते इन्हां कानूनां नूं ये आए कित्थों। यदि बहुत ही लंबी मैं डिटेल दे विच ना जावां, मैं इन्नी गल कह के अगे चला कि ये जिहड़े कानून ने जिस गैट दे विचों निकल के आए है, तो जदों इस गैट दे उत्ते साइन करन दा मुद्दा चल रहा सी देश दे अंदर, उस वेले SP शुक्ला वालों जिस वेले जवाब दिता गया कि इहदे ते साइन नहीं करने, सानू गैट दे मैंबर नहीं बनना चाहिए, उस वेले वर्ल्ड बैंक तो एक चिट्ठी आउंदी है भारत सरकार नूं कि इहनूं SP शुक्ला नूं हटाया जाए और इहदी थां ते अनवर उल हुड्डा नूं लाया जाए। तो बिल्कुल उवें जिवें भारत वालों साडी सरकार वालों SP शुक्ला नूं हटाया जाता है और अनवर उल हुड्डा नूं लाया जाता है। इहदा मतलब मेरे दोस्तों समझण दी लोड़ है कि गैट दे उत्ते साइन भारत नहीं कर रहा सी और उस हुक्म के तहत वर्ल्ड बैंक के हुक्मां के तहत वो चिट्ठी के दबाव थले आके उस आदमी नूं हटाया गया जो इन्हां साइनां दा विरोधी सी और उस व्यक्ति नूं लाया गया जो अमेरिका दीयां पॉलिसियां भारत दे विच लागू कर रहा सी। तो मेरे सज्जनों, इहदा मतलब कि जिहड़ी लड़ाई है, भगत सिंह दा कहना सच है कि हजे उन्हां दी नीति वो पॉलिसी हजे साडे देश दे उत्ते लागू है। साडा राज करन वाला व्यक्ति भावें डॉक्टर मनमोहन सिंह होवे, भावें राज करन वाला व्यक्ति मोदी होवे या चाहे कोई होर दूसरा तीसरा होवे, नीतियां उही लागू हो रही ने। साडे देश के उत्ते राज हजे भी उही शक्तियां कर रही हैं जिन्हां दा खिलाफ लड़ाई, जिन्हां दे खिलाफ भगत सिंह होरां ने लड़ी सी। सो इस करके
ਸਾਨੂੰ ਇਸ ਲੜਾਈ ਨੂੰ ਜਿੱਤਣ ਦੇ ਲਈ ਹੋਰ ਲੜਾਈ ਲੜਨ ਦੀ ਲੋੜ ਹੈ। ਅਗਲੀ ਲੜਾਈ ਇਹ ਕਾਨੂੰਨ ਰੱਦ ਹੋ ਜਾਣਗੇ। ਜਿਸ ਤਰ੍ਹਾਂ ਅਸੀਂ ਤਕੜੇ ਹੋ ਕੇ ਲੜ ਰਹੇ ਹਾਂ, ਤੁਸੀਂ ਸਹਿਯੋਗ ਦੇ ਰਹੇ ਹੋ, ਜਿੱਤ ਲਾਂਗੇ। ਪੂਰਾ ਦੇਸ਼ ਇਕਜੁੱਟ ਹੁੰਦਾ ਨਜ਼ਰ ਆ ਰਿਹਾ ਹੈ। ਪਰ ਮੇਰੇ ਦੋਸਤੋ, ਆਉਣ ਵਾਲੇ ਸਮੇਂ ਦੇ ਵਿੱਚ ਲੜਾਈ ਨੇ ਹੋਰ ਰੂਪ ਧਾਰਨ ਕਰਨਾ, ਕਾਨੂੰਨ ਹੋਰ ਰੂਪ ਦੇ ਵਿੱਚ ਆਉਣਗੇ। ਸੋ ਮੇਰੀ ਇੰਨੀ ਕੁ ਬੇਨਤੀ ਨੂੰ ਪ੍ਰਵਾਨ ਕਰਿਓ ਕਿ ਲੜਾਈ ਤੁਹਾਡੀ ਆ ਨੌਜਵਾਨੋ, ਤੁਸੀਂ ਲੜਨੀ ਹੈ, ਤੁਸੀਂ ਜਿੱਤਣੀ ਹੈ। ਤਕੜੇ ਹੋ ਕੇ ਇਸ ਲੜਾਈ ਨੂੰ ਜਿੱਤਣ ਦੇ ਲਈ ਇਕਜੁੱਟ ਹੋ ਕੇ ਅੱਗੇ ਵਧਣ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਛ ਸਾਨੂੰ ਮੱਤਾਂ ਦਿੰਦੇ ਨੇ ਆਪਣੀ ਪਾਰਟੀ ਬਣਾਓ, ਉਹ ਗਲਤ ਗੱਲ ਹੈ ਇਸ ਮੰਚ ਤੋਂ ਬੋਲਣਾ। ਦੂਜੀ ਗੱਲ, ਮੈਂ ਇਸ ਸ਼ਹੀਦੀ ਦਿਨ ਤੇ ਤੁਹਾਨੂੰ ਯਕੀਨ ਦਿਵਾਉਣਾ ਹੈ ਕਿ ਮੋਦੀ ਸਰਕਾਰ ਗੱਲ ਕਰੇ ਜਾਂ ਨਾ ਕਰੇ, ਅਸੀਂ ਕਾਨੂੰਨ ਰੱਦ ਕਰਾਉਣ ਲਈ ਉੱਥੇ ਬੈਠੇ ਹਾਂ। ਜਦੋਂ ਤੱਕ ਨਹੀਂ ਰੱਦ ਹੁੰਦੇ ਉਦੋਂ ਤੱਕ ਅਸੀਂ ਵਾਪਸ ਨਹੀਂ ਆਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਬਜ਼ੁਰਗੋ, ਮੇਰੀਓ ਮਤਾਓ, ਭੈਣੋ ਤੇ ਵੀਰੋ, ਬੱਚਿਓ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਉਸ ਧਰਤੀ ਦੇ ਉੱਪਰ ਅਸੀਂ ਸਾਰੇ ਪਹੁੰਚੇ ਹਾਂ ਜਿਹੜੇ ਸ਼ਹੀਦ ਨੇ ਦੁਆਬੇ ਦਾ ਇੱਕ ਗੱਭਰੂ ਬਹੁਤ ਬਾਲੜੀ ਉਮਰ ਦੇ ਵਿੱਚ ਜਿਹੜੀ ਸ਼ਹੀਦੀ ਦਿੱਤੀ ਸਾਡੀ ਕੌਮ ਦੀ ਖਾਤਰ, ਸਾਰੇ ਦੇਸ਼ ਦੀ ਖਾਤਰ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ। ਅਸੀਂ ਸਾਰੇ ਸ਼ਹੀਦਾਂ ਨੂੰ ਸਜਦਾ ਕਰਦੇ ਹਾਂ, ਦਸਾਂ ਗੁਰੂਆਂ ਨੂੰ, ਸਾਰੇ ਸ਼ਹੀਦਾਂ ਨੂੰ। ਤੁਸੀਂ ਅੱਜ ਇਸ ਦਿਨ ਤੇ 23 ਮਾਰਚ ਜਿਹੜਾ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਦਿਹਾੜਾ, ਤੁਸੀਂ ਇਸ ਦਿਨ ਤੇ ਪਹੁੰਚੇ ਹੋ। ਤੁਹਾਡਾ ਸਾਰਿਆਂ ਦਾ ਇੱਕ ਕਦਮ ਸਾਡੇ ਸਿਰ ਮੱਥੇ ਹੈ। ਨਿੱਘੀ ਜੀ ਆਇਆਂ, ਬਹੁਤ ਬਹੁਤ ਮਿਹਰਬਾਨੀ। ਮੈਨੂੰ ਬੋਲਣ ਦਾ ਮੌਕਾ ਮਿਲਿਆ, ਮੈਂ ਬਹੁਤਾ ਲੰਬਾ ਨਹੀਂ ਬੋਲਣਾ। ਮੈਂ ਧੰਨਵਾਦ ਕਰਨਾ ਚਾਹੂੰਗਾ ਸਭ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦਾ, ਸਾਰੇ ਸਮੂਹ ਸਿੱਖ ਜਥੇਬੰਦੀਆਂ ਦਾ, ਧਾਰਮਿਕ ਜਥੇਬੰਦੀਆਂ ਦਾ, ਨਿਹੰਗ ਸਿੰਘ ਜਥੇਬੰਦੀਆਂ ਦਾ, ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਨੇ। ਤੇ ਤੁਸੀਂ ਸਾਰੇ ਮੇਰੇ ਬਜ਼ੁਰਗ, ਮੇਰੀਆਂ ਮਾਵਾਂ, ਮੇਰੇ ਵੱਡੇ ਤੋਂ ਛੋਟੇ ਵੀਰ ਭੈਣਾਂ, ਬੱਚੇ, ਤੁਸੀਂ ਸਾਰੇ ਹੀ, ਤੁਹਾਡਾ ਸਾਰਿਆਂ ਦਾ ਸਭ ਤੋਂ ਵੱਡਮੁੱਲਾ ਯੋਗਦਾਨ ਹੈ। ਤੁਹਾਡਾ ਸਭ ਤੋਂ ਪਹਿਲਾ ਯੋਗਦਾਨ ਬਣਦਾ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ, 2 ਲਾਈਨਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ ਨੇ। ਤੁਹਾਡੀ ਖਿਦਮਤ ਗੀਤ ਬੜੇ ਆਏ ਨੇ, ਸਾਡੇ ਵੀ ਹੋਰ ਮੇਰੇ ਗਵਈਏ ਵੀਰ ਬੈਠੇ ਆ, ਪਰ ਬਹੁਤਾ ਲੰਬਾ ਸਮਾਂ ਨਹੀਂ ਲੈਣਾ। ਚੰਦ ਲਾਈਨਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ। ਹੱਥ ਝੰਡਾ ਚੱਕ ਕੇ ਕਿਰਸਾਨੀ ਦਾ, ਹੋ ਚਾ ਚੜਿਆ ਏ ਕੁਰਬਾਨੀ ਦਾ। ਹੋਇਆ ਵੇਖ ਲੈ ਜੋਸ਼ ਜ਼ਬਾਨੀ ਦਾ, ਹੋਇਆ ਵੇਖ ਲੈ ਜੋਸ਼ ਜ਼ਬਾਨੀ ਦਾ। ਨਹੀਂ ਰੁਕਦਾ ਅੱਧ ਵਿਚਕਾਰੇ, ਹੱਕ ਲੈ ਕੇ ਜਾਵਾਂਗੇ, ਹੱਕ ਲੈ ਕੇ ਜਾਵਾਂਗੇ। ਨੀ ਖਾਲੀ ਮੁੜਦੇ ਨਹੀਂ ਸਰਕਾਰੇ, ਹੱਕ ਲੈ ਕੇ ਜਾਵਾਂਗੇ। ਨੀ ਖਾਲੀ ਮੁੜਦੇ ਨਹੀਂ ਸਰਕਾਰੇ। ਤੁਸੀਂ ਮੇਰੇ ਨਾਲ ਅੱਜ ਇੱਕ ਵਾਅਦਾ ਕਰੋਗੇ, ਇੱਕ ਪਰਦ ਕਰੋਗੇ, ਜਿੰਨਾ ਚਿਰ ਸਾਡੇ ਬਜ਼ੁਰਗ, ਸਾਡੇ ਵੀਰ ਉਸ ਮੋਰਚੇ ਤੇ ਬੈਠੇ ਆ, ਅਸੀਂ ਆਪਣਾ ਆਪਣਾ ਬਣਦਾ ਯੋਗਦਾਨ ਪਾਵਾਂਗੇ। ਇੱਕ ਵਾਰ ਸਾਰੇ ਜਾਣੇ ਹੱਥ ਖੜਾ ਕਰਕੇ ਮੇਰੇ ਨਾਲ ਵਾਅਦਾ ਕਰੋ। ਬੋਲੇ ਸੋਨਿਹਾ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਇਨਕਲਾਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5 ਜੂਨ ਨੂੰ ਸਰਕਾਰ ਨੇ ਆਰਡੀਨੈਂਸ ਜਾਰੀ ਕੀਤੇ। ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਅੰਦੋਲਨ ਦੀ ਰੂਪਰੇਖਾ ਤਿਆਰ ਕਰਕੇ ਅੰਦੋਲਨ ਨੂੰ ਤੇਜ਼ ਕਰਨ ਲੱਗੇ। ਮੈਂ ਸਾਫ਼ ਕਰਦੇ ਹਾਂ, ਕੋਈ ਸੱਜਣ ਕਹਿੰਦੇ ਹੋਣਗੇ ਕਾਮਰੇਡਾਂ ਦਾ ਅੰਦੋਲਨ ਹੈ ਜਾਂ ਕੋਈ ਧਾਰਮਿਕ ਅੰਦੋਲਨ ਹੈ। ਇਹ ਕਿਸਾਨਾਂ ਦਾ ਅੰਦੋਲਨ ਹੈ। ਇੱਥੇ ਕਾਮਰੇਡ ਵੀਰਾਂ ਦਾ ਵੱਡਾਪਣ ਹੈ ਵੀ ਉਹਨਾਂ ਨੇ ਇਸ ਅੰਦੋਲਨ ਵਿੱਚ ਕਿਸੇ ਵੇਲੇ ਵੀ ਕਾਮਰੇਡੀ ਨਹੀਂ ਘੋਟੀ। ਉਹਨਾਂ ਨੇ ਇਸ ਅੰਦੋਲਨ ਵਿੱਚ ਕਿਸਾਨੀ ਮੁੱਦਿਆਂ ਨੂੰ ਤਰਜੀਹ ਦੇ ਕੇ ਆਪਣਾ ਬਣਦਾ ਅਹਿਮ ਰੋਲ ਅਦਾ ਕੀਤਾ ਹੈ। ਇਸ ਕਰਕੇ ਇਹ ਕਿਸਾਨੀ ਸੋਚ ਦਾ ਅੰਦੋਲਨ ਹੈ। ਇੱਥੇ ਕੋਈ ਪਰਟੀਕੂਲਰ ਸੋਚ ਨਹੀਂ।
ਜੇ ਹੈ ਤਾਂ ਸਿਰਫ ਤੇ ਸਿਰਫ ਕਿਸਾਨੀ ਸੋਚ ਹੈ ਜਿਹਦੇ ਤੇ ਆਧਾਰਿਤ ਇਹ ਅੰਦੋਲਨ ਚੱਲ ਰਿਹਾ ਹੈ। ਸਾਡੇ ਨਾਲ ਨਾ ਤਾਂ ਕੋਈ ਸਾਡਾ ਬੱਚਾ ਨੌਜਵਾਨ ਨਿਰਾਸ਼ ਹੋਇਆ, ਨਾ ਅੱਜ ਨਿਰਾਸ਼ ਹੈ। ਅੱਜ ਉੱਤੇ ਸਿੰਘੂ ਬਾਰਡਰ ਤੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ ਆ, ਨੌਜਵਾਨ ਇਕੱਠੇ ਹੋਏ ਆ। ਉੱਥੇ ਵੀ ਇਸੇ ਤਰ੍ਹਾਂ ਦਾ ਸਮਾਗਮ ਚੱਲ ਰਿਹਾ। ਮੈਂ ਤੁਹਾਨੂੰ ਇੱਕ ਗੱਲੋਂ ਚੌਕਸ ਕਰਨਾ ਚਾਹੁੰਦਾ, ਭਾਜਪਾ ਇਹੋ ਜਿਹੀ ਸ਼ਾਤਰ ਪਾਰਟੀ ਹੈ ਜਿਹੜੀ ਲੋਕਾਂ 'ਚ ਗੁੰਮਰਾਹ ਕਰਨ ਪ੍ਰਚਾਰ ਕਰਨ ਲਈ ਅੱਜ ਤੱਕ ਦੀਆਂ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਨੂੰ ਪਿੱਛੇ ਛੱਡ ਗਈ ਹੈ। 3700 ਬੰਦਾ ਇਹਨਾਂ ਨੇ ਆਪਣੇ IT ਸੈੱਲ ਵਿੱਚ ਭਰਤੀ ਕੀਤਾ ਹੋਇਆ ਹੈ, ਜਿਹੜਾ ਅੰਦੋਲਨ ਦੀ ਲੀਡਰਸ਼ਿਪ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਰ੍ਹਾਂ ਤਰ੍ਹਾਂ ਦੇ ਸੋਸ਼ਲ ਮੀਡੀਆ 'ਤੇ ਮੈਸੇਜ ਪਾਉਂਦਾ ਹੈ, ਲੋਕਾਂ ਨੂੰ ਗੁੰਮਰਾਹ ਕਰਦਾ ਹੈ, ਸਾਡੀ ਲੀਡਰਸ਼ਿਪ ਨੂੰ ਗਾਲਾਂ ਕੱਢਣ ਦਾ ਕੰਮ ਕਰਦਾ ਹੈ ਤਾਂ ਕਿ ਇੱਦਾਂ ਲੱਗੇ ਜਿਵੇਂ ਲੋਕ ਗਾਲਾਂ ਕੱਢਦੇ ਹੋਣ। ਇਸ ਤੋਂ ਤੁਹਾਨੂੰ ਚੌਕਸ ਰਹਿਣ ਦੀ ਲੋੜ ਹੈ। ਮੈਂ ਇੱਕ ਗੱਲ ਤੁਹਾਨੂੰ ਸਪਸ਼ਟ ਦੱਸ ਦਿਆਂ, ਜਿਹੜੀ ਸਾਡੀ ਜ਼ਿੰਮੇਵਾਰੀ ਹੈ, ਅੱਜ ਸਰਕਾਰ ਮੇਜ਼ ਤੇ ਕਿਉਂ ਨਹੀਂ ਬਹਿੰਦੀ ਇਹ ਸਮਝ ਲੈਣਾ ਚਾਹੀਦਾ ਹੈ। ਸਰਕਾਰ ਅੱਜ ਤੱਕ ਦੇ ਸਭ ਤੋਂ ਵੱਡੇ ਝੂਠਿਆਂ ਦੀ ਸਰਕਾਰ ਹੈ। ਅਸੀਂ ਪਹਿਲੀਆਂ 4 ਮੀਟਿੰਗਾਂ ਵਿੱਚ ਜਿਹੜੀਆਂ 6-6 ਘੰਟੇ ਚੱਲੀਆਂ, ਕਲਾਸ ਬਾਈ ਕਲਾਸ ਬਹਿਸ ਕਰਕੇ ਇਕੱਲੇ ਕਾਨੂੰਨ ਨੂੰ ਦੇਸ਼ ਵਿਰੋਧੀ ਅਤੇ ਸੰਵਿਧਾਨ ਦੇ ਵਿਰੁੱਧ ਸਾਬਤ ਕਰ ਚੁੱਕੇ ਹਾਂ। ਸਰਕਾਰ ਨੂੰ ਸਾਡੀ ਕਿਸੇ ਗੱਲ ਦਾ ਜਵਾਬ ਨਹੀਂ ਸੀ। ਇਹੋ ਗੱਲ ਹੈ ਜਿਹੜਾ ਅੱਜ ਕਹਿੰਦੇ ਨੇ ਸੋਧਾਂ ਕਰਾਂਗੇ, ਕੋਈ ਸੁਪਨਾ ਨਹੀਂ ਆਇਆ ਉਹਨਾਂ ਨੂੰ ਸੋਧਾਂ ਦਾ। ਜਦੋਂ ਅਸੀਂ ਇੱਕ ਕਲਾਸ ਤੇ ਬਹਿਸ ਕਰਦੇ ਸੀ ਉਦੋਂ ਹੀ ਕਹਿੰਦੇ ਸੀ ਅੱਛਾ ਇਹਦੇ 'ਚ ਆਹ ਸੋਧ ਕਰ ਦਿੰਦੇ ਹਾਂ। ਦੂਜੀ ਕਲਾਸ ਤੇ ਬਹਿਸ ਕਰਦੇ ਸੀ, ਅੱਛਾ ਇਹਦੇ 'ਚ ਆਹ ਸੋਧ ਕਰ ਦਿੰਦੇ ਹਾਂ। ਫਿਰ ਸੋਧਾਂ ਦੀ ਇੱਕ ਲੰਬੀ ਲਿਸਟ ਬਣ ਗਈ ਜਿਹਨੂੰ ਅਸੀਂ ਰਿਜੈਕਟ ਕੀਤਾ। ਤੇ ਸਾਨੂੰ ਸਰਕਾਰ ਦੇ ਮੰਤਰੀ ਕਹਿੰਦੇ, ਇੱਕ ਵੱਡਾ ਮੰਤਰੀ ਕਹਿੰਦਾ ਮੀਟਿੰਗ ਵਿੱਚ, ਭਰਾਵੋ ਕੋਈ ਐਸਾ ਰਸਤਾ ਲੱਭੋ ਜਿਹਦੇ ਨਾਲ ਸਰਕਾਰ ਦੀ ਵੀ ਇੱਜ਼ਤ ਬਚ ਜਾਏ, ਤੁਹਾਡਾ ਵੀ ਕੰਮ ਹੋ ਜਾਏ। ਇਹਦੇ ਮਾਨੇ ਕੀ ਹੈ? ਇਹਦੇ ਮਾਨੇ ਇਹ ਹੈ ਵੀ ਸਰਕਾਰ ਹਾਰ ਚੁੱਕੀ ਹੈ, ਇਖਲਾਕੀ ਤੌਰ ਤੇ ਸਰਕਾਰ ਦੀ ਹਾਰ ਹੋ ਚੁੱਕੀ। ਤੁਹਾਡੇ ਡੈਲੀਗੇਸ਼ਨ ਦੇ ਅੱਗੇ ਬੈਠਣ ਦੀ ਹਿੰਮਤ ਨਹੀਂ, ਇਸੇ ਕਰਕੇ ਅੱਜ ਆਨੇ ਬਹਾਨੇ ਗੱਲਬਾਤ ਤੋਂ ਟਾਲਾ ਵੱਜਦੀ ਹੈ। ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ, ਤੁਹਾਡੀ ਇਹ ਲੀਡਰਸ਼ਿਪ ਇੰਨੀ ਤਿਆਰ ਹੈ, ਇਹ ਸਰਕਾਰ ਕੋਲ ਇਕੱਲੇ ਕਾਨੂੰਨ ਤੇ ਬਹਿਸ ਕਰਨ ਲਈ, ਇਹ ਸਰਕਾਰ ਕੋਲ ਤੁਹਾਡੀ ਇਸ ਲੀਡਰਸ਼ਿਪ ਦਾ, ਇਹਦੀ ਟੀਮ ਦਾ ਕੋਈ ਜਵਾਬ ਨਹੀਂ। ਉਹ ਲਾਜਵਾਬ ਹੋ ਜਾਂਦੇ ਨੇ, ਇਸ ਕਰਕੇ ਉੱਠ ਕੇ ਮੀਟਿੰਗ ਛੱਡ ਕੇ ਚਲੇ ਜਾਂਦੇ ਨੇ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਬੇਨਤੀ ਕਰਨੀ ਹੈ, ਆਉਣ ਵਾਲਾ ਸਮਾਂ ਬਹੁਤ ਹੀ ਗੰਭੀਰਤਾ ਨਾਲ ਲੜਨ ਦਾ ਸਮਾਂ। ਮੈਂ ਇਹ ਕਹਿ ਸਕਦਾ ਕਿਉਂਕਿ ਇਸ ਅੰਦੋਲਨ ਦਾ ਧੁਰਾ ਪੰਜਾਬ ਹੈ। ਪੰਜਾਬੀਓ, ਤੁਹਾਡੀ ਸਾਖ ਸਾਰੀ ਦੁਨੀਆ ਵਿੱਚ ਇੱਜ਼ਤ ਵਿੱਚ ਨੰਬਰ 1 ਤੇ ਗਈ ਹੈ। ਇਸ ਅੰਦੋਲਨ ਨੇ ਤੁਹਾਡੀ ਸਾਰੀ ਦੁਨੀਆ ਵਿੱਚ ਇੱਜ਼ਤ ਵਧਾਈ ਹੈ। ਇਸ ਅੰਦੋਲਨ ਨੇ ਭਾਈਚਾਰਾ ਮਜ਼ਬੂਤ ਕੀਤਾ ਹੈ, जात पात खत्म की है, मानस की जात सब एक पहचान वो। इस अंदोलन ने गुरु नानक पातशाह ने जेड़ा राह दिखाया, उस रस्ते ते चल के इनू सफलता के नेड़े ले आंदा है। और इस अंदोलन ने जुरत की है जो गुरु नानक पातशाह ने कहा, राजे सिंह मुकदम कुत्ते, एक कहने की जुरत की है हुक्मराना के मूँह से। अज वो कहते हैं ये तो जी बड़ा सख्त बोलते ने, उन्होंने डर लगन लगे तुहाडे इन्हां जथेबंदियां तो, क्योंकि उन्होंने कोल सरकार है, उन्होंने कोल मीडिया है, वो गुमराहकुन प्रचार करते हैं। तुहाडे इस अंदोलन ने जाके दूजे राज्यों में जदों उन्होंने होर कुछ समझ नहीं पैंदा, सिर्फ वोट की राजनीति की समझ पैंदी है, इस अंदोलन ने फैसला किया कि वोट ते चोट करो। असी बंगाल च जाके उत्थे ते बंगाल के भरावां नूं एक अपील की। अज स्थिति ये है, भाई तुसीं पढ़िया होना सोशल मीडिया ते, परसों
ਭੱਜਿਆ ਸਟੇਜ ਤੋਂ ਅਮਿਤ ਸ਼ਾਹ ਕੇਂਦਰ ਦਾ ਗ੍ਰਹਿ ਮੰਤਰੀ ਲੋਕਾਂ ਕਿਸਾਨਾਂ ਦੇ ਨਾਰਿਆਂ ਦੇ ਨੂੰ ਸੁਣ ਕੇ ਸਟੇਜ ਤੋਂ ਭੱਜ ਗਿਆ ਔਰ ਡਿੱਗ ਪਿਆ। ਭਾਜਪਾ ਦੇ ਕੈਂਡੀਡੇਟ ਮੈਦਾਨ ਚੋਂ ਹਟ ਰਹੇ ਨੇ, ਭੱਜ ਰਹੇ ਨੇ। ਅੱਜ ਸਾਰੇ ਦੇਸ਼ ਵਿੱਚ ਸਾਡੇ ਕੋਲੋਂ ਉਨੀਆਂ ਕਾਨਫਰੰਸਾਂ, ਉਨੀਆਂ ਰੈਲੀਆਂ ਅਟੈਂਡ ਨਹੀਂ ਹੋ ਰਹੀਆਂ। ਇੰਨੇ ਤੁਹਾਡੇ ਲੀਡਰ ਨੇ ਜਿਹੜੇ ਸਾਰੇ ਦੇਸ਼ ਵਿੱਚ ਥਾਂ ਥਾਂ ਜਾ ਸਕਣ, ਜਿੰਨੀ ਡਿਮਾਂਡ ਹੈ। ਸਾਰੇ ਦੇਸ਼ ਵਿੱਚ ਉਸਲ ਵੱਟੇ ਲਹਿਰੇ ਅੰਦੋਲਨ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅੱਜ ਇਹ ਅੰਦੋਲਨ ਮੈਂ ਜਿਵੇਂ ਸ਼ੁਰੂ 'ਚ ਕਿਹਾ, ਸਿਰਫ ਤੁਹਾਡੇ ਪੰਜਾਬ ਦਾ, ਹਰਿਆਣੇ ਦਾ, ਰਾਜਸਥਾਨ ਦਾ, ਦਿੱਲੀ ਦਾ, ਯੂਪੀ ਦਾ ਜਾਂ ਭਾਰਤ ਦਾ ਅੰਦੋਲਨ ਨਹੀਂ ਰਿਹਾ, ਇਹ ਸਾਰੀ ਦੁਨੀਆ ਦਾ ਵਿਸ਼ਵ ਵਿਆਪੀ ਅੰਦੋਲਨ ਹੋ ਗਿਆ। ਅੱਜ ਕਾਰਪੋਰੇਟ ਵਰਸਸ ਲੋਕ ਇਹ ਸਥਿਤੀ ਪੈਦਾ ਹੋ ਗਈ, ਜਿੱਥੇ ਮੋਦੀ ਨੇ ਇਹਨੂੰ ਖੇਤੀ ਸੈਕਟਰ ਨੂੰ ਕਾਰਪੋਰੇਟ ਸੈਕਟਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਉੱਥੇ ਅੱਜ ਸਾਰੀ ਦੁਨੀਆ ਦੇ ਕਾਰਪੋਰੇਟਸ ਇਹ ਚਿੰਤਾ 'ਚ ਪੈ ਗਏ ਕਿ ਜੇ ਹਿੰਦੁਸਤਾਨ ਦਾ ਇਹ ਅੰਦੋਲਨ ਕਾਮਯਾਬ ਹੋ ਗਿਆ ਤਾਂ ਸਾਰੀ ਦੁਨੀਆ ਵਿੱਚ ਲੋਕ ਕਾਰਪੋਰੇਟਸ ਦੇ ਖਿਲਾਫ ਖੜੇ ਹੋ ਜਾਣਗੇ, ਉਹਦੀ ਲੁੱਟ ਦੇ ਖਿਲਾਫ ਖੜੇ ਹੋ ਜਾਣਗੇ। ਲੜਾਈ ਇੱਥੇ ਖੜੀ ਹੈ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਤੁਹਾਡੇ ਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਸਾਨੂੰ ਬਹੁਤ ਕੁਝ ਕਹਿ ਲਿਆ ਸਰਕਾਰ ਨੇ, ਖਾਲਿਸਤਾਨੀ, ਆਤੰਕਵਾਦੀ, ਪਾਕਿਸਤਾਨੀ, ਇਹ ਸਭ ਕਹਿ ਕੇ ਦੇਖ ਲਿਆ। ਇਹ ਪੰਜਾਬ ਦਾ ਅੰਦੋਲਨ, ਇਹ ਪੰਜਾਬ ਹਰਿਆਣੇ ਦਾ ਅੰਦੋਲਨ, ਫਿਰ ਉੱਤਰੀ ਭਾਰਤ ਦਾ ਅੰਦੋਲਨ। ਜਦੋਂ ਅਸੀਂ ਸਾਰੇ ਦੇਸ਼ ਵਿੱਚ ਰੇਲਾਂ ਰੋਕੀਆਂ, 21 ਰਾਜਾਂ 'ਚ ਰੇਲਾਂ ਜਾਮ ਹੋ ਗਈਆਂ ਤੇ ਸਰਕਾਰ ਦਾ ਮੂੰਹ ਬੰਦ ਹੋ ਗਿਆ। ਇਸ ਲਈ ਇਹ ਗੱਲ ਖਿਆਲ ਰੱਖਿਓ, ਸਰਕਾਰ ਦੀਆਂ ਬਹੁਤ ਸਾਰੀਆਂ ਤਾਕਤਾਂ, ਉਹਦੀਆਂ ਏਜੰਸੀਆਂ ਲੀਡਰਸ਼ਿਪ ਨੂੰ ਵੰਡਣ ਲੱਗੀਆਂ, ਲੀਡਰਸ਼ਿਪ ਨੂੰ ਧਮਕੀਆਂ ਦਿੰਦੀਆਂ, ਪਰ ਇਹ ਲੀਡਰਸ਼ਿਪ ਡਰਨ ਵਾਲੀ ਨਹੀਂ, ਸਿਰਫ ਤੁਹਾਤੋਂ ਡਰਦੀ ਹੈ ਵੀ ਦੇਖਿਓ ਕਿਤੇ ਗੁੰਮਰਾਹ ਨਾ ਹੋ ਜਾਇਓ। ਸਰਕਾਰ ਦੀਆਂ ਏਜੰਸੀਆਂ ਦੇ ਪ੍ਰਚਾਰ ਵਿੱਚ ਭੁਲੇਖੇ 'ਚ ਨਾ ਰਹੋ। ਅੰਦੋਲਨ ਤੁਹਾਡਾ ਸਿਖਰ ਤੇ ਗਿਆ ਹੋਇਆ, ਕੋਈ ਤਾਕਤ ਤੁਹਾਨੂੰ ਜਿੱਤਣ ਤੋਂ ਰੋਕ ਨਹੀਂ ਸਕਦੀ ਹੈ, ਮੈਂ ਤੁਹਾਨੂੰ ਯਕੀਨ ਦਿਵਾਉਣਾ। ਅੱਜ ਸਰ ਭਗਤ ਸਿੰਘ ਹੋਰਾਂ ਦੇ, ਉਹਨਾਂ ਦੇ ਸਾਥੀਆਂ ਦੇ ਸ਼ਹੀਦੀ ਦਿਨ ਤੇ ਤੁਸੀਂ ਆਏ ਹੋ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਵਾਰਸ ਹੋ। ਮੈਂ ਇੱਕ ਗੱਲ ਬੇਨਤੀ ਜ਼ਰੂਰ ਕਰਨੀ ਹੈ, ਜਿਹੜੀ ਆਊਟ ਆਫ ਕੰਟੈਕਸਟ ਹੈ, ਉਹ ਇਹ ਹੈ ਵੀ ਅਸੀਂ ਜਿਹੜੇ ਬੁੱਢੇ ਹਾਂ, ਥੋੜ੍ਹਾ ਜਿਹਾ ਆਪਣੇ ਪਰਿਵਾਰਾਂ ਵਿੱਚ ਡਰਨ ਲੱਗ ਪਏ ਹਾਂ। ਨਵੀਂ ਪੀੜ੍ਹੀ ਆਪਣਾ ਚਿਹਰਾ ਮੋਹਰਾ ਵਿਗਾੜ ਰਹੀ ਹੈ, ਕੇਸ ਕਟਾ ਕੇ ਤੁਹਾਡੀ ਪਛਾਣ ਜਿਹੜੀ ਆ ਉਹ ਖੁਰਦ-ਬੁਰਦ ਹੁੰਦੀ ਜਾਂਦੀ ਹੈ ਦੁਨੀਆ ਵਿੱਚ। ਜੇ ਕਿਤੇ ਇਹਨੂੰ, ਮੇਰੀ ਅਪੀਲ ਨੂੰ ਤੁਸੀਂ ਸੁਣਦੇ ਹੋ, ਇਹਦੇ ਤੇ ਅਮਲ ਕਰੋ। ਕੋਈ ਸਮਾਂ ਸੀ ਤੁਸੀਂ ਪਗੜੀਆਂ ਬੰਨ੍ਹਣ ਲੱਗ ਪਏ ਸੀ, ਇਹ ਵੀ ਅੱਜ ਲੋੜ ਹੈ ਸਮੇਂ ਦੀ, ਕਿਉਂਕਿ ਤੁਸੀਂ ਆਧਾਰ ਹੋ ਇਸ ਅੰਦੋਲਨ ਦਾ। ਸਾਡੀ ਨਵੀਂ ਪੀੜ੍ਹੀ ਇਸ ਅੰਦੋਲਨ ਦਾ ਆਧਾਰ ਹੈ। ਤੁਸੀਂ ਸਾਡੀ ਤਾਕਤ ਹੋ। ਅਸੀਂ ਠਰਮੇ ਨਾਲ ਤੁਹਾਨੂੰ ਸਮਝਾ ਸਕਦੇ ਹਾਂ, ਤਾਕਤ ਤੁਸੀਂ ਹੋ। ਲੜਿਆ ਤੁਹਾਡੇ ਸਿਰ ਤੇ ਜਾਣਾ, ਇਹ ਅੰਦੋਲਨ ਲੜਿਆ ਜਾ ਰਿਹਾ, ਪਰ ਆਪਣੇ ਵਿਰਸੇ ਨੂੰ ਵੀ ਪਛਾਣੋ। ਅਸੀਂ ਇਹ ਖਿਆਲ ਰੱਖੀਏ, ਜਿਹਨੇ ਆਧਾਰ ਤਿਆਰ ਕੀਤਾ ਉਹਦੀ ਜ਼ਿੰਮੇਵਾਰੀ ਵੀ ਵੱਧ ਹੁੰਦੀ ਹੈ। ਇਸ ਅੰਦੋਲਨ ਦਾ ਆਧਾਰ ਪੰਜਾਬੀਆਂ ਨੇ ਤਿਆਰ ਕੀਤਾ। ਸਰਕਾਰ ਕਹਿ ਰਹੀ ਹੈ ਭਾਈ ਜੀ, ਉੱਥੋਂ ਮੋਰਚੇ 'ਚੋਂ ਲੋਕ ਜਾਣ ਲੱਗ ਪਏ। ਉਹਨੂੰ ਇਹ ਨਹੀਂ ਪਤਾ ਵੀ ਸਾਡੇ ਹਰ ਪਿੰਡ 'ਚ ਫੈਸਲਾ ਇਹ ਹੋ ਗਿਆ ਕਿ ਹਾੜੀ ਦੀ ਬਾਡੀ ਉਹ ਵੀ ਕਰਨੀ ਹੈ। ਜਿਹੜਾ ਛੋਟਾ ਪਿੰਡ ਆ ਉਹ 10 ਬੰਦੇ, ਵੱਡਾ ਪਿੰਡ 20 ਬੰਦੇ ਉੱਥੇ ਬਿਠਾ ਕੇ ਰੱਖੇਗਾ। ਉਹਨੂੰ ਇਹ ਵੀ ਦੀਂਦਾ ਹੈ ਵੀ ਸਾਡੇ ਪੱਕੇ ਪੈਰੀਂ ਬੈਠਣ ਦੀ ਨਿਸ਼ਾਨੀ ਇਹ ਵੀ ਹੈ, ਅਸੀਂ ਪੱਖੇ ਫਿੱਟ ਕਰਨ ਲੱਗ ਪਏ, ਅਸੀਂ ਕੂਲਰ ਉੱਤੇ ਲਾਉਣ ਲੱਗ ਪਏ, ਉੱਥੇ AC ਫਿੱਟ ਹੋ ਰਹੇ ਆ, ਉੱਥੇ ਅਸੀਂ ਆਪਣੇ ਘਰ ਪੱਕੇ ਬਣਾ ਲਏ ਤੇ ਉੱਥੋਂ ਅਸੀਂ ਹਿੱਲਣ ਵਾਲੇ ਨਹੀਂ ਜਦੋਂ ਤੱਕ ਫਤਿਹ ਨਹੀਂ ਹੁੰਦਾ ਮੋਰਚਾ। ਸਰਕਾਰ ਕਹਿੰਦੀ ਹੈ ਇਹਨਾਂ ਨੂੰ ਫੰਡਿੰਗ ਬਾਹਰੋਂ ਆਉਂਦੀ ਹੈ। ਅੱਜ ਆਉਂਦੇ ਰਹਿਣ ਸਾਡੇ ਭਰਾ ਜਿਹੜੇ ਸਾਰੀ ਦੁਨੀਆ 'ਚ ਬੈਠੇ ਨੇ, ਹੁੰਦੀ ਹੈ ਫੰਡਿੰਗ ਬਾਹਰੋਂ। ਸਾਡੇ ਹੀ ਨੇ ਸਾਨੂੰ ਫੰਡਿੰਗ ਕਰਦੇ ਨੇ, ਉਹ ਆਉਂਦੇ ਨੇ ਇੱਥੇ ਆਪਣੇ ਭਰਾਵਾਂ ਨੂੰ ਕੁਝ ਨਾ ਕੁਝ ਦੇ ਕੇ ਚਲੇ ਜਾਂਦੇ ਨੇ। ਆ ਇੱਥੇ ਬਾਰ-ਬਾਰ ਕੀ ਅਨਾਉਂਸਮੈਂਟਾਂ ਹੋ ਰਹੀਆਂ, ਜਿਹੜੇ ਸਾਡੇ ਵੀਰ ਵਿਦੇਸ਼ਾਂ 'ਚ ਬੈਠੇ ਨੇ, ਇੱਥੇ ਆ ਕੇ ਜਿਹੜੇ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਦੀ ਮਦਦ ਦਾ ਥਾਂ-ਥਾਂ ਐਲਾਨ ਹੋ ਰਿਹਾ। ਤੋ ਇਹ ਅੱਜ ਤੁਹਾਡੀ ਪੱਗ ਦਾ ਸਵਾਲ ਹੈ, ਤੁਹਾਡੀ ਇੱਜ਼ਤ ਦਾ ਸਵਾਲ ਹੈ, ਕਿਉਂਕਿ ਤੁਸੀਂ ਆਧਾਰ ਹੋ ਇਸ ਅੰਦੋਲਨ ਦਾ। ਤੇ ਮੈਂ ਤੁਹਾਨੂੰ ਆਪਣੀ ਲੀਡਰਸ਼ਿਪ ਵੱਲੋਂ, ਸਾਰੀਆਂ ਜਥੇਬੰਦੀਆਂ ਵੱਲੋਂ ਇਹ ਵਾਅਦਾ ਕਰਦਾ ਕੋਈ ਅੰਦੋਲਨ ਕਿਸੇ ਕੀਮਤ ਤੇ ਲੀਡਰਸ਼ਿਪ ਦੇ ਪੈਰੋਂ ਨਹੀਂ ਹਾਰੇਗਾ। ਹਾਂ, ਤੁਸੀਂ ਜ਼ਰੂਰ ਖਿਆਲ ਰੱਖਿਓ, ਸਰਕਾਰੀ ਏਜੰਸੀਆਂ
ਭਾਜਪਾ ਦੀਆਂ ਜਿਹੜੀਆਂ IT ਸੈੱਲ ਹੈ ਉਹਦੀਆਂ ਗੱਲਾਂ ਵਿੱਚ ਨਹੀਂ ਆਉਣਾ। ਅੰਦੋਲਨ ਨੂੰ ਕਮਜ਼ੋਰ ਨਹੀਂ ਕਰਨਾ। ਅੰਦੋਲਨ ਤੁਹਾਡਾ ਜਿੱਤੇਗਾ ਜਿੱਤੇਗਾ ਜਿੱਤੇਗਾ। ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ ਉਹਨਾਂ ਦੀ ਅੱਜ ਸ਼ਹੀਦੀ ਤੇ ਇੱਥੇ ਇਕੱਠੇ ਹੋਏ ਮੰਚ ਤੇ ਬਿਰਾਜਮਾਨ ਜਿੰਨੇ ਵੀ ਸਾਡੇ ਸੀਨੀਅਰ ਜਥੇਬੰਦੀਆਂ ਦੇ ਆਗੂ ਸਾਹਿਬਾਨ, ਸਾਡੀ ਇੰਡਸਟਰੀ ਤੋਂ ਪਹੁੰਚੇ ਜਿੰਨੇ ਵੀ ਫਨਕਾਰ, ਸਾਰਿਆਂ ਨੂੰ ਜੀ ਆਇਆਂ ਆਖਦੇ ਆ ਜੀ। ਤਾਂ ਜਿੱਥੇ ਸਿਆਣੇ ਬੈਠੇ ਹੋਣ ਉੱਥੇ ਜ਼ਿਆਦਾ ਨਿਆਣਿਆਂ ਦਾ ਬੋਲਣਾ ਵਾਜਬ ਨਹੀਂ। ਸਾਡੇ ਸੀਨੀਅਰ ਨੇ ਸਾਰੇ, ਤਾਂ ਮੈਂ ਜ਼ਿਆਦਾ ਸਮਾਂ ਨਹੀਂ ਲਊਂਗਾ। ਪਰ ਜਿਹੜੀ ਗੱਲ ਪਿਛਲੇ ਦਿਨਾਂ ਤੋਂ ਬਹੁਤ ਵਖਰੇਵੇਂ ਪਾਏ ਗਏ ਸੀ ਕਿ 26 ਤੋਂ ਬਾਅਦ ਹੈ ਜੀ ਅੰਦੋਲਨ ਦੀ ਸਥਿਤੀ ਕੁਝ ਹੋਰ ਹੋ ਗਈ। ਅੱਜ ਇੱਥੋਂ ਏਕੇ ਦਾ ਸੰਦੇਸ਼ ਲੈ ਕੇ ਆਪਾਂ ਨੇ ਚੱਲਣਾ। ਇਹ ਇੱਕ ਮੈਨੂੰ ਲੱਗਦਾ ਜਿੰਨੀਆਂ ਵੀ ਮਹਾਂ ਪੰਚਾਇਤਾਂ ਅੱਜ ਤੱਕ ਪੰਜਾਬ 'ਚ ਹੋਈਆਂ ਨੇ, ਇਹ ਸਭ ਤੋਂ ਇੱਕ ਵੱਖਰੀ ਮਹਾਂ ਪੰਚਾਇਤ ਹੈ, ਕਿਉਂਕਿ ਇੱਥੇ ਨੌਜਵਾਨ ਵੀ ਤੇ ਜਥੇਬੰਦੀਆਂ ਵੀ, ਸਿੱਖ ਜਥੇਬੰਦੀਆਂ ਵੀ ਤੇ ਕਲਾਕਾਰ ਭਾਈਚਾਰਾ ਵੀ, ਸਾਰੇ ਆਪਾਂ ਇੱਕ ਹਾਂ। ਤੇ ਵੱਡੀ ਗੱਲ ਇਹ ਹੈ, ਜੇ ਇੱਕ ਰਵਾਂਗੇ ਤਾਂ ਕਿਸੇ ਅੰਬਾਨੀ ਦੀ, ਕਿਸੇ ਅੰਡਾਨੀ ਦੀ ਇਹ ਜ਼ਰੂਰਤ ਨਹੀਂ ਕਿ ਆ ਕੇ ਉਹ ਸਾਡੇ ਖੇਤਾਂ ਵੱਲ ਅੱਖ ਵੀ ਕਰ ਜੇ, ਪਰ ਸਾਨੂੰ ਇੱਕ ਰਹਿਣ ਦੀ ਲੋੜ ਹੈ। ਜੇ ਇਹਨਾਂ ਅਫਵਾਹਾਂ ਤੇ ਯਕੀਨ ਕਰਾਂਗੇ ਕਿ ਕਿਸੇ ਦੇ ਆਖੇ ਕੋਈ ਇਲਾਕੇ ਉਹ ਕਹਿੰਦਾ ਜੀ ਇਹ ਜਥੇਬੰਦੀ ਵਧੀਆ ਹੈ, ਇਹ ਨੌਜਵਾਨ ਵਧੀਆ ਗੱਲ ਕਰ ਰਹੇ ਨੇ, ਅੱਜ ਉਹ ਸਮਾਂ ਨਹੀਂ ਹੈਗਾ ਕਿ ਆਪਾਂ ਵਖਰੇਵਿਆਂ 'ਚ ਚੱਲੀਏ। ਕੌਣ ਚੰਗਾ ਕੌਣ ਮਾੜਾ ਇਹ ਸਮੇਂ ਨੇ ਆਪਣੇ ਆਪ ਤੁਹਾਡੇ ਮੂਹਰੇ ਲਿਆ ਕੇ ਸਾਫ਼ ਕਰ ਦੇਣਾ। ਪਰ ਵੱਡੀ ਗੱਲ ਇਹਦੇ 'ਚ ਇਹ ਹੈ ਕਿ ਆਪਾਂ ਸਾਰੇ ਜਣੇ ਇੱਕ ਹੋ ਕੇ ਚੱਲੀਏ, ਚਾਹੇ ਉਹ ਸਾਡੀਆਂ ਭੈਣਾਂ ਨੇ, ਚਾਹੇ ਸਾਡੀਆਂ ਮਾਵਾਂ ਨੇ। ਲਗਾਤਾਰ ਦਿੱਲੀ 4 ਮਹੀਨੇ ਤੋਂ ਬੈਠੇ ਆਪਣੇ ਹੱਕਾਂ ਦੇ ਖਾਤਰ ਆਵਾਜ਼ ਬੁਲੰਦ ਕਰ ਰਹੇ ਨੇ। ਪੰਜਾਬ ਨੇ ਅਗਵਾਈ ਕੀਤੀ ਸੀ ਜਦੋਂ ਇਹ ਆਰਡੀਨੈਂਸ ਸੀਗੇ, ਹੁਣ ਤਾਂ ਬਿੱਲ ਪਾਸ ਹੋ ਗਏ ਸਾਰਾ, ਕਿਉਂਕਿ ਕਹਿਣ 'ਚ ਸੁਣਨ 'ਚ ਇਹ ਆਇਆ ਸੀ ਕਿ ਜਿਹਨੇ ਅਗਵਾਈ ਕੀਤੀ ਆਪਸ 'ਚ ਉਹ ਵਿਖਰ ਗਏ। ਪਰ ਅੱਜ ਦੁਬਾਰੇ ਫਿਰ ਪੰਜਾਬ ਨੇ ਏਕੇ ਦਾ ਸਬੂਤ ਦਿੱਤਾ ਇਹਨਾਂ ਮੰਚਾਂ ਤੋਂ, ਤੁਹਾਡੇ ਇਕੱਠ ਨੇ, ਕਿ ਅਸੀਂ ਇੱਕ ਹਾਂ। ਜਿੰਨੇ ਵੀ ਵੀਰ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਨੇ, ਅਸੀਂ ਉਹਨਾਂ ਦੀ ਰਿਹਾਈ ਦੇ ਲਈ ਵੀ ਫਿਕਰਮੰਦ ਹਾਂ। ਸਾਰੇ ਜ਼ੋਰ ਲਾ ਰਹੇ ਨੇ ਕਿ ਉਹ ਭਰਾ ਬਾਹਰ ਆਉਣ। ਸਾਡਾ ਵੀਰ ਰਣਜੀਤ ਸਿੰਘ ਤਸ਼ੱਦਦ ਕੀਤਾ ਪੁਲਿਸ ਨੇ ਬਹੁਤ ਜ਼ਿਆਦਾ, ਪਰ ਸਾਡੇ ਵਿੱਚ ਹੈ। ਜਿੰਨੇ ਵੀ ਵੀਰ ਸਾਡੇ ਜੇਲ੍ਹਾਂ ਦੇ ਵਿੱਚ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਾਹਰ ਆਉਣਗੇ ਤੇ ਪੰਜਾਬ ਇੱਦਾਂ ਹੀ ਇਸ ਅੰਦੋਲਨ ਦੀ ਅਗਵਾਈ ਜਿਵੇਂ ਪਹਿਲਾਂ ਪੰਜਾਬ ਨੇ ਸ਼ੁਰੂ ਕੀਤੀ ਸੀ ਉਵੇਂ ਅੱਗੇ ਬਰਕਰਾਰ ਰੱਖੂਗਾ। ਜਦੋਂ ਤੱਕ ਇਹ ਅੰਦੋਲਨ ਚੱਲੂਗਾ ਉਦੋਂ ਤੱਕ ਇਹਦੇ ਨਾਲ ਡਟ ਕੇ ਖੜਾਂਗੇ, ਚਾਹੇ ਕਿਸੇ ਵੀ ਹੱਦ ਤੱਕ ਜਾਣਾ ਪੈ ਜਾਵੇ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਭਗਤ ਸਿੰਘ ਸ਼ਹੀਦ-ਏ-ਆਜ਼ਮ ਤੇ ਸਰਦਾਰ ਅਜੀਤ ਸਿੰਘ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਧਰਤੀ ਦੇ ਵਿੱਚ ਸਾਜੇ ਨਵਾਜੇ ਸਾਰੀ ਸੰਗਤ ਨੂੰ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਸਰਦਾਰ ਬਲਵੀਰ ਸਿੰਘ ਰਾਜੇਵਾਲ ਜੀ ਹੋਰਾਂ ਨੇ ਬੜੀ ਸੋਹਣੀ ਗੱਲ ਕਹੀ ਸੀ ਕਿ ਪੰਜਾਬ ਅਗਵਾਈ ਕਰ ਰਿਹਾ ਹੈ। ਪੰਜਾਬ ਦੁਨੀਆ ਦੇ ਵਿੱਚ ਕਿਸਾਨਾਂ ਦੇ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ। ਅੱਜ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਇੱਥੋਂ ਦੇ ਰਹਿਣ ਵਾਲੇ ਲੋਕ ਕੱਲਾ ਹਿਸਟਰੀ ਤੇ ਮਾਣ ਨਹੀਂ ਕਰਦੇ, ਹੁਣ ਵੀ ਹਿਸਟਰੀ ਬਣਾਉਣ ਦਾ ਮਾਦਾ ਰੱਖਦੇ ਨੇ ਔਰ ਉਹ ਇਤਿਹਾਸ ਬਣ ਰਿਹਾ। ਬਸ ਜ਼ਰੂਰੀ ਇਹ ਹੈ ਕਿ ਜਿਨ੍ਹਾਂ ਨੂੰ ਅਸੀਂ ਅੱਗੇ ਲਾਇਆ ਹੈ, ਜਿਨ੍ਹਾਂ ਤੇ ਸਾਨੂੰ ਵਿਸ਼ਵਾਸ ਵੀ ਹੈ, ਇਹਨਾਂ ਨੂੰ ਤਾਕਤ ਦੇਈਏ। ਇਹਨਾਂ ਦੇ ਬਾਰੇ ਜੇ ਅਸੀਂ ਘਰ 'ਚ ਬੰਦੇ ਦੀ ਇੱਜ਼ਤ ਨਹੀਂ ਕਰਾਂਗੇ, ਉਹਨਾਂ ਨੂੰ ਰਿਸਪੈਕਟ ਨਹੀਂ ਦੇਵਾਂਗੇ, ਤਾਂ ਬਾਹਰ ਕਿਵੇਂ ਹੋਊਗੀ? ਤੁਸੀਂ ਇੱਕ ਸੋਚ ਕੇ ਚੱਲਿਓ, ਜੇ ਬੜੀਆਂ ਏਜੰਸੀਆਂ ਗਵਰਨਮੈਂਟ ਉਹ ਤੁਹਾਨੂੰ ਹੀ ਪਾੜ ਕੇ ਤੁਹਾਡੇ 'ਚ ਹੀ ਪਾ ਕੇ ਲੋਕਾਂ ਨੂੰ ਪੈਦਾ ਕਰੂਗੀ ਔਰ ਕਹੂਗੀ ਕਿ ਇਹਨਾਂ 'ਚ ਪਾੜਾ। ਇੱਕ ਹਿਸਟੋਰੀਕਲ ਗੱਲ ਹੈ, ਜਦੋਂ ਦਸਮ ਪਾਤਸ਼ਾਹ ਜੋਤੀ ਜੋਤ ਸਮਾਏ ਸੀ ਉਸ ਤੋਂ ਬਾਅਦ ਅਸੀਂ ਸੰਘਰਸ਼ ਲੜੇ ਤੇ 5% ਦੀ ਪਰਸੈਂਟੇਜ ਨਾਲ ਵੀ ਲਾਹੌਰ ਤੇ ਕਾਬਜ਼ ਹੋਏ। ਕਿਉਂ? ਕਿਉਂਕਿ ਸਾਡਾ ਕਿਰਦਾਰ ਬਹੁਤ ਉੱਚਾ ਸੀ। ਬਟ ਉਸ ਤੋਂ ਬਾਅਦ ਜਦੋਂ ਰਣਜੀਤ ਸਿੰਘ ਜੀ ਦਾ ਰਾਜ ਆਉਂਦਾ ਹੈ, ਉਸ ਤੋਂ ਬਾਅਦ ਅਸੀਂ ਸੰਘਰਸ਼ ਤਾਂ ਬਹੁਤ ਲੜੇ ਨੇ, ਬਹੁਤ ਤਨ ਮਨ ਹੋ ਕੇ ਲੜੇ ਨੇ, ਪਰ ਅਸੀਂ ਕਾਮਯਾਬ ਨਹੀਂ ਹੋਏ। ਅਸੀਂ ਨਤੀਜੇ ਨਹੀਂ ਵਧੀਆ ਕੱਢੇ, ਰਿਜ਼ਲਟਾਂ ਸਿੱਖੇ ਵੀ ਨਹੀਂ। ਕਿਉਂ? ਕਿਉਂਕਿ ਸਾਡੇ ਵਿੱਚ ਕੋਈ ਨਾ ਕੋਈ ਤੇਜਾ ਸਿੰਘ, ਲਾਲ ਸਿੰਘ, ਧਿਆਨ ਸਿੰਘ ਪੈਦਾ ਹੁੰਦਾ ਸੀ।
ਅੱਜ ਅਸੀਂ ਉਹਨਾਂ ਪਾਸੇ ਨਹੀਂ ਜਾਣਾ। ਅਸੀਂ ਸਬਕ ਸਿੱਖਣਾ ਹੈ ਤੇ ਇਹਦਾ ਰਿਜ਼ਲਟ ਵਧੀਆ ਕੱਢਣਾ ਹੈ। ਅੱਜ ਦਾ ਜੋ ਸੰਮੇਲਨ ਹੋਇਆ, ਜੋ ਦੁਆਬੇ ਦੀਆਂ ਜਥੇਬੰਦੀਆਂ ਨੇ, ਜੋ ਇਹ ਕਬੱਡੀ ਵਾਲੇ ਮੁੰਡਿਆਂ ਨੇ ਜੋ ਸਾਡੇ ਨਾਲ ਰਲ ਕੇ ਇੱਕ ਸਹਿਯੋਗ ਕੀਤਾ, ਜਿਹਦੇ 'ਚ ਪੂਰਾ ਕਿਸਾਨ ਜਥੇਬੰਦੀਆਂ, ਪੰਥਕ ਜਥੇਬੰਦੀਆਂ ਆਈਆਂ, ਉਹਦਾ ਇੱਕੋ ਇੱਕ ਮੇਨ ਮੋਟਿਵ ਇਹ ਸੀ ਕਿ ਤੁਹਾਨੂੰ ਮੈਸੇਜ ਜਾਵੇ ਕਿ ਇਹ ਤਸਵੀਰ ਜੋ 26 ਤੋਂ ਪਹਿਲਾਂ ਇੱਕ ਸੀ ਹੁਣ ਵੀ ਇੱਕ ਹੈ। ਅਸੀਂ ਰਲ ਕੇ ਜਾ ਰਹੇ ਹਾਂ। ਔਰ ਇੱਕ ਯਾਦ ਰੱਖਿਓ ਜੇ, ਜੋ ਫੜੇ ਗਏ ਨੇ, ਜੋ ਵੀ ਸ਼ਹੀਦ ਹੋਏ ਨੇ, ਉਹ ਸਾਰੇ ਸਾਡੇ ਨੇ। ਜੇਲ੍ਹ ਵਾਲਿਆਂ ਨੂੰ ਛੁਡਾਇਆ ਜਾ ਰਿਹਾ, ਉਹਨਾਂ ਦੇ ਕੇਸਾਂ ਦੀ ਪੈਰਵੀ ਵੀ ਹੋਊਗੀ। ਔਰ ਜੋ ਵੀ ਸ਼ਾਮਲ ਸੀ ਜਿਨ੍ਹਾਂ ਨੇ ਅੱਗੇ ਵਧਾਇਆ ਅੰਦੋਲਨ, ਜੋ ਨੌਜਵਾਨ ਸ਼ੰਭੂ ਤੋਂ ਸਿੰਘੂ ਤੱਕ ਲੈ ਗਏ, ਟਿੱਕਰੀ ਤੱਕ ਲੈ ਗਏ, ਉਹਨਾਂ ਦਾ ਯੋਗਦਾਨ ਦੀ ਕਦਰ ਹੈ ਔਰ ਰਹੂਗੀ। ਕੋਈ ਉਹ ਤੋਂ ਮੁਨਕਰ ਨਹੀਂਗਾ। ਪਰ ਜੋ ਕਿਸਾਨ ਜਥੇਬੰਦੀਆਂ ਨੇ ਕੀਤਾ ਹੈ, 2 ਸਾਲ ਤੋਂ ਲੈ ਕੇ ਹੁਣ ਅੰਦੋਲਨ ਖੜਾ ਕੀਤਾ ਹੈ, ਅਸੀਂ ਇਹਨਾਂ ਵਡਮੁੱਲੀਆਂ ਦੇਣਾ ਨੂੰ ਵੀ ਅੱਖਾਂ ਤੋਂ ਓਲੇ ਨਹੀਂ ਕਰ ਸਕਦੇ। ਸਾਨੂੰ ਇਹਨਾਂ ਨੂੰ ਵੀ ਇੱਜ਼ਤ ਦੇਣੀ ਹੋਊਗੀ, ਉਵੇਂ ਹੀ ਦੇਣੀ ਹੋਊਗੀ ਤਾਂ ਜੋ ਬਾਹਰ ਤਸਵੀਰ ਇੱਕ ਪਹੁੰਚੇ, ਉਹਨਾਂ ਨੂੰ ਲੱਗੇ ਕਿ ਇੱਕ ਮੁੱਠ ਨੇ। ਜੇ ਦੁਨੀਆ ਸਾਡੇ ਪਿੱਛੇ ਲੱਗੀ ਹੈ, ਸਪੇਨ ਦੇ ਵਿੱਚ MSP ਦਾ ਕਾਨੂੰਨ ਬਣ ਗਿਆ, ਅਮਰੀਕਾ ਦੀਆਂ 87 ਜਥੇਬੰਦੀਆਂ ਤੁਹਾਡੇ ਪਿੱਛੇ ਖੜ ਗਈਆਂ। ਇਹ ਬਹੁਤ ਵੱਡੀ ਗੱਲ ਹੈ। ਅੱਜ ਦੁਨੀਆ ਦਾ ਕਿਸਾਨ ਤੁਹਾਡੇ ਵੱਲ ਵੇਖ ਰਿਹਾ। ਤੁਸੀਂ ਅਗਵਾਈ ਕੀਤੀ ਹੈ। ਜੇ ਤੁਹਾਡੇ 'ਚ ਰੌਲਾ ਪਊਗਾ, ਜੇ ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਥੱਲੇ ਖਿੱਚਾਂਗੇ ਤਾਂ ਕਾਮਯਾਬ ਨਹੀਂ ਹੋ ਸਕਦੇ ਵੀਰੋ। ਜੇ ਹੋ ਵੀ ਗਏ ਤਾਂ ਉਹਦਾ ਸਵਾਦ ਨਹੀਂ ਆਉਣਾ। ਰਲ ਕੇ ਚੱਲਣਾ। ਇਹ ਜਿਹੜੀ ਪੋਜ਼ਿਟਿਵਿਟੀ ਜਨਰੇਟ ਹੋਈ ਹੈ ਨਾ, ਇਹਨੂੰ ਅਸੀਂ ਅੱਗੇ ਪੰਜਾਬ ਦੇ ਵਿੱਚ ਅੱਗੇ ਲੈ ਕੇ ਜਾਣਾ ਹੈ, ਜਾਂ ਤਾਂ ਸਿਸਟਮ ਨੂੰ ਅੱਛਾ ਕਰੀਏ। ਇਹ ਬਾਹਰ ਵਾਲੇ ਭਰਾ ਕਿਉਂ ਆਉਂਦੇ ਨੇ? ਉਹ ਕਿਉਂ ਝਾਕਦੇ ਨੇ ਕਿ ਇੱਥੇ ਕੁਝ ਚੰਗਾ ਹੋਵੇ? ਕਿਉਂਕਿ ਉਹਨਾਂ ਨੇ ਚੰਗਾ ਸਿਸਟਮ ਵੇਖਿਆ ਕੈਨੇਡਾ 'ਚ, ਅਮਰੀਕਾ 'ਚ। ਉਹ ਇੱਥੇ ਕਿਉਂ ਨਹੀਂ ਬਣ ਸਕਦਾ? ਕਿਉਂ ਨਹੀਂ ਬਣ ਸਕਦਾ? ਉਹ ਤੁਹਾਡੇ ਕਰਕੇ ਤੁਸੀਂ ਬਣਾਓਗੇ। ਤੁਸੀਂ ਸੋਚੋ, ਕਿਉਂਕਿ ਡੈਮੋਕ੍ਰੈਟਿਕ ਸਿਸਟਮ 'ਚ ਜਿਸ ਦਿਨ ਤੁਸੀਂ ਸਹੀ ਹੋਗੇ, ਤੁਸੀਂ ਸਹੀ ਬੰਦੇ ਨੂੰ ਚੁਣਨ ਲੱਗ ਗਏ, ਜਿੰਨੇ ਲੀਡਰ ਨੇ, ਜਿੰਨੇ ਕਲਾਕਾਰ ਨੇ, ਜੋ ਵੀ ਨੇ, ਸਭ ਨੂੰ ਸਹੀ ਹੋਣਾ ਪੈ ਜੂ। ਅੱਜ ਗਾਣੇ ਬਦਲ ਗਏ। ਕਿਉਂ ਬਦਲ ਗਏ? ਕਿਉਂਕਿ ਤੁਹਾਡੀ ਡਿਮਾਂਡ ਸੀ। ਇਹ ਡਿਮਾਂਡ ਤੇ ਸਪਲਾਈ ਦਾ ਜ਼ਮਾਨਾ ਹੈ। ਸਪਲਾਈ ਤਾਂ ਹੀ ਵਧੀਆ ਹੋਊਗੀ ਜੇ ਤੁਸੀਂ ਡਿਮਾਂਡ ਵਧੀਆ ਕਰੋਗੇ। ਅੱਜ ਸਰਕਾਰ ਹਿੱਲੀ ਹੋਈ ਹੈ। ਸਹੀ ਕਿਹਾ ਰਾਜੇਵਾਲ ਸਾਹਿਬ ਨੇ, ਹਿੱਲੀ ਹੋਈ ਹੈ। ਕਹਿ ਰਹੇ ਨੇ ਸਾਡੀ ਇੱਜ਼ਤ ਬਚਾ ਲਓ। ਉਹ ਇੱਜ਼ਤ ਵੀ ਬਚਾ ਲਾਂਗੇ, ਪਰ ਪਹਿਲਾਂ ਮੰਨੋ ਤਾਂ ਸਹੀ ਜਿਹੜੀਆਂ ਗੱਲਾਂ ਦੀ ਅਸੀਂ ਮੰਗ ਕਰ ਰਹੇ ਹਾਂ। ਮੰਗ ਕਿਹਦੀ ਕਰ ਰਹੇ ਹਾਂ? ਇਸ ਦੇਸ਼ ਦੇ ਕਿਸਾਨਾਂ ਦੀ, ਕਿ ਉਹਨਾਂ ਦੀ ਜ਼ਿੰਦਗੀ ਸੁਧਰੇ। ਹੋਰ ਕੀ ਮੰਗ ਕਰ ਰਹੇ ਹਾਂ? ਹਾਂ, ਅਸੀਂ ਇਹ ਨਹੀਂ ਕਹਿ ਸਕਦੇ ਕਿ ਚੰਦ ਲੋਕਾਂ ਦੀ ਜ਼ਿੰਦਗੀ ਸੁਧਰੇ। ਉਹਨਾਂ ਸਮੂਹ ਕਿਸਾਨ ਜਥੇਬੰਦੀਆਂ ਦਾ, ਪੰਥਕ ਜਥੇਬੰਦੀਆਂ ਦਾ, ਕਬੱਡੀ ਵਾਲਿਆਂ ਦਾ ਤੇ ਕਲਾਕਾਰ ਭਰਾਵਾਂ ਦਾ ਜੋ ਇਸ 'ਚ ਲੱਗੇ ਨੇ, ਸਾਰਿਆਂ ਵੱਲੋਂ, ਮੈਂ ਆਪਦੇ ਵੱਲੋਂ ਵੀ ਔਰ ਅੱਗੇ ਵੀ ਬੇਨਤੀ ਕਰੂੰਗਾ, ਜੋ ਥੋੜੀ ਬਹੁਤ ਕਸਰ ਰਹਿ ਗਈ ਹੈ, ਇੱਕ ਇਹਦੀ ਜੇ ਰਹਿ ਗਈ ਹੈ ਤਾਂ ਉਹਨੂੰ ਵੀ ਮੁਕੰਮਲ ਕੀਤਾ ਜਾਵੇ ਔਰ ਤੁਹਾਡੇ ਸਾਹਮਣੇ ਇੱਕ ਤਸਵੀਰ ਰੱਖੀ ਜਾਵੇ। ਔਰ ਤੁਸੀਂ ਵੀ ਪਲੀਜ਼, ਸਾਡਾ ਕਿਰਦਾਰ ਪਤਾ ਕੀ ਸੀ? ਹਰੀ ਸਿੰਘ ਨਲੂਏ ਦਾ। ਸਾਡਾ ਕਿਰਦਾਰ ਕੀ ਸੀਗਾ? ਬਾਬਾ ਦੀਪ ਸਿੰਘ ਦਾ, ਅਕਾਲੀ ਫੂਲਾ ਸਿੰਘ ਦਾ, ਭਗਤ ਸਿੰਘ ਦਾ, ਅਜੀਤ ਸਿੰਘ ਦਾ। ਤੁਸੀਂ ਵਾਰਿਸ ਹੋ। ਧਿਆਨ ਰੱਖੋ, ਜਦੋਂ ਸੋਸ਼ਲ ਮੀਡੀਆ ਤੇ ਲਿਖਦੇ ਹੋ ਜਾਂ ਬੋਲਦੇ ਹੋ, ਇਹ ਸਾਡੇ ਬਜ਼ੁਰਗ ਨੇ, ਇਹਨਾਂ ਨੂੰ ਇੱਜ਼ਤ ਦੇਣੀ ਹੈ। ਸਾਡੀਆਂ ਕੁੜੀਆਂ, ਔਰਤਾਂ ਜੋ ਇਸ ਮੂਵਮੈਂਟ 'ਚ ਸ਼ਾਮਲ ਨੇ, ਜੇ ਉਹਨਾਂ ਬਾਰੇ ਕੁਝ ਲਿਖਦੇ ਆ ਤਾਂ ਇੱਜ਼ਤ ਦੇਣੀ ਹੈ। ਇਹ ਕੋਈ ਹੋਰ ਨਹੀਂ ਹੈ, ਸਾਡੀਆਂ ਨੇ। ਇਹ ਬਜ਼ੁਰਗ ਵੀ ਸਾਡੇ ਨੇ। ਜੇ ਅਸੀਂ ਇੱਜ਼ਤ ਨਹੀਂ ਕਰਾਂਗੇ, ਕਿਸੇ ਨੇ ਨਹੀਂ ਕਰਨੀ। ਇਹੀ ਸੋਚ ਬੱਬੂ ਦੀ ਹੈ, ਇਹੀ ਸੋਚ ਸਿੱਪੀ ਦੀ ਹੈ, ਇਹੀ ਸੋਚ ਸਰ ਕਲਾਕਾਰਾਂ ਦੀ ਹੈ, ਇਹੀ ਜਥੇਬੰਦੀਆਂ ਦੀ ਹੈ। ਬਸ ਇੱਥੇ ਹੀ ਇੰਨੀਆਂ ਹੀ ਗੱਲਾਂ ਕਰਕੇ, ਕਿਉਂਕਿ ਹੋਰ ਸੱਜਣਾ ਮਿੱਤਰਾਂ ਨੇ ਵੀ ਬੋਲਣਾ, ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਅਸੀਂ ਇਹਨਾਂ ਦੇ ਪਿੱਛੇ ਤਾਕਤ ਬਣ ਕੇ ਖੜੀਏ। ਇਹ ਬਹੁਤ ਵਧੀਆ ਔਰ ਬਹੁਤ ਸੁਚੱਜੀ ਰਹਿਨੁਮਾਈ ਕਰ ਰਹੇ ਨੇ ਔਰ ਇਹ ਕੋਈ ਸੌਖਾ ਨਹੀਂ ਹੁੰਦਾ। ਜਦੋਂ ਨੈਗੋਸ਼ੀਏਸ਼ਨ ਟੇਬਲ ਤੇ ਬੈਠੋ ਤੇ ਉਹਨਾਂ ਨੂੰ ਨਿਰੁੱਤਰ ਕਰ ਦਿਓ, ਇਹ ਬਹੁਤ ਔਖਾ ਕੰਮ ਹੈ। ਇੰਨਾ ਸੌਖਾ ਨਹੀਂ। ਜੇ ਕਰ ਰਹੇ ਨੇ ਤਾਂ ਅਸੀਂ ਇਹਨਾਂ ਨੂੰ ਸੁਝਾਅ ਵੀ ਦਈਏ ਤੇ ਇਹਨਾਂ ਦੇ ਪਿੱਛੇ ਤਾਕਤ ਬਣ ਕੇ ਵੀ ਖੜੀਏ। ਅੱਜ ਉਹੀ ਪੰਥਕ ਜਥੇਬੰਦੀਆਂ ਵੀ
किसान जथेबंदियां ने भी ਤੁਹਾਨੂੰ ਇਹ ਸੁਨੇਹਾ ਦਿੱਤਾ, ਇਹਨੂੰ ਕਬੂਲ ਕਰਿਓ ਜੇ ਤੇ ਇਸ ਗੱਲ ਤੇ ਪਹਿਰਾ ਦਿਓ ਜੇ ਕਿ ਅਸੀਂ ਇੱਕ ਹਾਂ, ਉਂਗਲ ਨਾਲ ਨਹੀਂ ਮੁੱਕੇ ਨਾਲ ਇੱਕ ਹਾਂ, ਫੇਰ ਹੀ ਇਹ ਵੱਜੂਗਾ ਕਿਸੇ ਦੇ। ਇੰਨਾ ਕਹਿੰਦਾ ਹੋਇਆ ਸੋਥੋਂ ਇੱਕ ਵਾਰੀ 2 ਨਾਰਿਆਂ ਦਾ ਜਵਾਬ ਮੰਗੂਗਾ ਔਰ ਫਿਰ ਆਗਿਆ ਲਾਉਂਗਾ। ਬੋਲੇ ਸੋ ਨਿਹਾਲ। किसान मजदूर एकता। वाहिगुरु जी का खालसा, वाहिगुरु जी की फतेह। सारिਆਂ ਨੂੰ सत श्री अकाल। बाबा गुरु नानक देव जी के चरणों च मत्था टेकण वाले सारे मेरे वीर गज के आखो वाहिगुरु जी का खालसा, वाहिगुरु जी की फतेह। सब तो बड़ी इस अंदोलन दे करदे भाई इधर हो जाए, इधर ओके। सब तो बड़ी खुशी साडे हिस्से आई है, जिहदे च सब तो वध योगदान ये साडे कबड्डी वाले नौजवानों का ये मंगी ते बाकी साथी ते उदों वड्डा योगदान साडा छोटा वीर मनतीर ते गाजी होरां दा है, जिन्हां ने बैठ के एक सलाह बनाई ते सानू भी शामिल करिया। सो जिहड़ी चिरां तो एक गल आम पिंडां च रड़कदी सी कि एका नहीं, वो अज एका हो गया। तो एक नारा बाबा जी के चरणों च आपां ये कह के लाउणा है कि भविख च बच्चे बुढ़े बजुर्ग नौजवान साडा इको राह है, मिस्टर प्राइम मिनिस्टर असी ये अंदोलन जितना है। और गज के आखो वाहिगुरु जी का खालसा। छोटे छोटे तकरार कई बार सानू एक दूजे तो बहुत दूर कर देते हैं। परमात्मा करे कि साडे च तकरार ना हो और असी रल के चलीए। और ये तो भी अगे जाके असी ये सोचना है कि इस अंदोलन नू जे लंबा चलता है तो ये पैसे की बचत किवें करनी है, तो टोलियां बना के असी बारों बारी किवें दिल्ली पहुँचना है। और इस तो भी अगे ये अंदोलन ये तो जितया जिताया है, ये तो जो मिस्टर प्राइम मिनिस्टर है थोड़ा जिहा रौंडी है, ढीठ है, हार नहीं मानता। सो गुरु के चरणों च बेनती करते हैं कि छेती छेती गुरु घरे आवे, मत्था टेके ते अपनी भुल बख्शा के संगत च बैठ के पंगत च बैठ के प्रशादा छके। असी उहदे लई भी दुआ करांगे क्योंकि असी भाई कन्हैया दे भी बच्चे हैं, सानू कोई दुश्मन नहीं लगता। साडी लड़ाई जरूर है पर असी कदे किसी का माड़ा नहीं सोचते। और अगाह भविख च असी कोशिश ये भी करते हैं, उपराला तो इन्हां जथेबंदियों ने भी साडे नाल रल के बहुत किया, मनजीत सिंह होरां ने। पर एक बेनती मनजीत सिंह नूं भी करते हैं भी दुआबे वालियां तां इकट्ठियां कर लियो तुसीं छेती छेती, जिहड़ियां दुआबे दीयां जथेबंदियां इन्हां दे तां एक बनाए दे आपां आउण वाले दिनां च। एक ताड़ी मार दिओ जोर दी, क्योंकि जे 7-7 दी एक बनाती, 7 चौका 28, पहला 4 बन गया, उपर 4 रह गया, उन्होंने एक बना के हौली हौली फिर एक ही कर देंगे। सो असी सारे दे एके दे मदई है, हामी है। असी चाहुंदे हैं कि आपस में साडी तकरार ना होवे, समाजिक मीडिया ते साडी शैली उही होवे जिस तरह के साडे किरदार है। घटिया पद्धर ते ना उतरीए, अपनिआं नूं गालां कढणियां बंद करिए। जे लड़ना है तो अपनी लड़ाई नहीं लड़ना, अपने पिंड की लड़ाई लड़नी है, अपने देश की लड़ाई लड़नी है, अपनी कौम की लड़ाई लड़नी है। सो असी उम्मीद करते हैं कि बहुत छेती ये संयुक्त मोर्चा भी अगले धरने तक इको मोर्चा आऊगा जिहदा ना होवे पंजाब किसान मोर्चा। सो महाराज मेहर करन, गज के आखो हाँ मनजीत बोलूगा, मनजीत साडा ही है। सो जी मैं थोनों गल दसनी है, थोनों शायद नहीं पता, जिदन का अंदोलन चल रहा है ये जिहड़े साडे कबड्डी वाले नौजवान हैं, जिन्नी सेवा इन्हों ने करी है शायद नहीं किसी ने करी, पर ये वो नौजवान है जिन्होंने कदे क्रेडिट ही नहीं लिया। तो मैं
ਇਹਨਾਂ ਨੂੰ ਤੁਹਾਡੇ ਰੂਬਰੂ ਜ਼ਰੂਰ ਕਰਾਊਗਾ। ਮੰਗੀ ਸੋ ਅੱਜ ਦੇ ਇਸ ਮਹਿੰਗੇ ਦੌਰ 'ਚ ਕੋਈ ਹੈ ਜਿਹੜਾ ਕੰਮ ਕਰਕੇ ਆਪਣੀ ਪੋਸਟ ਜਾਂ ਸੈਲਫੀ ਪਾ ਕੇ ਇਹ ਕਲੇਮ ਨਾ ਕਰੇ ਵੀ ਮੈਂ ਇਹ ਕੰਮ ਕਰਿਆ, ਪਰ ਇਹ ਉਹ ਨੌਜਵਾਨ ਹੈ, ਇਹ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਸਮਰਪਿਤ ਹੈ, ਇਹ ਸਿਰਫ ਤੇ ਸਿਰਫ ਸੇਵਾ ਕਰਦੇ ਹੈ। ਇੱਕ ਜੈਕਾਰਾ ਕਬੱਡੀ ਵਾਲਿਆਂ ਦੇ ਨਾਂ ਤੇ ਬੋਲੇ ਸੋ ਨਿਹਾਲ। ਸਾਰੇ ਹੱਥ ਖੜੇ ਕਰਕੇ ਇੱਕ ਵਾਰੀ ਮਿਸਟਰ ਪ੍ਰਾਈਮ ਨੇ ਮੈਂ ਮੀਡੀਆ ਨੂੰ ਬੇਨਤੀ ਕਰਦਾ ਕਿ ਸਾਡੀਆਂ ਫੋਟੋ ਨਾ ਬਣਾਓ, ਇਹ ਜਿਹੜੇ ਹੱਥ ਖੜੇ ਹੈ ਇਹ ਫੋਟੋ ਖਿੱਚ ਕੇ ਦਿੱਲੀ ਵਾਲੇ ਮੀਡੀਆ ਨੂੰ ਭੇਜੋ ਕਿ ਅਸੀਂ ਇਹ ਕੈਮਰੇ ਪਿੱਛੇ ਕਮਾਓ, ਬਾਹਾਂ ਉੱਪਰ ਹੈ ਭਾਈ ਤੁਹਾਡੀਆਂ, ਕਮਾ ਲਿਓ ਇਹਨੂੰ, ਕਮਾ ਲਓ। ਇੱਕ ਮਿੰਟ ਇੱਥੇ ਹੀ ਰੱਖਿਓ, ਕਮਾਲਾ ਪੁੱਤਰਾ ਕਮਾਲਾ ਸੰਗ ਲੱਗਦੀ ਹੈ। ਜੇ ਪੰਜਾਬੀ ਹੱਦਾਂ ਤੇ ਲੜ ਸਕਦੇ ਆ, ਜੇ ਪੰਜਾਬੀ ਦੇਸ਼ ਦੀ ਰਾਖੀ ਕਰ ਸਕਦੇ ਆ ਤਾਂ ਸਾਡੇ ਕੋਲ ਸਬਰ ਵੀ ਬਹੁਤ ਹੈ। ਬਾਬਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਖਾਇਆ ਹੈ, ਸਾਡੇ 'ਚ ਸਬਰ ਵੀ ਬਹੁਤ ਹੈ। ਤੂੰ ਸਾਡਾ ਸਬਰ ਨਾ ਪਰਖ, ਅਸੀਂ ਜਿੱਤਣ ਨਹੀਂ ਦੇਵਾਂਗੇ ਤੇਰੇ ਆਖਰੀ ਸਾਹ ਤੱਕ। ਸਾਡਾ ਇੱਕੋ ਨਾਰਾ ਹੈ ਕਿ ਇਹ ਬਿੱਲ ਤਾਂ ਵਾਪਸ ਲੈਣੇ ਪੈਣੇ ਆ, ਸਾਡੀਆਂ ਕਣਕਾਂ ਦੇ ਮੁੱਲ 7000 ਰੁਪਏ ਕੁਆਂਟਲ ਮੁਕਰਰ ਕਰਨਾ ਪੈਣਾ ਹੈ, ਸਾਡੀਆਂ ਦਾਲਾਂ ਦੇ ਮੁੱਲ ਮਿਥਣੇ ਪੈਣੇ ਆ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ। ਜੇ ਐਸੇ ਤਰ੍ਹਾਂ ਸਾਡੀਆਂ ਸਿਰਮੌਰ ਪੰਥਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਕਬੱਡੀ ਵਾਲੇ ਨੌਜਵਾਨ ਗੱਭਰੂ, ਦੂਜੀ ਬੇਨਤੀ ਮੈਂ ਹੋਰ ਕਰੂੰਗਾ, ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਕੇਸ ਦਿੱਲੀ 'ਚ ਰਜਿਸਟਰ ਹੋਏ ਆ ਉਹ ਕੇਸ ਇੱਥੇ ਲਿਆਂਦੇ ਜਾਣ ਤਾਂ ਕਿ ਅਸੀਂ ਸੁਚੱਜੇ ਢੰਗ ਨਾਲ ਪੈਰਵੀ ਕਰ ਸਕੀਏ। ਸੋ ਸਾਡੇ ਨੌਜਵਾਨ ਜਲਦੀ ਤੋਂ ਜਲਦੀ ਬਾਹਰ ਆ ਜਾਣ ਤੇ ਅਗਾਊਂ ਭਵਿੱਖ 'ਚ ਅਸੀਂ ਕੋਸ਼ਿਸ਼ ਕਰੀਏ ਸ਼ਾਂਤੀ ਨਾਲ ਹੀ ਜਿੱਤੀਏ। ਸ਼ਹੀਦ ਆਜ਼ਮ ਭਗਤ ਸਿੰਘ ਦੇ ਚਰਨਾਂ 'ਚ ਮੱਥਾ ਟੇਕ ਕੇ ਪਰਨ ਕਰੀਏ ਕਿ ਆਪਣੇ ਲਈ ਨਹੀਂ, ਆਪਣੀ ਕੌਮ ਤੇ ਆਪਣੇ ਕੁਨਬੇ ਲਈ ਲੜਾਂਗੇ। ਸੋ ਦੋ ਸ਼ਬਦ ਮੰਜੀ ਸਾਧ ਸੰਗਤ ਜੀ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਬੱਬੂ ਬਾਈ ਨੇ ਕਿਹਾ, ਮਾਨ ਸਾਹਿਬ ਨੇ, ਕਿ ਆਪਾਂ ਦੁਆਬੇ ਵਾਲੇ ਤਾਂ ਇਕੱਠੇ ਹੋ ਗਏ ਤੇ ਆਪਾਂ ਪੰਜਾਬ ਨੂੰ ਵੀ ਇਕੱਠਿਆਂ ਕਰਨਾ ਹੈ। ਬਾਈ ਦਾ ਪਹਿਲੇ ਦਿਨ ਤੋਂ ਇਹ ਕਹਿਣਾ ਹੈ ਕਿ ਆਪਾਂ ਸਾਰੇ ਪੰਜਾਬ ਵਾਲੇ ਇਕੱਠੇ ਹੋ ਜਾਈਏ। ਮੈਂ ਇਸ ਗੱਲ ਦਾ ਹਾਮੀ ਬਣਦਾ ਕਿ ਜੇ ਇਕੱਠੇ ਹੋਣ ਆਏ ਤੇ ਜਿਹੜੀ ਮੇਰੀ ਡਿਊਟੀ ਲਾਉਂਗੇ ਅਸੀਂ ਉਹ ਡਿਊਟੀ ਨਿਭਾਵਾਂਗੇ। ਬੇਸ਼ੱਕ ਇੱਕ ਪ੍ਰਧਾਨ ਹੋ ਜਾਏ ਪੂਰੇ ਪੰਜਾਬ ਦਾ, ਸਾਨੂੰ ਕਬੂਲ ਹੈ, ਕਬੂਲ ਹੈ। ਬੋਲੇ ਸੋ ਨਿਹਾਲ। ਇੱਕ ਨਾਰਾ ਕਬੱਡੀ ਵਾਲੇ ਵੀਰ, ਮੈਂ ਕਹਾਂਗਾ ਪਹਿਲੇ ਦਿਨ ਤੋਂ ਜਿਹੜੀ ਬੱਬੂ ਬਾਈ ਨੇ ਗੱਲ ਕਹੀ, ਪਹਿਲੇ ਦਿਨ ਤੋਂ ਉੱਥੇ ਬਿਲਕੁਲ ਸੰਤਰੀ ਬਣ ਕੇ ਡਿਊਟੀ ਨਿਭਾਈ, ਪਰ ਅੱਜ ਤੱਕ ਕਦੇ ਫੋਟੋ ਨਹੀਂ ਖਿਚਾਈ। ਇਹ ਕਬੱਡੀ ਵਾਲੇ ਵੀਰਾਂ ਦੀ ਦੇਣ ਹੈ। ਮੰਗੀ ਮੇਰਾ ਵੀਰ, ਨੰਨੀ ਕਪਾਲਪੁਰੀਆ, ਮਨਜੋਤ ਮਾਛੀਵਾੜਾ, ਸਾਡਾ ਟੋਨੀ ਵੀਰ, ਜਿਹੜੇ ਸੰਧੂ ਸਾਹਿਬ ਪਹਿਲੇ ਦਿਨ ਤੋਂ ਡਿਊਟੀ ਨਿਭਾ ਰਹੇ ਨੇ, ਇਹਨਾਂ ਦੇ ਨਾਮ ਤੇ ਜਕਾਰਾ ਬੋਲੇ ਸੋ ਨਿਹਾਲ। ਯਾਰ ਬਾਹਰ ਨਹੀਂ ਖੜੀਆਂ ਕਰਦੇ ਕਿਉਂ? ਜਦੋਂ ਬਾਬੇ ਕਹਿੰਦੇ ਨਿਹਾਲ ਹੋ ਜਾਵੇ, ਨਿਹਾਲ ਨਹੀਂ ਹੋਣਾ ਚਾਹੁੰਦੇ, ਬੁਲਾਓ ਫਿਰ ਜਕਾਰਾ ਬੋਲੇ ਸੋ ਨਿਹਾਲ। ਐਦਾਂ ਆਓ ਬੋਲੇ ਸੋ ਨਿਹਾਲ। ਬਾਕੀ ਅਸੀਂ ਇਸ ਅੰਦੋਲਨ ਦੇ ਵਿੱਚ ਸ਼ੁਰੂ ਤੋਂ ਜੁੜੇ ਆ, ਸਾਡੇ ਕਈ ਭਰਾ ਸਾਰੇ ਜੁੜੇ ਹੋਏ ਆ, ਤੇ ਜਿਵੇਂ ਬਾਈ ਜੀ ਨੇ ਕਿਹਾ ਵਾ ਤੇ ਬਾਈ ਜੀ ਦੇ ਨਕਸ਼ੇ ਕਦਮ ਤੇ ਚੱਲੇ ਆ। ਇੱਥੇ ਮੈਨੂੰ ਜ਼ਿਆਦਾ ਬੋਲਣਾ ਤਾਂ ਨਹੀਂ ਆਉਂਦਾ, ਪਰ ਫਿਰ ਵੀ ਮਾੜਾ ਮੋਟਾ ਦੋ ਸ਼ਬਦ ਕਹੂੰਗਾ ਜੋ ਪਿਛਲੇ ਕੁਝ ਦਿਨਾਂ 'ਚ ਹੋਇਆ ਵਾ। ਬਾਈ ਨੇ ਇਹ ਗੱਲ ਕਹੀ ਸੀ, ਜੇ ਤਾਂ ਸਾਰੇ ਇਕੱਠੇ ਕਰਦੇ ਆ ਫਿਰ ਤਾਂ ਆਵਾਂਗੇ, ਜੇ ਇਕੱਲੇ ਇਕੱਲੇ ਕਰਨੀ ਆ ਫਿਰ ਨਹੀਂ ਆਉਂਦੇ। ਤੇ ਬਾਈ ਜੀ ਦੇ ਕਹਿਣ ਤੇ ਹੀ ਸਾਰੇ ਇਕੱਠੇ ਹੋਏ ਆ, ਜਥੇਬੰਦੀਆਂ ਵੀ ਇਕੱਠੇ ਹੋਈਆਂ ਵਾ, ਸਿੱਖ ਜਥੇਬੰਦੀਆਂ ਵੀ ਇਕੱਠੀਆਂ ਹੋਈਆਂ, ਨੌਜਵਾਨ ਵੀ ਇਕੱਠੇ ਹੋਇਆ। ਤੇ ਮੇਰੇ ਹਿਸਾਬ ਨਾਲ ਅੱਜ ਦੇ ਏਕੇ ਤੋਂ ਵੱਧ ਕੇ ਹੋਰ ਸੰਦੇਸ਼ ਕੋਈ ਨਹੀਂ ਜਾ ਸਕਦਾ, ਕਿਉਂਕਿ ਇੱਥੇ ਹਰ ਇੱਕ ਸਾਡਾ ਭਰਾ ਵਾ, ਚਾਹੇ ਜੇਲ੍ਹਾਂ ਦੇ ਵਿੱਚ ਆ, ਚਾਹੇ ਬਾਹਰ ਆ, ਚਾਹੇ ਕਿਸੇ ਤੇ ਕੇਸ ਆ, ਅਸੀਂ ਉਹਦੇ ਲਈ ਵੀ ਲੜਾਂਗੇ ਜੀ। ਸਾਰਿਆਂ ਦਾ ਧੰਨਵਾਦ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ। ਅਜੇ ਉੱਠਣਾ ਨਹੀਂ, ਅਜੇ ਚੱਲਣਾ ਕੰਮ। ਬਾਪੂ ਇੰਨੀ ਕਾਹਲੀ ਨਾ ਕਰ, ਬਹਿ ਜਾ ਹੁਣ, ਬਹਿ ਜਾ, ਜਿੱਥੇ ਇੰਨੇ ਘੰਟੇ ਬੈਠੇ ਆ ਹੋਰ ਬੈਠੋ। ਅਜੇ ਹੋਰ ਸਾਡੇ ਵੀਰਾਂ ਨੇ, ਅਜੇ ਸਾਡਾ ਸਿੱਪੀ ਪੰਛੀ ਜੀ, ਹੋਰ ਸਾਡੇ ਸੱਜਣ ਬੀਬੀ ਆਈ ਹੈ। ਸੋ ਸਿੱਪੀ ਆ ਜਾਵੇ।
ਅਗਲੀ ਰੂਪ ਰੇਖਾ ਮਨਜੀਤ ਹੋਣੀ ਦੱਸਣਗੇ। ਸੋ ਗੱਜ ਕੇ ਇੱਕ ਵਾਰੀ ਫਿਰ ਬਾਬੇ ਦੇ ਚਰਨਾਂ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।